ਮੇਰੇ ਖਾਲਸਾ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਡਾਕਟਰ ਸੁਖਦੀਪ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ ਤੋਂ ਮੈਂ ਤੁਹਾਡੇ ਨਾਲ ਰੂਬਰੂ ਹਾਂ। ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਉਹ ਹੈ ਖੁੰਬਾਂ ਦੀ ਕਾਸ਼ਤ। ਖੁੰਬਾਂ ਜਿਨ੍ਹਾਂ ਨੂੰ ਆਪਾਂ ਸ਼ਾਕਾਹਾਰੀ ਭੋਜਨ ਦੇ ਤੌਰ ਤੇ, ਸ਼ਾਕਾਹਾਰੀ ਵਿਅਕਤੀਆਂ ਲਈ ਬਹੁਤ ਵਧੀਆ ਇੱਕ ਭੋਜਨ ਹੈ, ਉਹਨੂੰ ਆਪਾਂ ਜਾਣਦੇ ਹਾਂ ਤੇ ਆਪਾਂ ਖਾਂਦੇ ਵੀ ਹਾਂ। ਸੋ ਇਹਦਾ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਵੀ ਬੜਾ ਮਹੱਤਵ ਹੈ। ਖੁੰਬਾਂ ਦੀ ਗੱਲ ਕਰੀਏ, ਖੁੰਬਾਂ ਦੀ ਕਾਸ਼ਤ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਹੋ ਰਹੀ ਹੈ। ਸੋ ਇਹ ਜਿਹੜਾ ਇੱਕ, ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਬੇਰੁਜ਼ਗਾਰਾਂ ਲਈ ਇੱਕ ਰੁਜ਼ਗਾਰ ਦਾ ਸਾਧਨ, ਵਧੀਆ ਸਾਧਨ ਬਣ ਸਕਦਾ, ਚੰਗੀ ਆਮਦਨ ਪੈਦਾ ਕਰ ਸਕਦੇ ਨੇ, ਤੇ ਉਸ ਦੇ ਨਾਲ ਨਾਲ ਜਿਹੜਾ ਵਾ ਇੱਕ ਵਧੀਆ ਖੁਰਾਕ ਦਾ ਸਾਡਾ ਹਿੱਸਾ ਬਣਦਾ। ਇਹ ਜਿਹੜੀ ਇਹਦੀ ਕਾਸ਼ਤ ਦੇ ਵਿੱਚ ਇੱਕ ਬੜਾ ਫਾਇਦਾ, ਇਹਨੂੰ ਬੇਜ਼ਮੀਨੇ ਵੀ ਕਰ ਸਕਦੇ ਆ, ਕਿਉਂਕਿ ਇਹਦੇ ਵਿੱਚ ਜ਼ਮੀਨ ਦੀ ਲੋੜ ਨਹੀਂ ਹੁੰਦੀ। ਸਿਰਫ ਇੱਕ ਗੱਲ ਕਲੀਅਰ ਅੱਜ ਕਰਦੇ ਹਾਂ ਸ਼ੁਰੂਆਤ ਦੇ ਵਿੱਚ ਹੀ, ਜਦੋਂ ਆਪਾਂ ਖੁੰਬਾਂ ਦੀ ਕਾਸ਼ਤ ਦੀ ਗੱਲ ਕਰਦੇ ਹਾਂ ਤੇ ਇਹਦੀ ਜਿਹੜੀ ਕਾਸ਼ਤ ਹੈ ਉਹ ਇੱਕ ਬੰਦ ਕਮਰੇ ਦੇ ਵਿੱਚ ਜਾਂ ਜਿਹੜਾ ਆਪਣੀ ਇੱਕ ਝੁੱਗੀ ਦੇ ਵਿੱਚ ਕੀਤੀ ਜਾ ਸਕਦੀ ਹੈ, ਜਿਹਦੇ ਉੱਤੇ ਛੱਤ ਹੋਵੇ, ਜਿਹਦੇ ਵਿੱਚ ਬਾਰੀਆਂ ਹੋਣ, ਹਵਾ ਦਾ ਆਦਾਨ ਪ੍ਰਦਾਨ ਹੋਵੇ। ਸੋ ਇਹਦੇ ਵਾਸਤੇ ਖੁੱਲ੍ਹੇ ਖੇਤਾਂ ਦੀ ਲੋੜ ਨਹੀਂ ਹੁੰਦੀ। ਇਸ ਕਰਕੇ ਇਹ ਇੱਕ ਬੇਜ਼ਮੀਨਿਆਂ ਵਾਸਤੇ ਵੀ ਇੱਕ ਬੜਾ ਵਧੀਆ ਰੁਜ਼ਗਾਰ ਦਾ ਸਾਧਨ ਬਣ ਸਕਦਾ ਤੇ ਉਹ ਚੰਗੀ ਆਮਦਨ ਲੈ ਸਕਦੇ ਆ। ਸੋ ਜੇ ਅੱਜ ਇਸ ਦੀ ਪੰਜਾਬ ਦੇ ਵਿੱਚ ਕਾਸ਼ਤ ਦੀ ਗੱਲ ਕਰਦੇ ਹਾਂ ਤੇ ਤਕਰੀਬਨ ਇਹਦੀਆਂ ਸਾਰੇ ਭਾਰਤ ਦੇ ਵਿੱਚ ਇੱਕ ਜਿਹੜੀ ਖੁੰਬ ਆ, ਇਹ ਇੱਕ ਗੁੱਦੇਦਾਰ ਉੱਲੀ ਆ। ਇਹਦੇ ਵਿੱਚ ਖਾਣ ਵਾਲੀਆਂ ਵੀ ਹੁੰਦੀਆਂ ਤੇ ਜ਼ਹਿਰੀਲੀਆਂ ਵੀ ਹੁੰਦੀਆਂ ਨੇ। ਸੋ ਇਸ ਕਰਕੇ ਇਸ ਵੇਲੇ 40-50 ਕਿਸਮਾਂ ਜਿਹੜੀਆਂ ਨੇ ਇਹਦੀਆਂ ਹੈਗੀਆਂ ਨੇ, ਜਿਹੜੀਆਂ ਦੁਨੀਆ ਦੇ ਵਿੱਚ ਤਕਰੀਬਨ 100 ਦੇਸ਼ਾਂ ਦੇ ਵਿੱਚ ਬੀਜੀਆਂ ਜਾਂਦੀਆਂ ਨੇ। ਸੋ ਪੰਜਾਬ ਦੇ ਵਿੱਚ 50-60 ਸਾਲ ਪਹਿਲਾਂ ਇਹਦੀ ਜਿਹੜੀ ਕਾਸ਼ਤ ਹੈ ਵਿਗਿਆਨਕ ਪੱਧਰ ਦੇ ਉੱਤੇ ਇਹਨੂੰ ਆਪਾਂ ਅਪਣਾਇਆ ਤੇ ਇਹਨੂੰ ਅੱਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੋਈ ਤਕਨੀਕਾਂ ਵਿਕਸਿਤ ਕੀਤੀਆਂ ਜਿਨ੍ਹਾਂ ਦੇ ਤਹਿਤ ਅਸੀਂ ਇਹਦੀ ਕਾਸ਼ਤ ਕਰ ਸਕਦੇ ਹਾਂ। ਸੋ ਇਹਦੀ ਜੇ ਆਪਾਂ ਸਭ ਤੋਂ ਪਹਿਲਾਂ ਆਪਾਂ ਖੁਰਾਕੀ ਮਹੱਤਤਾ ਦੀ ਗੱਲ ਕਰੀਏ ਤੇ ਇਹਦੇ ਵਿੱਚ, ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ, ਸ਼ਾਕਾਹਾਰੀ ਵਿਅਕਤੀਆਂ ਲਈ ਇਹ ਬੜਾ ਉੱਤਮ ਭੋਜਨ ਹੈ। ਇਹਦੇ ਵਿੱਚ ਸਾਨੂੰ ਪ੍ਰੋਟੀਨ ਤਕਰੀਬਨ 20 ਤੋਂ 30% ਡਰਾਈ, ਜਿਹੜਾ ਸੁੱਕੇ ਰੂਪ ਦੇ ਵਿੱਚ ਮਿਲ ਜਾਂਦਾ, ਜਿਹੜਾ ਬੜੀ ਵੱਡੀ ਮਾਤਰਾ ਦੇ ਵਿੱਚ ਗਿਣਿਆ ਜਾਂਦਾ। ਸੋ 20 ਤੋਂ 30% ਪ੍ਰੋਟੀਨ ਹੁੰਦਾ। ਰੇਸ਼ੇ ਹੁੰਦੇ ਆ ਜਿਹੜੇ ਕੋਲੈਸਟਰੋਲ ਨੂੰ ਘਟਾਉਣ ਦੇ ਮਦਦ ਕਰਦੇ ਆ ਤੇ ਸਾਡੀ ਪਾਚਨ ਸ਼ਕਤੀ ਨੂੰ ਵਧੀਆ ਕਰਨ ਦੇ ਵਿੱਚ ਮਦਦ ਕਰਦੇ ਆ। ਵਿਟਾਮਿਨ ਡੀ ਜਾਂ ਕੈਲਸ਼ੀਅਮ ਨੂੰ ਅਬਜ਼ੌਰਬ ਕਰਨ ਲਈ ਇੱਕ ਬੜਾ ਉੱਤਮ ਸਾਧਨ ਹੈ, ਉੱਤਮ ਤੱਤ ਆ, ਉਹ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਇਆ ਜਾਂਦਾ। ਕਾਪਰ ਜਿਹੜਾ ਸਰੀਰ ਨੂੰ ਆਕਸੀਜਨ ਲੈਣ ਵਿੱਚ ਮਦਦ ਕਰਦਾ, ਤੇ ਜਿਹੜੇ ਰੈੱਡ ਬਲੱਡ ਸੈੱਲ ਨੇ ਸਾਡੇ, ਉਹਨਾਂ ਨੂੰ ਵਧਾਉਣ ਦੇ ਵਿੱਚ ਕਾਫੀ ਮਦਦ ਕਰਦਾ, ਉਹ ਕਾਫੀ ਮਾਤਰਾ ਦੇ ਵਿੱਚ ਇਹਦੇ ਵਿੱਚ ਹੁੰਦਾ। ਸਲੇਨੀਅਮ ਇਹਦੇ 'ਚ ਕਾਫੀ ਮਾਤਰਾ 'ਚ ਹੁੰਦਾ, ਜਿਹੜਾ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ, ਸਾਡੀ ਇਮਿਊਨਿਟੀ ਨੂੰ ਵਧਾਉਣ ਲਈ ਬੜਾ ਵਧੀਆ ਕਾਰਜਸ਼ੀਲ ਹੈ ਸਲੇਨੀਅਮ, ਉਹ ਇਹਦੇ ਵਿੱਚ ਹੁੰਦਾ। ਤੇ ਇਹ ਜਿਹੜਾ ਸਲੇਨੀਅਮ ਹੈ, ਇਹਦੀ ਇੱਕ ਹੋਰ ਵੀ ਖਾਸੀਅਤ ਆ, ਇਹ ਕੈਂਸਰ ਦੇ ਜਿਹੜੇ ਰੋਗ ਨੇ ਤੇ ਹੋਰ ਬਿਮਾਰੀਆਂ, ਇਹਨਾਂ ਨੂੰ ਘਟਾਉਣ ਦੇ ਵਿੱਚ ਵੀ ਬੜਾ ਵੱਡਾ ਰੋਲ ਅਦਾ ਕਰਦਾ। ਸੋ ਪੋਟਾਸ਼ੀਅਮ ਜਿਹੜਾ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਦੇ ਵਿੱਚ ਤੇ ਹੋਰ ਸਾਡੇ ਸੈੱਲਾਂ ਨੂੰ ਠੀਕ ਰੱਖਣ ਦੇ ਵਿੱਚ ਮਦਦ ਕਰਦਾ, ਉਹ ਵੀ ਇਹਦੇ 'ਚ ਕਾਫੀ ਮਾਤਰਾ ਦੇ ਵਿੱਚ ਹੁੰਦਾ। ਹੋਰ ਤੱਤ ਜਿਹੜੇ ਖੁੰਬਾਂ ਦੇ ਵਿੱਚ ਪਾਏ ਜਾਂਦੇ ਆ, ਉਹਨਾਂ ਦੇ ਵਿੱਚ ਸਾਡੇ ਕੋਲ ਫਾਸਫੋਰਸ, ਜ਼ਿੰਕ, ਮੈਗਨੀਸ਼ੀਅਮ, ਇਹ ਵੀ ਜਿਹੜੇ ਤੱਤ ਨੇ ਇਹ ਖੁੰਬਾਂ ਦੇ ਵਿੱਚ ਕਾਫੀ ਮਾਤਰਾ 'ਚ ਪਾਏ ਜਾਂਦੇ ਆ। ਸੋ ਜੇ ਮੋਟੇ ਤੌਰ ਤੇ ਇਹਨਾਂ ਦੀ ਗੱਲ ਕਰੀਏ ਤੇ ਇਹ ਜਿਹੜਾ ਵਾ ਚਿਕਨਾਈ ਦੀ ਮਾਤਰਾ ਨੂੰ ਘਟਾਉਣ ਦੇ ਵਿੱਚ ਕੰਮ ਕਰਦਾ। ਕੈਲਰੀਜ਼ ਤੇ ਜਿਹੜਾ ਸਾਡਾ ਸੋਡੀਅਮ ਕਾਰਬੋਨੇਟ, ਇਹਨਾਂ ਸਾਰਿਆਂ ਨੂੰ ਘਟਾਉਣ ਦੇ ਵਿੱਚ ਜਿਹੜੀ ਆ ਇਹ ਕੰਮ ਕਰਦੀ ਆ ਜਿਹੜੀ ਸਾਡੀ ਖੁੰਬਾਂ ਵਾ। ਤੇ ਇਹਦੇ ਨਾਲ ਕੋਲੈਸਟਰੋਲ ਦੀ ਜਿਹੜੀ ਸ਼ਿਕਾਇਤ ਆ ਉਹ ਦੂਰ ਹੁੰਦੀ ਹੈ। ਸੋ ਇਸ ਕਰਕੇ ਜਿਹੜਾ ਇਹ ਬੜੀ ਗੁਣਾਂ ਦੀ ਗੁਥਲੀ ਨੇ ਖੁੰਬਾਂ, ਜਿਹੜੀਆਂ ਸਾਡੇ ਸਰੀਰਕ ਭੋਜਨ ਵਾਸਤੇ, ਜਿਹਦੀ ਆਪਾਂ ਸ਼ੁੱਧ ਖੁਰਾਕ ਦੀ ਗੱਲ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ ਇਸ ਮਾਧਿਅਮ ਦੇ ਜ਼ਰੀਏ। ਸੋ ਇਹਦੇ ਵਿੱਚ ਇਹਦਾ ਇੱਕ ਬੜਾ ਵੱਡਾ ਰੋਲ ਹੈ ਖੁੰਬਾਂ ਦਾ। ਜੇ ਆਪਾਂ ਉਹਨੂੰ ਪਛਾਣੀਏ, ਉਹਨੂੰ ਆਪਾਂ ਅਪਣਾਈਏ ਆਪਣੇ ਜੀਵਨ ਦੇ ਵਿੱਚ। ਜੇ ਅੱਜ ਗੱਲ ਕਰੀਏ ਕਿ ਖਾਣ ਦੀ ਜਿਹੜੀ ਸਾਡੀ ਮਾਤਰਾ ਵਾ, ਸਾਡੀ ਜਿਹੜੀ ਪ੍ਰਤੀ ਵਿਅਕਤੀ ਜਿਹੜੀ ਬਣਦੀ ਆ, ਅੰਕੀ ਗਈ ਆ, ਉਹ 30 ਗ੍ਰਾਮ ਬਣ ਰਹੀ ਆ, ਤੇ ਜਦ ਕਿ ਬਾਹਰਲੇ ਵਿਕਸਿਤ ਮੁਲਕਾਂ ਦੇ ਵਿੱਚ ਇਹ 2 ਕਿਲੋ ਦੇ ਪ੍ਰਤੀ ਵਿਅਕਤੀ ਦੇ ਲਗਭਗ ਹੈ।
ਸੋ ਕਿੰਨਾ ਵੱਡਾ ਗੈਪ ਹੈ ਸਾਡੇ ਤੇ ਉਹਨਾਂ ਲੋਕਾਂ ਦੇ ਵਿੱਚ। ਸੋ ਸਾਨੂੰ ਇਹਦੀ ਜਿਹੜੀ ਆ ਕਾਸ਼ ਦੀਆਂ ਸੰਭਾਵਨਾਵਾਂ ਬਹੁਤ ਨੇ, ਮੰਡੀਕਰਨ ਦੀ ਇਹਦੀ ਕੋਈ ਸਮੱਸਿਆ ਨਹੀਂ ਆ। ਇਸ ਕਰਕੇ ਜਿਹੜੀ ਆ ਇਹਨੂੰ ਆਪਾਂ ਨੂੰ ਅਪਣਾਉਣਾ ਚਾਹੀਦਾ। ਤੇ ਇਹਦੇ 'ਚ ਹੋਰ ਜੇ ਇਹਦੀ ਗੁਣਾਂ ਦੀ ਗੱਲ ਕਰੀਏ, ਇਹ ਚੰਗੀ ਖੁਰਾਕ ਦਾ ਇੱਕ ਹਿੱਸਾ ਨੇ। ਘੱਟ ਗਰਮ ਖੁਰਾਕ ਤੇ ਸ਼ੱਕਰ ਦੇ ਰੋਗੀਆਂ ਦੀ, ਜਿਹੜੇ ਸ਼ੂਗਰ ਦੇ ਰੋਗੀ ਆ, ਇਹਨਾਂ ਵਾਸਤੇ ਬੜੀ ਲਾਹੇਵੰਦ ਹੁੰਦੀ ਆ। ਕੈਲਸ਼ੀਅਮ ਤੇ ਦੰਦਾਂ ਦੀ ਜਿਹੜੀ ਆ ਸਾਡੇ ਕੈਲਸ਼ੀਅਮ ਬਣਾਉਣ ਤੇ ਬੜੀ ਫਾਇਦੇਮੰਦ ਹੁੰਦੀ ਆ। ਸੋ ਇਹ ਜਿਹੜਾ ਇਹਦੇ ਕਾਫੀ ਜਿਹੜੇ ਫਾਇਦੇ ਸਾਨੂੰ ਮਿਲਦੇ ਆ। ਸਾਨੂੰ ਇਹਦੀ ਜਿਹੜੀ ਕਾਸ਼ਤ ਆ ਪੰਜਾਬ ਦੇ ਵਿੱਚ, ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਨੂੰ ਸਿਫਾਰਿਸ਼ ਦਿੱਤੀ ਆ, ਜਿਹਨੂੰ ਅੱਗੇ ਬਾਗਬਾਨੀ ਵਿਭਾਗ ਅੱਗੇ ਲੈ ਕੇ ਜਾਂਦਾ। ਸੋ ਦੋ ਮਾਧਿਅਮ ਨੇ ਸਾਡੇ ਖੋਜ ਕਰਨ ਦੀ। ਜਿਹੜੀ ਸਾਡੀ ਸੰਸਥਾ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ, ਤੇ ਬਾਗਬਾਨੀ ਫਸਲਾਂ ਨੂੰ ਅੱਗੇ ਵਧਾਉਣ ਦਾ ਜਿਹੜਾ ਕੰਮ ਕਰਦੀ ਹੈ ਉਹ ਬਾਗਬਾਨੀ ਵਿਭਾਗ ਹੈ। ਸੋ ਇਹਦੇ ਵਿੱਚ ਜਿਹੜਾ ਵਾ ਸਾਨੂੰ ਬੜਾ ਵਧੀਆ ਇਹਨਾਂ ਨੇ 5 ਤਰ੍ਹਾਂ ਦੀਆਂ ਜਿਹੜੀਆਂ 5 ਕਿਸਮਾਂ ਵਾ ਇਹਦੀਆਂ ਜਿਹੜੀਆਂ ਸਾਨੂੰ ਦਿੱਤੀਆਂ ਨੇ। ਇਹਦੇ ਵਿੱਚ ਪਰਾਲੀ ਵਾਲੀ ਖੁੰਬ ਹੈ, ਬਿਲਕੀ ਖੁੰਬ ਹੈ, ਬਟਨ ਖੁੰਬ ਹੈ, ਢੀਗਰੀ ਖੁੰਬ ਹੈ ਤੇ ਸ਼ਟਾਕੀ ਖੁੰਬ ਹੈ। ਇਹ 5 ਕਿਸਮਾਂ ਨੇ। ਭਾਵੇਂ ਕਿ ਜੇ ਇਹਨਾਂ ਦੀ ਸਾਰਾ ਸਾਲ ਪੈਦਾਵਾਰ ਕਰਨੀ ਹੋਵੇ ਕੁਝ ਕਿਸਮਾਂ ਦੀ, ਆਪਾਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਜਾਂ ਹੋਰ ਭਾਰਤ ਦੇ ਹੋਰ ਹਿੱਸਿਆਂ ਦੀ ਗੱਲ ਕਰੀਏ, ਤੇ ਉੱਥੇ ਸਾਨੂੰ ਤਾਪਮਾਨ ਦੇ ਵਿੱਚ ਵਾਧਾ ਘਾਟਾ ਕਰਨਾ ਪੈਂਦਾ। ਸਾਨੂੰ ਵਾਤਾਨੁਕੂਲਿਤ ਜਾਂ ਗਰਮ ਜਿਹੜਾ ਤਾਪਮਾਨ ਦੇਣ ਦੀ ਜ਼ਰੂਰਤ ਪੈਂਦੀ ਆ। ਪਰ ਆਪਾਂ ਬੜੇ ਵਡਭਾਗੀ ਆ ਕਿ ਪੰਜਾਬ ਦਾ ਪੌਣ ਪਾਣੀ ਇਹੋ ਜਿਹਾ, ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਖੋਜਾਂ ਇਸ ਤਰ੍ਹਾਂ ਦੀਆਂ ਕੀਤੀਆਂ, ਇਹੋ ਜਿਹਾ ਪ੍ਰੋਗਰਾਮ ਬਣਾਇਆ ਕਿ ਇਹਨਾਂ ਜਿਹੜੀ 5 ਜਿਹੜੀਆਂ ਮੈਂ ਕਿਸਮਾਂ ਦੀ ਗੱਲ ਕੀਤੀ ਆ, ਇਹਨਾਂ 5 ਦੀ ਆਪਾਂ ਜਿਹੜੀ ਕਾਸ਼ਤ ਆ ਸਾਰਾ ਸਾਲ ਬਿਨਾਂ ਤਾਪਮਾਨ ਦੇ ਵਿੱਚ ਹੇਰ ਫੇਰ ਕੀਤਿਆਂ। ਭਾਵ ਸਾਨੂੰ ਕੋਈ ਖਰਚਾ ਵਾਧੂ ਨਹੀਂ ਕਰਨਾ ਪੈਂਦਾ। ਕੁਦਰਤ ਨੇ ਜੋ ਸਾਨੂੰ ਤਾਪਮਾਨ ਦਿੱਤਾ ਉਹਦੇ ਵਿੱਚ ਜੇ ਆਪਾਂ ਇਹਦਾ ਪ੍ਰੋਗਰਾਮ ਬਣਾਈਏ ਤੇ ਸਾਡੀ ਜਿਹੜੀ ਆ ਇਹ ਕਾਸ਼ਤ ਜਿਹੜੀ ਆ ਆਪਾਂ ਇਹਨਾਂ ਖੁੰਬਾਂ ਦੀ ਜਿਹੜੀ ਆ ਉਹ ਸਾਰਾ ਸਾਲ ਬੜੀ ਵਧੀਆ ਤਰੀਕੇ ਦੇ ਨਾਲ ਕਰ ਸਕਦੇ। ਸੋ ਆਓ ਕੀ ਤਰੀਕਾ ਵਾ ਉਹਦੇ ਆਪਾਂ ਬਾਅਦ ਚ ਗੱਲ ਕਰਾਂਗੇ। ਪਹਿਲਾਂ ਉਹ ਸਾਰਾ ਸਾਲ ਜਿਹੜੀਆਂ 5 ਕਿਸਮਾਂ ਜਿਹੜੀਆਂ ਕਦੋਂ ਕਦੋਂ ਲਾਈਆਂ ਜਾ ਸਕਦੀਆਂ, ਇਹਦੇ ਬਾਰੇ ਆਪਾਂ ਸੰਖੇਪ ਰੂਪ ਦੇ ਵਿੱਚ ਗੱਲ ਕਰ ਲਈਏ। ਫਿਰ ਹੁਣ ਜਿਹੜੀ ਇਸ ਸਮੇਂ ਤੇ ਜਿਹੜੀ ਲੱਗ ਰਹੀ ਹੈ ਉਹਦੀ ਆਪਾਂ ਵਿਸਥਾਰ ਦੇ ਵਿੱਚ ਗੱਲ ਕਰਾਂਗੇ। ਕਿ ਸਭ ਤੋਂ ਪਹਿਲਾਂ ਪਰਾਲੀ ਵਾਲੀ ਖੁੰਬ, ਹੁਣ ਜਿਹਦਾ ਸਮਾਂ ਚੱਲ ਰਿਹਾ। ਸੋ ਇਹਦੇ ਵਿੱਚ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਇਹਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰਾਲੀ ਵਾਲੀ ਖੁੰਬ ਦੀ। ਇਹਦੀਆਂ ਅਸੀਂ 4 ਫਸਲਾਂ ਲੈ ਸਕਦੇ ਹਾਂ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ, ਵੱਖ-ਵੱਖ ਸਮਿਆਂ ਤੇ ਬੀਜ ਕੇ ਇਹਦੀਆਂ 4 ਫਸਲਾਂ ਆਪਾਂ ਲੈ ਸਕਦੇ ਹਾਂ। ਸੋ ਜੇ ਗੱਲ ਕਰੀਏ ਮਿਲਕੀ ਖੁੰਬ, ਜੇ ਉਹਦੀਆਂ ਆਪਾਂ 3 ਫਸਲਾਂ ਲੈ ਸਕਦੇ ਹਾਂ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ। ਮਿਲਕੀ ਖੁੰਬ ਤੇ ਪਰਾਲੀ ਵਾਲੀ ਖੁੰਬ ਇਹ ਨਾਲ ਇੱਕੋ ਹੀ ਸਮਾਂ ਇਹਨਾਂ ਦਾ ਚੱਲਣ ਦਾ। ਇਹ ਸਾਰਾ ਸਾਡੇ ਕੋਲ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਇਹਨਾਂ ਦੋਵਾਂ ਜਿਹੜੀ ਕਿਸਮਾਂ ਦੀ ਕਾਸ਼ਤ ਕਰ ਸਕਦੇ ਹਾਂ। ਸੋ ਤੀਸਰੀ ਆ ਜਾਂਦੀ ਹੈ ਸਾਡੀ ਬਟਨ ਖੁੰਬ, ਜਿਹੜੀ ਜ਼ਿਆਦਾ ਪ੍ਰਚਲਿਤ ਹੈ, ਜਿਸ ਨੂੰ ਆਪਾਂ ਜ਼ਿਆਦਾ ਦੇਖਦੇ ਹਾਂ, ਉਹ ਹੈ ਬਟਨ ਖੁੰਬ, ਜਿਸ ਨੂੰ ਆਪਾਂ ਇਹ ਜਿਹੜੀ ਆਪਾਂ ਗੋਲ ਜਾਂ ਟੋਪੀ ਵਾਲੀ ਜਿਹੜੀ ਖੁੰਬ ਆ, ਜਿਹਦੀ ਜ਼ਿਆਦਾ ਪ੍ਰਚਲਿਤ ਸਾਡੇ ਇਹ ਆ, ਇਹਦੀ ਆਪਾਂ ਕਾਸ਼ਤ ਕਰਦੇ ਹਾਂ। ਇਹ ਵੀ ਆਪਾਂ ਲੈ ਸਕਦੇ ਹਾਂ। ਇਹਦਾ ਜਿਹੜਾ ਸਮਾਂ ਵਾ, ਇਹਦੀਆਂ 2 ਫਸਲਾਂ ਲੈ ਸਕਦੇ ਹਾਂ ਅੱਗੇ ਸਰਦੀਆਂ ਦੇ ਵਿੱਚ, ਕਿਉਂਕਿ ਇਹਦਾ ਤਾਪਮਾਨ ਸਰਦੀਆਂ ਨਾਲ ਬੜਾ ਢੁਕਵਾਂ ਹੁੰਦਾ। ਤੇ ਇਹਨੂੰ ਆਪਾਂ ਸਤੰਬਰ ਤੋਂ ਲੈ ਕੇ ਮਾਰਚ ਤੱਕ ਇਹਦੀ ਕਾਸ਼ਤ ਬੜੇ ਵਧੀਆ ਤਰੀਕੇ ਦੇ ਨਾਲ 2 ਫਸਲਾਂ ਆਪਾਂ ਲੈ ਸਕਦੇ ਹਾਂ। ਸੋ ਇੱਕ ਚੌਥੀ ਖੁੰਬ ਆ ਜਾਂਦੀ ਹੈ ਢੀਂਗਰੀ ਖੁੰਬ। ਉਹ ਜਿਹੜੀ ਹੈ ਇਹ ਜਿਹੜੀ ਹੈ ਸ਼ਕਲ ਢੀਂਗਰੀ ਖੁੰਬ, ਇਹ ਬਟਨ ਵਾਂਗੂ ਗੋਲ ਤੇ ਨਹੀਂ ਹੁੰਦੀ, ਪਰ ਇਹਦੀ ਜਿਹੜੀ ਸ਼ਕਲ ਹੈ ਪੱਤਿਆਂ ਵਰਗੀ ਉਗੜ ਦੁਗੜੀ ਸ਼ਕਲ ਇਹਦੀ, ਜਿਸ ਤਰ੍ਹਾਂ ਆਪਣਾ ਪੰਜਾ ਵਾ ਇਸ ਤਰ੍ਹਾਂ ਦੀ ਇਹਦੀ ਸ਼ਕਲ ਹੁੰਦੀ ਹੈ। ਪਰ ਇਹਦੇ 'ਚ ਮੈਂ ਇਹ ਗੱਲ ਕਰਦਿਆਂ ਕਿ ਭਾਵੇਂ ਖੁੰਬ ਕੋਈ ਵੀ ਆ, ਜਿਹੜੀ ਵੀ ਆਪਾਂ ਗੱਲ ਕਰ ਰਹੇ ਹਾਂ, ਤਿੰਨਾਂ ਦੀ ਆਪਾਂ ਚੌਥੀ ਦੀ ਗੱਲ ਕਰ ਰਹੇ ਹਾਂ ਢੀਂਗਰੀ ਦੀ, ਇਹਨਾਂ ਦੇ ਵਿੱਚ ਖੁਰਾਕੀ ਤੱਤ ਇੱਕੋ ਜਿਹੇ ਨੇ। ਸੋ ਇਹ ਜਿਹੜੀਆਂ 4 ਕਿਸਮਾਂ ਨੇ, ਇਹਨਾਂ ਦੀ ਜ਼ਿਆਦਾ ਵੱਡੇ ਪੱਧਰ ਤੇ ਆਪਾਂ ਜਿਹੜੀ ਕਾਸ਼ਤ ਕਰ ਸਕਦੇ ਹਾਂ। ਦੇਖੋ ਸਾਡੇ ਕੋਲ ਗਰਮੀਆਂ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਆਪਾਂ ਗਰਮੀਆਂ ਦੀਆਂ 2 ਕਿਸਮਾਂ ਕਰ ਲਈਆਂ, ਜਿਹਦੇ ਵਿੱਚ ਪਰਾਲੀ ਵਾਲੀ ਖੁੰਬ ਤੇ ਮਿਲਕੀ ਖੁੰਬ ਹੋ ਗਈ। ਤੇ ਜਦੋਂ ਸਰਦੀ ਆਉਂਦੀ ਹੈ ਸਤੰਬਰ ਤੋਂ ਲੈ ਕੇ ਮਾਰਚ ਤੱਕ ਸਾਡਾ ਜਿਹੜਾ ਸੀਜ਼ਨ ਆ, ਉਹਦੇ ਵਿੱਚ ਆਪਾਂ 2 ਕਿਸਮਾਂ ਹੋਰ ਬਟਨ ਖੁੰਬ ਤੇ ਢੀਂਗਰੀ ਖੁੰਬ, ਜਿਹਦੀ ਮੈਂ ਤੁਹਾਨੂੰ ਫੋਟੋ ਵਿਖਾਈ ਆ, ਇਹਨਾਂ ਦੋਵਾਂ ਦੀ ਆਪਾਂ ਕਰ ਸਕਦੇ ਹਾਂ। ਸੋ ਇਸ ਤੋਂ ਇਲਾਵਾ ਇੱਕ 5ਵੀਂ ਕਿਸਮ ਹੈ ਸ਼ਟਾਕੀ ਖੁੰਬ। ਇਹ ਵੀ ਬੜੀ ਗੁਣਾਂ ਦੀ ਗੁਥਲੀ ਹੈ। ਇਹਦੇ ਵੀ ਜਿਹੜੀ ਕਾਸ਼ਤ ਹੁਣ ਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸ਼ੁਰੂਆਤ ਕੀਤੀ ਹੈ, ਪਰ ਇੰਨੀ ਪ੍ਰਚਲਿਤ ਨਹੀਂ। ਉਹਦੀ ਇੱਕ ਫਸਲ ਆਪਾਂ ਸਤੰਬਰ ਤੋਂ ਲੈ ਕੇ ਮਾਰਚ ਤੱਕ ਲੈ ਸਕਦੇ ਹਾਂ। ਇਹਦੀ ਜਿਹੜੀ ਆ ਸ਼ਟਾਕੀ ਖੁੰਬ ਆ, ਇਹਦੀ ਮੈਡੀਸਿਨਲ ਵੈਲਿਊ ਜਿਹੜੀ ਆ, ਜਿਹੜੀ ਦਵਾਈਆਂ ਵਾਲੀ ਦੇ ਵਿੱਚ ਵਰਤੋਂ ਹੁੰਦੀ ਹੈ, ਜ਼ਿਆਦਾ ਸਿੱਧੀ ਤੌਰ ਤੇ ਦਵਾਈਆਂ 'ਚ ਇਹ ਵਰਤੀ ਜਾਂਦੀ ਆ। ਸੋ ਇਹ ਜਿਹੜੀ ਕਿਸਮ ਆ ਇਹ ਬੜੀ ਬਹੁਤ ਵਧੀਆ ਵਾ। ਇਹ ਤਾਂ 5 ਕਿਸਮਾਂ ਦੀ ਆਪਾਂ ਜੇ
ਸਾਰਾ ਸਾਲ ਜੇ ਕਾਸ਼ਤ ਕਰੀਏ ਤੇ ਇੱਕ ਵਧੀਆ ਰੁਜ਼ਗਾਰ ਦਾ ਸਾਧਨ ਜਿਹੜਾ ਸਾਡੇ ਨੌਜਵਾਨ ਵੀਰ ਬੇਜ਼ਮੀਨੇ ਕਾਸ਼ਤਕਾਰ ਇਹਦੇ ਤੋਂ ਲੈ ਸਕਦੇ। ਸੋ ਹੁਣ ਆਪਾਂ ਵਾਰੀ-ਵਾਰੀ ਜੇ ਗੱਲ ਕਰਦੇ ਹਾਂ ਤੇ ਆਪਾਂ ਸਭ ਤੋਂ ਪਹਿਲਾਂ ਪਰਾਲੀ ਵਾਲੀ ਖੁੰਬ ਜਿਹੜੀ ਆ ਉਹਦੀ ਗੱਲ ਕਰਾਂਗੇ ਕਿ ਜਿਹੜੀ ਸਾਡੀ ਪਰਾਲੀ ਵਾਲੀ ਖੁੰਬ ਹੈ ਇਹਦੀ ਸਾਡਾ ਇਸ ਵੇਲੇ ਜਿਹੜਾ ਮੌਕਾ ਵਾ ਹੁਣ ਜਿਹੜਾ ਚੱਲ ਰਿਹਾ ਮੌਸਮ ਇਹਦੇ ਵਿੱਚ ਸਾਨੂੰ ਸਭ ਤੋਂ ਜਿਹੜੀ ਮੁੱਢਲੀ ਲੋੜ ਹੁੰਦੀ ਹੈ ਉਹ ਹੈ ਪਰਾਲੀ ਦੀ। ਇੱਕ ਇਹਦੇ ਵਿੱਚ ਸ਼ੁਰੂਆਤ 'ਚ ਹੀ ਮੈਂ ਗੱਲ ਕਰਦੇ ਹਾਂ ਇਹਦਾ ਜਿਹੜਾ ਬੀਜ ਹੈ ਬੜਾ ਸਪੈਸ਼ਲ ਕਿਸਮ ਦਾ ਹੁੰਦਾ ਖੁੰਬਾਂ ਦਾ, ਤਾਂ ਉਹਦੇ ਤੇ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਕਿ ਆਮ ਬੀਜ ਨਹੀਂ ਹੁੰਦਾ ਕਿ ਅਸੀਂ ਦੁਕਾਨ ਤੇ ਜਾਈਏ ਤੇ ਸਾਨੂੰ ਜਾ ਕੇ ਕਹੀਏ ਖੁੰਬਾਂ ਦਾ ਬੀਜ ਦੇ ਦਿਓ, ਜਾਂ ਕਿਸੇ ਵੇਲੇ ਵੀ ਸਾਡੇ ਬਾਗਬਾਨੀ ਵਿਭਾਗ ਕੋਲ ਜਾਂ ਖੇਤੀਬਾੜੀ ਯੂਨੀਵਰਸਿਟੀ ਕੋਲ ਜਾਈਏ ਤੇ ਉਸੇ ਵੇਲੇ ਇਹਦਾ ਬੀਜ ਨਹੀਂ ਆਪਾਂ ਨੂੰ ਮਿਲ ਸਕਦਾ। ਇਸ ਵਾਸਤੇ ਸਾਨੂੰ ਜਿਹੜਾ ਵਾ ਪਹਿਲਾਂ ਅਗਾਊਂ ਬੁਕਿੰਗ ਕਰਾਉਣੀ ਪੈਂਦੀ ਆ, ਕਿਉਂਕਿ ਇਹਦਾ ਬੀਜ ਜਿਹੜਾ ਬੜੀ ਵਿਸ਼ੇਸ਼ ਇੱਕ ਤਕਨੀਕ ਦੇ ਨਾਲ ਲੈਬੋਰਟਰੀ ਦੇ ਵਿੱਚ ਪੈਦਾ ਹੁੰਦਾ ਤੇ ਇਹਨੂੰ ਆਪਾਂ 20-25 ਦਿਨ 15 ਤੋਂ 20 ਦਿਨ ਜਿਹੜੇ ਆ ਉਹਦੇ ਲੱਗ ਜਾਂਦੇ ਆ। ਇਸ ਕਰਕੇ ਇਹ ਜਿਹੜਾ ਬੀਜ ਆ ਇੱਕਦਮ ਨਹੀਂ ਮਿਲਦਾ, ਸਾਨੂੰ ਪਹਿਲਾਂ ਜਿਹੜਾ ਵਾ ਵਿਭਾਗ ਦੇ ਨਾਲ ਜਾਂ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਕੇ ਜਦੋਂ ਵੀ ਇਹਦੀ ਕਾਸ਼ਤ ਕਰਨੀ ਹੋਵੇ ਸਾਨੂੰ ਉਹ ਇੱਕ ਵੱਖਰਾ ਪ੍ਰੋਸੀਜਰ ਆ, ਉਹਦੇ ਤੇ ਆਪਾਂ ਨਹੀਂ ਜਾਵਾਂਗੇ ਅੱਜ ਕਿ ਉਹ ਬੀਜ ਕਿਸ ਤਰ੍ਹਾਂ ਪੈਦਾ ਕਰਦੇ ਆ। ਬੀਜ ਪੈਦਾ ਕਰਕੇ ਵੀ ਇੱਕ ਆਪਾਂ ਰੁਜ਼ਗਾਰ ਦਾ ਸਾਧਨ ਪੈਦਾ ਕਰ ਸਕਦੇ ਹਾਂ, ਉਹਦੇ ਤੇ ਵੱਖਰਾ ਵਿਸ਼ਾ ਵਾ, ਉਹਦੇ ਤੇ ਫਿਰ ਗੱਲ ਹੋ ਸਕਦੀ ਹੈ। ਸੋ ਅੱਜ ਆਪਾਂ ਇਹਦੀ ਕਾਸ਼ਤ ਬਾਰੇ ਗੱਲ ਕਰਨੀ ਆ। ਸੋ ਆਪਾਂ ਗੱਲ ਕਰ ਰਹੇ ਸੀ ਪਰਾਲੀ ਵਾਲੀ ਖੁੰਬ ਦੀ। ਇਹਦੇ ਵਿੱਚ ਸਾਡੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਹੈ ਪਰਾਲੀ ਜਿਹੜੀ ਆਪਾਂ ਜਿਹੜੀ ਖੇਤਾਂ 'ਚੋਂ ਲੈਣੀ ਹੈ, ਝੋਨੇ ਦੀ ਪਰਾਲੀ, ਤੇ ਦੂਸਰਾ ਹੈ ਸਾਡਾ ਪਲਾਸਟਿਕ ਦੇ ਇਹਦੇ 'ਚ ਬਾਂਸ ਦੇ ਡੰਡੇ, ਸੇਬੇ ਤੇ ਸਪਾਨ ਤੇ ਪਾਣੀ। ਇਹ 5 ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਇਹ ਤੋਂ ਇਲਾਵਾ 6ਵੀਂ ਚੀਜ਼ ਦੀ 6ਵਾਂ ਹੈ ਸਾਡਾ ਕਮਰਾ ਜਿਹਦੇ ਵਿੱਚ ਆਪਾਂ ਇਸਦੀ ਕਾਸ਼ਤ ਕਰਨੀ। ਸੋ ਇਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ, ਜਿਹੜੀ ਪਰਾਲੀ ਆ ਉਹ ਬੜੀ ਸਾਫ਼ ਸੁਥਰੀ ਤੇ ਸੰਭਾਲੀ ਹੋਈ ਹੋਣੀ ਚਾਹੀਦੀ ਆ। ਮੀਂਹ ਦੀ ਭਿੱਜੀ ਪਰਾਲੀ ਆਪਾਂ ਕਦੇ ਵੀ ਕੋਈ ਵੀ ਆਪਾਂ ਜਦੋਂ ਆਪਾਂ ਖੁੰਬਾਂ ਦੀ ਕਾਸ਼ਤ ਦੀ ਗੱਲ ਕਰਦੇ ਹਾਂ ਇਹਦੇ 'ਚ ਅੱਗੇ ਜਾ ਕੇ ਆਪਾਂ ਜਦੋਂ ਬਟਨ ਖੁੰਬ ਦੀ ਗੱਲ ਕਰਾਂਗੇ, ਤੂੜੀ ਦੀ ਗੱਲ ਕਰਾਂਗੇ, ਭਾਵ ਕਿ ਜਿਹੜਾ ਉਹਦਾ ਮੁੱਢਲਾ ਮਟੀਰੀਅਲ ਹੈ, ਰਾ ਮਟੀਰੀਅਲ ਹੈ ਜਿਹਨੂੰ ਆਪਾਂ ਕਹਿ ਸਕਦੇ, ਜਿਹਦੇ ਵਿੱਚ ਉਹ ਖੁੰਬ ਪੈਦਾ ਹੋਣੀ ਆ, ਖੁੰਬ ਦੀ ਕਿਸਮ ਪੈਦਾ ਹੋਣੀ ਆ, ਉਹ ਜਿਹੜਾ ਵਾ ਬੜਾ ਸਾਫ਼ ਸੁਥਰਾ ਤੇ ਜਿਹੜੀ ਪਰਾਲੀ ਆ ਉਹ ਭਿੱਜੀ ਦੀ ਹੋਣੀ ਚਾਹੀਦੀ। ਇਸ ਕਰਕੇ ਜਦੋਂ ਵੀ ਆਪਾਂ ਪਰਾਲੀ ਜਦੋਂ ਸਾਡੇ ਕੋਲ ਝੋਨੇ ਤੋਂ ਬਾਅਦ ਅਕਤੂਬਰ ਦੇ ਵਿੱਚ ਆਪਾਂ ਪਰਾਲੀ ਸਾਂਭਣੀ ਆ, ਉਦੋਂ ਹੀ ਆਪਾਂ ਨੂੰ ਇਹਦੇ ਜਿਹੜੇ ਆ ਕਿਲੋ ਦੇ ਪੂਲੇ ਬਣਾ ਕੇ 1-1 ਕਿਲੋ ਦੇ ਪਰਾਲੀ ਦੇ ਪੂਲੇ ਬਣਾ ਕੇ ਉਹਦੇ ਸਿਰੇ ਕੱਟ ਕੇ ਬਰਾਬਰ ਦੇ 1 ਤੋਂ 1.25 ਫੁੱਟ ਦੇ ਲੰਬੇ ਏਡੇ ਪੂਲੇ ਕਿਲੋ ਦੇ ਦੋਵਾਂ ਸਾਈਡਾਂ ਤੋਂ ਸੇਬਿਆਂ ਨਾਲ ਬੰਨ੍ਹ ਕੇ ਸਾਨੂੰ ਇੱਕ ਜਿਹੜੀ ਆ ਸੁਰੱਖਿਅਤ ਥਾਂ ਦੇ ਉੱਤੇ ਸ਼ੈੱਡ ਦੇ ਵਿੱਚ ਰੱਖ ਲੈਣੇ ਚਾਹੀਦੇ ਆ, ਤਾਂ ਕਿ ਜਦੋਂ ਇਹਦਾ ਸਮਾਂ ਆਉਂਦਾ ਅਪ੍ਰੈਲ, ਮਈ, ਜੂਨ, ਜੁਲਾਈ ਜਦੋਂ ਆਪਾਂ ਇਹਦੀ ਕਾਸ਼ਤ ਕਰਨੀ ਆ, ਸੋ ਆਪਾਂ ਜਿਹੜੇ ਪੂਲੇ ਆ ਉਹ ਲੈ ਕੇ ਜਿਹੜੇ ਆ ਆਪਾਂ ਉਹਨਾਂ ਨੂੰ ਵਰਤ ਸਕੀਏ। ਇਹਦੇ ਵਾਸਤੇ ਸਾਨੂੰ ਜਿਹੜੇ ਜਿਸ ਤਰ੍ਹਾਂ ਮੈਂ ਦੱਸਿਆ ਇੱਕ ਸਟੈਕ ਲਾਉਣ ਵਾਸਤੇ, ਇੱਕ ਢੇਰ ਲਾਉਣ ਵਾਸਤੇ 25 ਕੁ ਪੂਲਿਆਂ ਦੀ ਜ਼ਰੂਰਤ ਹੁੰਦੀ ਆ। ਸੋ ਆਪਾਂ ਕੀ ਕਰਨਾ ਕਿ ਇੱਟਾਂ 4 ਰੱਖ ਕੇ 2-2 ਫੁੱਟ ਦੇ ਫਾਸਲੇ ਤੇ ਉਹਦੇ ਉੱਤੇ 3 ਫੁੱਟ ਜਿਹੜੀਆਂ ਲੰਬੀਆਂ ਬਾਂਸ ਦੀਆਂ ਜਾਂ ਸਿੱਧੀਆਂ ਸੋਟੀਆਂ ਰੱਖ ਦੇਣੀਆਂ, 2 ਸੋਟੀਆਂ ਰੱਖ ਦੇਣੀਆਂ। ਉਹਦੇ ਉੱਤੇ ਆਪਾਂ ਨੂੰ ਦੂਜੇ ਲੰਬੇ ਦਾ ਜਿਹੜੇ ਆ 5 ਪੂਲੇ ਰੱਖ ਦੇਣੇ। ਪਹਿਲਾਂ ਜਿਹੜੇ ਪੂਲੇ ਆ ਇਹਨਾਂ ਨੂੰ ਆਪਾਂ ਨੂੰ ਸ਼ਾਮ ਨੂੰ ਆਪਾਂ 16 ਘੰਟੇ ਪਾਣੀ ਦੇ ਵਿੱਚ ਭਿੱਜੇ ਰੱਖਣਾ। ਸੋ ਭਿਉਂ ਕੇ ਜਦੋਂ ਉਹਨਾਂ ਦੇ ਵਿੱਚ ਨਮੀ ਆ ਜਾਂਦੀ ਅਗਲੇ ਦਿਨ 60-70% ਨਮੀ ਆ ਜਾਂਦੀ ਆ, ਜੇ ਇਹ ਤੋਂ ਜ਼ਿਆਦਾ ਨਮੀ ਆ ਤੇ ਪੂਲਿਆਂ ਨੂੰ ਟੇਢੀ ਥਾਂ ਤੇ ਰੱਖ ਦਿਓ ਤਾਂ ਕਿ ਪਾਣੀ ਸਾਰਾ ਜਿਹੜਾ ਉਹਦਾ ਨੁੱਚੜ ਜੇ। ਤੇ ਜੇ ਸਾਡੇ ਕੋਲ ਪਾਣੀ ਉਹ 'ਚ ਨਮੀ ਦੀ ਮਾਤਰਾ ਆਪਾਂ ਨੂੰ ਘੱਟ ਲੱਗਦੀ ਆ ਤੇ ਫਿਰ ਪਾਣੀ ਦਾ ਤਰੌਂਕਾ ਦੇ ਕੇ ਆਪਾਂ ਨਮੀ ਪੂਰੀ ਕਰ ਸਕਦੇ। ਸੋ ਉਹ ਜਿਹੜੇ ਆ 5 ਪੂਲੇ ਆਪਾਂ ਨੂੰ ਨਾਲ ਜੋੜ ਕੇ ਪਹਿਲੀ ਤੈਅ ਜਿਹੜੀ ਸੋਟੀਆਂ ਦੇ ਉੱਤੇ ਰੱਖ ਦੇਣੀ ਚਾਹੀਦੀ, ਜ਼ਮੀਨ ਤੋਂ 5-6 ਇੰਚ ਉੱਚੀ, ਉਹਦੇ ਉੱਤੇ ਰੱਖ ਕੇ ਉਹਦੇ ਵਿੱਚ ਸਾਨੂੰ ਫਿਰ ਜਿਹੜਾ ਵਾ ਸਪਾਨ ਬੀਜ ਜਿਹੜਾ ਹੁੰਦਾ ਵਾ ਉਹ ਕਿਨਾਰਿਆਂ ਦੇ ਉੱਤੇ ਖਿਲਾਰ ਦੇਣਾ ਚਾਹੀਦਾ, ਤੇ ਵਿੱਚ ਵੀ ਥੋੜਾ ਜਿਹਾ ਖਿਲਾਰ ਦੇਣਾ ਚਾਹੀਦਾ, ਵਿੱਚ ਜ਼ਿਆਦਾ ਨਹੀਂ ਖਿਲਾਰਨਾ ਚਾਹੀਦਾ। ਕਿਨਾਰਿਆਂ ਦੇ ਉੱਤੇ ਸਾਨੂੰ ਉਹ ਬੀਜ ਖਿਲਾਰ ਕੇ ਪਹਿਲੇ ਆਪਾਂ ਜੇ ਐਸਦਾ ਪੂਲੇ ਲਾਏ ਆ, ਸੋਟੀਆਂ ਆਪਾਂ ਐਸਦਾ ਲਾਈਆਂ ਵਾ, ਉੱਤੇ ਆਪਾਂ ਪੂਲੇ ਰੱਖ ਦੇਣੇ 5 ਇਸ ਤਰ੍ਹਾਂ, ਉੱਤੇ ਬੀਜ ਖਿਲਾਰ ਦੇਣਾ। ਫਿਰ ਦੂਸਰੇ ਪੂਲਿਆਂ ਦੀ ਤੈਅ ਜਿਹੜੀ ਆ ਉਹ ਦੂਸਰੇ ਢੰਗ ਨਾਲ ਲਾਉਣੀ ਆ ਤਾਂ ਕਿ ਇਕਸਾਰ ਜਿਹੜੀ ਆ ਉਹਦੇ ਸਿਰੇ ਇੱਕੇ ਪਾਸੇ ਰਹਿਣ ਤੇ ਜਿਹੜੇ ਆ ਮੁੱਢ ਜਿਹੜੇ ਇੱਕ ਪਾਸੇ ਰਹਿਣ ਪੂਲਿਆਂ ਦੇ, ਜਦੋਂ ਵੀ ਲਾਉਣੇ ਆ ਇਹਦਾ ਖਿਆਲ ਰੱਖਣਾ ਤਾਂ ਕਿ ਜਿਹੜਾ ਬੈੱਡ ਆ ਉਹਦੀ ਇਕਸਾਰਤਾ ਬਣੀ ਰਵੇ, ਉਹਦੇ 'ਚ ਇਹ ਨਾ ਹੋਵੇ ਕਿ ਇੱਕ ਪਾਸੇ ਟੇਢਾ ਜਿਹਾ ਹੋ ਜੇ। ਸੋ ਪਹਿਲੇ ਪੂਲੇ ਜੇ ਆਪਾਂ ਇਸ ਢੰਗ ਨਾਲ ਲਾਏ, ਦੂਜੇ ਪੂਲੇ ਆਪਾਂ ਨੂੰ ਇਸ ਢੰਗ ਨਾਲ ਲਾ ਕੇ
5 ਪੁਲੇ ਰੱਖ ਕੇ ਇਸੇ ਤਰ੍ਹਾਂ ਫਿਰ ਉੱਤੇ ਬੀ ਖਿਲਾਰ ਦੇਣਾ ਚਾਹੀਦਾ ਸਾਈਡਾਂ ਦੇ ਉੱਤੇ, ਫਿਰ ਦੂਜੇ ਸਾਈਡ ਨੂੰ ਪੁਲੇ ਲਾ ਕੇ ਬੀ ਖਿਲਾਰ ਦੇਣਾ। ਇਸ ਤਰ੍ਹਾਂ 4 ਤੈਆਂ ਪੁਲਿਆਂ ਦੀਆਂ ਲਾ ਕੇ ਬੀ ਖਿਲਾਰ ਕੇ 2 ਪੁਲੇ 2 ਪੁਲੇ ਖੋਲ ਕੇ ਉਹਨਾਂ ਨੂੰ ਖੋਲ ਦੇਣਾ ਤੇ ਸਭ ਤੋਂ ਉੱਪਰਲੀ ਤਹਿ ਤੇ ਬੀ ਖਿਲਾਰ ਕੇ ਪੁਲੇ ਜਿਹੜੇ ਖਿਲਾਰ ਦੇਣੇ। ਸੋ ਇਹ ਜਿਹੜਾ ਬੈੱਡ ਆ ਸਾਡਾ ਇੱਕ ਤਿਆਰ ਹੋ ਗਿਆ। ਜੇ ਇਸੇ ਤਰ੍ਹਾਂ ਦਾ ਆਪਾਂ ਦੂਸਰਾ ਬੈੱਡ ਲਾਉਣਾ, ਉਹਨੂੰ 2 ਫੁੱਟ ਦੀ ਦੂਰੀ ਦੇ ਉੱਤੇ ਜਾਂ 1 ਫੁੱਟ ਦੀ ਦੂਰੀ ਦੇ ਉੱਤੇ 2 ਫੁੱਟ ਦੀ ਦੂਰੀ ਦੇ ਉੱਤੇ ਦੂਜਾ ਬੈੱਡ ਲਾ ਦਿੱਤਾ ਜਾਵੇ। ਇਸ ਤਰ੍ਹਾਂ ਹੀ ਤੀਜਾ ਲਾ ਦਿੱਤਾ ਜਾਵੇ ਤਾਂ ਕਿ ਸਾਡਾ ਜਿਹੜਾ ਵਾ ਉਹ 'ਚ ਲੰਘਣ ਦੀ ਵੀ ਜਗ੍ਹਾ ਹੋਵੇ, ਪਾਣੀ ਤਰੌਂਕਣ ਦੀ ਵੀ ਸਾਡੇ ਕੋਲ ਜਗ੍ਹਾ ਮਿਲ ਜੇ ਤੇ ਜਦੋਂ ਪੈਦਾਵਾਰ ਹੋੜਨੀ ਆ ਆਪਾਂ ਤੋੜਨੀ ਆ ਉਹ ਵੀ ਸਾਡੇ ਕੋਲ ਹੋ ਜੇ। ਸੋ ਇਹ ਜਿਹੜਾ ਵਾ, ਕਿਉਂਕਿ ਇਹ ਗਰਮੀਆਂ ਦੀ ਖੁੰਭ ਆ, ਇਹਦੇ 'ਚ 28 ਤੋਂ ਲੈ ਕੇ 38 ਡਿਗਰੀ ਤੱਕ ਟੈਂਪਰੇਚਰ ਜਿਹੜਾ ਸਾਨੂੰ ਇਸ ਵੇਲੇ ਮਿਲ ਜਾਂਦਾ, ਉਹ ਇਹ ਜਿਹੜਾ ਵਾ ਇਹਦੇ 'ਚ ਆਪਾਂ ਇਹਦੀ ਤਿਆਰੀ ਕਰਕੇ ਇਸ ਤਰ੍ਹਾਂ ਰੱਖ ਦੇਣਾ। ਸੋ ਇਹਨੂੰ 2 ਕੁ ਦਿਨ ਤੇ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ। ਬਾਅਦ ਦੇ ਵਿੱਚ ਇਹਨੂੰ ਪਾਣੀ ਦਾ ਤਰੌਂਕਾ ਸਪਰੇ ਪੰਪ ਸਾਫ਼ ਲੈ ਕੇ ਉਹਦੇ ਨਾਲ ਆਪਾਂ ਸਪਰੇ ਕਰਨੀ ਹੈ ਪਾਣੀ ਦੀ, ਤੇ ਸਾਡੇ ਜਿਹੜੀ ਆ ਅੱਗੇ ਜਿਹੜੀ ਆ 10-12 ਦਿਨ ਦੇ ਵਿੱਚ ਇਹਦੇ ਚੋਂ ਛੋਟੀ ਖੁੰਭ ਤਿਆਰ ਹੋਣੀ ਸ਼ੁਰੂ ਹੋ ਜੂਗੀ, ਜਿਹੜੀ ਕਿ 2-3 ਦਿਨ ਦੇ ਵਿੱਚ ਆਪਣਾ ਪੂਰਾ ਆਕਾਰ ਲੈ ਲੈਂਦੀ ਆ। ਉਹਨੂੰ ਆਪਾਂ ਤੋੜ ਕੇ ਤੇ ਉਹਨੂੰ ਆਪਾਂ ਵਰਤ ਸਕਦੇ ਹਾਂ। ਇਹ ਜਿਹੜੀ ਖੁੰਭ ਆ, ਇਹਦੀ ਜਿਹੜੀ ਆ ਸ਼ੈਲਫ ਲਾਈਫ ਜਾਂ ਇਹਦੀ ਰੱਖਣ ਦੀ ਸਮਰੱਥਾ ਇਹ ਬਹੁਤ ਘੱਟ ਹੁੰਦੀ ਆ। ਇੱਕ ਅੱਧੇ ਦਿਨ ਦੇ ਵਿੱਚ ਹੀ ਇਹਨੂੰ ਆਪਾਂ ਨੂੰ ਵਰਤ ਲੈਣਾ ਚਾਹੀਦਾ ਜਾਂ ਇਹਦਾ ਮੰਡੀਕਰਨ ਉਸੇ ਵੇਲੇ ਤੁਰੰਤ ਸਾਨੂੰ ਕਰ ਦੇਣਾ ਚਾਹੀਦਾ। ਤੇ ਜ਼ਿਆਦਾ ਦਿਨ ਆਪਾਂ ਫ੍ਰਿਜ ਦੇ ਵਿੱਚ ਵੱਧ ਤੋਂ ਵੱਧ 2 ਦਿਨ ਇਹਨੂੰ ਰੱਖ ਸਕਦੇ ਹਾਂ। ਬਾਅਦ ਦੇ ਵਿੱਚ ਇਹਦੀ ਜਿਹੜੀ ਆ ਖਰਾਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਇਹ ਜਿਹੜੀ ਖੁੰਭ ਆ ਸਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਖੁਰਾਕੀ ਮਹੱਤਤਾ ਸਾਰੀਆਂ ਖੁੰਭਾਂ ਦੀ ਇੱਕੋ ਜਿੰਨੀ ਆ, ਤੇ ਇਹ ਜਿਹੜੀ ਆ ਇਹ ਖੁੰਭ ਸਾਨੂੰ ਇੱਕ ਪੂਲੇ ਦੇ ਵਿੱਚੋਂ 2-2.5 ਕਿਲੋ ਜਿਹੜੀ ਸਾਨੂੰ ਜਿਹੜੀ ਆ ਖੁੰਭ ਉਹ ਦੇ ਦਿੰਦੀ ਆ। ਸੋ 2 ਕਿਲੋ ਜੇ ਸਾਨੂੰ ਖੁੰਭ ਮਿਲ ਜਾਂਦੀ ਆ ਤੇ ਖਰਚਾ ਤੁਸੀਂ ਵੇਖ ਲਓ ਪਰਾਲੀ ਦਾ ਕਿੰਨਾ ਗਿਆ, 20-25 ਕਿਲੋ ਪਰਾਲੀ ਆ ਸਾਡੀ, ਤੇ ਸਪਾਨ ਹੈ ਜਿਹੜਾ ਉਹ 52-60 ਰੁਪਏ ਕਿਲੋ ਹੁੰਦਾ। ਸੋ ਇਹਦੇ 'ਚ 10% ਜਿਹੜਾ ਸਪਾਨ ਜਿਹੜਾ ਉਹਦੇ 'ਚ ਪੈਂਦਾ ਵਾ, ਜਿਹੜਾ ਸਾਡੀ ਸੁੱਕੀ ਪਰਾਲੀ ਦੇ ਹਿਸਾਬ ਦੇ ਨਾਲ ਇੱਕ ਬੈੱਡ ਦੇ ਉੱਤੇ 250 ਗ੍ਰਾਮ 300 ਗ੍ਰਾਮ ਦੀ ਜਿਹੜੀ ਆ ਬੀ ਆ ਉਹ ਪੈ ਕੇ ਆਪਾਂ ਜਿਹੜੀ ਇਹਦੀ ਪੈਦਾਵਾਰ ਲੈ ਸਕਦੇ। ਸੋ ਦੂਸਰੀ ਖੁੰਭ ਆ ਜਾਂਦੀ ਹੈ ਇਹਦੇ ਵਿੱਚ ਸਾਡੇ ਕੋਲ ਇਸੇ ਸੀਜ਼ਨ ਦੀ ਮਿਲਕੀ ਖੁੰਭ। ਇਹ ਪਰਾਲੀ ਵਾਲੀ ਖੁੰਭ ਜਿਹੜੀ ਆ ਆਪਾਂ ਬਹੁਤ ਘੱਟ ਵੇਖੀ ਆ। ਸੋ ਇਹਦੀ ਜਿਹੜੀ ਆ ਕਾਸ਼ਤ ਵੀ ਇੰਨੀ ਜ਼ਿਆਦਾ ਪ੍ਰਚਲਿਤ ਨਹੀਂ ਹੋਈ, ਪਰ ਇਹਦੇ ਤੋਂ ਸੁਧਰਿਆ ਹੋਇਆ ਇੱਕ ਤਰੀਕਾ ਜਿਹੜੀ ਆ ਮਿਲਕੀ ਖੁੰਭ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਿਛਲੇ ਕਾਫੀ ਸਮੇਂ ਤੋਂ ਮਕਬੂਲ ਹੋਈ ਆ। ਉਹਦੇ ਵਿੱਚ ਜਿਹੜੀ ਆਮ ਖੁੰਭ ਜਿਹੜੀ ਸਾਡੀ ਹੁੰਦੀ ਆ, ਜਿਹਦੀ ਡੰਡੀ ਬਹੁਤ ਛੋਟੀ ਹੁੰਦੀ, ਤੁਸੀਂ ਦੇਖਿਆ ਜਦੋਂ ਆਪਾਂ ਲੈਂਦੇ ਆ ਉੱਤੇ ਟੋਪੀ ਹੁੰਦੀ ਆ, ਪਰ ਇਹਦੇ ਵਿੱਚ ਜਿਹੜੀ ਮਿਲਕੀ ਖੁੰਭ ਆ ਇਹਦੇ ਵਿੱਚ ਡੰਡੀ ਕਾਫੀ ਵੱਡੀ ਹੁੰਦੀ ਆ। ਤੇ ਇਹਦੇ ਵਿੱਚ ਮੈਂ ਥੋੜੀ ਜਿਹੀ ਇਹਦੀ ਫੋਟੋ ਵਿਖਾ ਦਿਆਂ ਨਾਲ ਦੀ ਨਾਲ ਤੁਹਾਨੂੰ। ਇਹ ਜਿਹੜੀ ਆ ਇਹ ਮਿਲਕੀ ਖੁੰਭ ਹੈ। ਆ ਦੇਖੋ ਇਹਦੀ ਡੰਡੀ ਕਾਫੀ ਲੰਬੀ ਹੁੰਦੀ ਆ, ਉੱਪਰਲੇ ਪਾਸੇ ਜਾ ਕੇ ਇਹਦੀ ਟੋਪੀ ਹੁੰਦੀ। ਸੋ ਇਹ ਸਾਰੀ ਖਾਣਯੋਗ ਹੈ। ਇਹਦੀਆਂ ਕਿ ਡੰਡੀ ਜਿਹੜੀ ਆ ਉਹ ਖਾਣਯੋਗ ਨਹੀਂ ਆ, ਡੰਡੀ ਜਿਹੜੀ ਆ ਉਹ ਵੀ ਆਪਾਂ ਖਾ ਸਕਦੇ ਆ, ਤੇ ਸਾਰੀ ਜਿਹੜੀ ਆ ਇਹਦੀ ਆਪਾਂ ਵਰਤੋਂ ਹੋ ਜਾਂਦੀ ਆ। ਇਸ ਕਰਕੇ ਸਾਨੂੰ ਜਿਹੜੀ ਆ ਇਹਦੇ 'ਚ ਜਿਹੜਾ ਸਾਨੂੰ ਲੋੜੀਂਦਾ ਸਮਾਨ ਹੁੰਦਾ ਵਾ, ਇਹਦੀ ਡੰਡੀ ਤਕਰੀਬਨ 10 ਸੈਂਟੀਮੀਟਰ ਲੰਬੀ ਹੁੰਦੀ ਆ, ਤੇ ਉੱਪਰ ਜਿਹੜਾ ਵਾ ਕਈ ਥਾਵਾਂ ਤੋਂ ਮੋਟੀ ਹੁੰਦੀ, ਕਈ ਥਾਵਾਂ ਤੋਂ ਘੱਟ ਮੋਟੀ ਹੁੰਦੀ ਆ, ਪਰ ਲੰਬਾਈ ਇਹਦੀ 10 ਸੈਂਟੀਮੀਟਰ ਤੱਕ 8-10 ਸੈਂਟੀਮੀਟਰ ਤੱਕ ਹੁੰਦੀ ਹੈ। ਸੋ ਇਹਦੇ 'ਚ ਸਾਨੂੰ ਜਿਹੜਾ ਵਾ ਕੱਚੇ ਮਾਲ ਦੇ ਤੌਰ ਤੇ ਤੂੜੀ ਚਾਹੀਦੀ ਆ, ਗੋਬਰ ਦੀ ਖਾਦ ਚਾਹੀਦੀ ਆ, ਮੋਮੀ ਲਿਫਾਫੇ ਚਾਹੀਦੇ ਆ, ਸਪਾਨ ਜਿਹੜਾ ਖੁੰਭਾਂ ਦਾ ਬੀਜ ਜਿਹਦਾ ਤਕਨੀਕੀ ਸ਼ਬਦ ਸਪਾਨ ਕਹਿ ਦਿੰਦੇ ਆ ਉਹ ਆ, ਜਗ੍ਹਾ ਚਾਹੀਦੀ ਸਾਨੂੰ, ਤੇ ਇੱਕ ਉਬਾਲਣ ਲਈ ਸਾਨੂੰ ਡਰਮ ਚਾਹੀਦਾ ਕਿ ਡਰਮ ਦੇ ਵਿੱਚ ਸਾਰੀ ਤੂੜੀ ਜਿਹੜੀ ਆ ਉਬਾਲਣੀ ਆ। ਸੋ ਸਭ ਤੋਂ ਪਹਿਲਾਂ ਕੀ ਕਰਨੀ ਆ, ਤੂੜੀ ਦੀ ਕਿਸ ਤਰ੍ਹਾਂ ਤਿਆਰੀ ਕਰਨੀ ਹੈ। ਤੂੜੀ ਨੂੰ ਪੱਕੇ ਫਰਸ਼ ਤੇ ਆਪਾਂ ਨੂੰ ਵਿਛਾ ਕੇ ਸਾਫ਼ ਪਾਣੀ ਨਾਲ ਗਿੱਲਾ ਕਰ ਦੇਣਾ ਚਾਹੀਦਾ। 16 ਤੋਂ 20 ਘੰਟੇ ਜਦੋਂ ਗਿੱਲੀ ਰਹਿੰਦੀ ਆ, ਜਿਹਦੇ 'ਚ 70 ਤੋਂ 75% ਨਮੀ ਜਦੋਂ ਆ ਜਾਂਦੀ ਆ, ਤੇ ਇਹਦੇ 'ਚ ਜਦੋਂ ਸੋਖ ਲੈਂਦੀ ਆ, ਫਿਰ ਸਾਨੂੰ ਜਿਹੜੀ ਆ ਬੋਰੀ ਜਿਹੜੀ ਤੂੜੀ ਆ ਉਹਨੂੰ ਆਪਾਂ ਨੂੰ ਬੋਰੀ ਦੇ ਵਿੱਚ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਪਾਣੀ ਦਾ ਇੱਧਰਲੇ ਪਾਸੇ ਵੱਡੇ ਬਰਤਨ ਦੇ ਵਿੱਚ ਸਾਨੂੰ ਕੜਾਹੀ ਦੇ ਵਿੱਚ ਜਾਂ ਹੋਰ ਜਿਹੜਾ ਸਾਡਾ ਪਤੀਲਾ ਬਹੁਤ ਵੱਡਾ ਜਿਹ 'ਚ ਉਹ ਬੋਰਾ ਆ ਸਕਦਾ ਹੋਵੇ, ਉਹਦੇ ਵਿੱਚ ਸਾਨੂੰ ਜਿਹੜਾ ਵਾ ਉਬਲਦੇ ਪਾਣੀ ਦੇ ਵਿੱਚ ਉਹ ਜਿਹੜਾ ਤੂੜੀ ਆ ਉਹਨੂੰ ਰੱਖਣਾ ਵਾ। 40 ਤੋਂ 50 ਮਿੰਟ ਉਬਲਦੇ ਪਾਣੀ ਦੇ ਵਿੱਚ ਉਹਨੂੰ ਉਬਾਲਣਾ ਵਾ, ਤਾਂ ਕਿ ਉਹਦੇ ਜਿਹੜੇ ਅੰਦਰ ਜਿਹੜੇ ਕੀਟਾਣੂ ਰਹਿਤ ਹੋ ਸਕੇ।
ਫਿਰ ਬਾਅਦ ਦੇ ਵਿੱਚ 40-50 ਮਿੰਟ ਬਾਅਦ ਅਸੀਂ ਉਹ ਜਿਹੜਾ ਬੋਰਾ ਬਾਹਰ ਕੱਢ ਲੈਣਾ ਤੇ ਉਹਨੂੰ ਟੇਢੇ ਪਾਣੀ ਤੇ ਟੇਢੇ ਫੱਟੇ ਤੇ ਰੱਖ ਦੇਣਾ ਤਾਂ ਕਿ ਜਿਹੜਾ ਪਾਣੀ ਉਹਦੇ ਵਿੱਚੋਂ ਨੁੱਚੜ ਜਾਏ। ਸੋ ਇਹ ਜਿਹੜੀ ਆ ਉਹਨੂੰ ਬਾਅਦ ਦੇ ਵਿੱਚ ਕੱਢ ਕੇ ਜਿਹੜੀ ਆ ਵਾਧੂ ਪਾਣੀ ਜਦੋਂ ਨਿਕਲ ਜਾਂਦਾ, ਫਿਰ ਤੂੜੀ ਨੂੰ ਆਪਾਂ ਨੂੰ ਪੱਕੇ ਫਰਸ਼ ਦਿੱਤੇ। ਇਹ ਜਦੋਂ ਵੀ ਕੰਮ ਕਰਨਾ, ਮੈਂ ਆਪਾਂ ਜਦੋਂ ਖੁੰਬਾਂ ਦੀ ਗੱਲ ਕਰਦੇ ਹਾਂ, ਇਹਦੇ 'ਚ ਖਿਆਲ ਕਰਨਾ, ਜਦੋਂ ਵੀ ਮੈਂ ਤੂੜੀ ਭਿਉਣ ਦੀ ਗੱਲ ਕਰਾਂ, ਪਰਾਲੀ ਦੀ ਭਿਉਣ ਦੀ ਗੱਲ ਕਰਾਂ, ਇਹਦੇ ਵਿੱਚ ਸਾਨੂੰ ਪੱਕਾ ਫਰਸ਼, ਇੱਟਾਂ ਦਾ ਫਰਸ਼ ਜਾਂ ਮੋਮਜਾਮੇ ਦੀ ਸ਼ੀਟ ਵਿਛਾ ਕੇ ਕੰਮ ਕਰਨਾ ਚਾਹੀਦਾ। ਜਿਹੜੀ ਮਿੱਟੀ ਦੇ ਵਿੱਚ ਇਹਨੂੰ ਕਦੀ ਵੀ ਇਹਦਾ ਕੰਮ ਨਹੀਂ ਕਰਨਾ, ਕਿਉਂਕਿ ਇਹੋ ਜਿਹੀ ਇੱਕ ਸਬਜ਼ੀ ਆ ਜਿਹਦੇ 'ਚ ਮਿੱਟੀ ਦੀ ਕਾਸ਼ਤ ਦੀ, ਮਿੱਟੀ 'ਚ ਲੋੜ ਨਹੀਂ ਪੈਂਦੀ। ਜੇ ਮਿੱਟੀ ਇਹਦੇ ਵਿੱਚ ਰਲੂਗੀ ਉਹਦੇ ਨਾਲ ਇਹ 'ਚ ਖਰਾਬੀ ਆਊਗੀ। ਇਸ ਕਰਕੇ ਸਾਨੂੰ ਜਿਹੜਾ ਵਾ ਇਹ ਸਾਰਾ ਕੰਮ ਜਿਹੜਾ ਵਾ ਪੱਕੇ ਫਰਸ਼ ਦੇ ਉੱਤੇ ਜਾਂ ਇੱਟਾਂ ਦੇ ਫਰਸ਼ ਦੇ ਉੱਤੇ, ਕੋਈ ਵੀ ਇਹੋ ਜਿਹੀ ਸਤ੍ਹਾ ਬਣਾ ਕੇ, ਲੱਕੜ ਦੇ ਫੱਟੇ ਦੇ ਉੱਤੇ ਕਿਤੇ ਵੀ ਆਪਾਂ ਬਣਾ ਸਕਦੇ ਹਾਂ, ਪਰ ਮਿੱਟੀ ਦੇ ਸੰਪਰਕ ਦੇ ਵਿੱਚ ਸਾਨੂੰ ਸਿੱਧਾ ਇਹ ਕੰਮ ਨਹੀਂ ਕਰਨਾ ਚਾਹੀਦਾ, ਤਾਂ ਕਿ ਸਾਡੀ ਜਿਹੜੀ ਆ ਬਾਅਦ ਦੇ ਵਿੱਚ ਇਹਦੇ ਵਿੱਚ ਕੋਈ ਬਿਮਾਰੀ ਨਾ ਆਵੇ। ਇਸ ਕਰਕੇ ਸੋ ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਠੰਡਾ ਕਰ ਲੈਣਾ। ਜਦੋਂ ਠੰਡੀ ਹੋ ਜਾਂਦੀ ਆ, ਫਿਰ ਜਿਹੜੇ ਆਪਾਂ 1 ਫੁੱਟ ਬਾਈ 1.5 ਫੁੱਟ ਦੇ ਲਿਫਾਫੇ ਲਏ ਆ, ਮੋਮੀ ਲਿਫਾਫੇ ਆਪਾਂ ਲੈਣੇ ਆ, ਉਹਦੇ ਵਿੱਚ 2 ਕਿਲੋ ਤਕਰੀਬਨ ਤੂੜੀ ਜਿਹੜੀ ਆ ਉਹ ਪ੍ਰਤੀ ਲਿਫਾਫੇ ਦੇ ਵਿੱਚ ਪਾ ਕੇ ਤੇ ਮਿਲਕੀ ਖੁੰਬ ਦੀ ਜਿਹੜੀ ਆ ਸਪਾਨਿੰਗ ਮਲਟੀ ਲੇਅਰ ਦੇ ਵਿੱਚ, ਕੁਛ ਵਿੱਚ ਲੇਅਰ ਦੇ ਵਿੱਚ ਭਾਵ 2 ਇੰਚ ਤੂੜੀ ਪਾ ਲਈ, ਫਿਰ ਲੇਅਰ ਪਾ ਲਈ, ਫਿਰ ਇਸ ਤਰ੍ਹਾਂ ਪਾ ਕੇ ਆਪਾਂ ਨੂੰ ਵਿੱਚ ਬੀਜ ਪਾ ਲੈਣਾ ਚਾਹੀਦਾ। ਇਹ ਤੋਂ ਇਹਨੂੰ ਚੰਗੀ ਤਰ੍ਹਾਂ ਦੱਬ ਦਿਓ ਉੱਪਰੋਂ ਜਿਹੜਾ ਵਾ। ਫਿਰ ਜਿਹੜਾ ਸਾਨੂੰ ਤਕਰੀਬਨ ਉੱਪਰੋਂ ਜਦੋਂ 3-4 ਲੇਅਰ ਦੇ ਵਿੱਚ 1-2 ਇੰਚ ਦੀ ਲੇਅਰ ਦੇ ਉੱਤੇ ਫਿਰ ਬੀਜ ਪਾ ਦੇਣਾ, ਫਿਰ ਜਿਹੜੀ ਸਾਡੀ ਠੰਡੀ ਹੋਈ ਤੂੜੀ ਆ ਉਹ ਪਾ ਦੇਣੀ 2 ਇੰਚ, ਉਹਦੇ ਉੱਤੇ ਫਿਰ ਬੀਜ ਖਿਲਾਰ ਦੇਣਾ। ਬੀਜ ਖਿਲਾਰਨ ਲੱਗਿਆ ਖੁੰਬਾਂ ਦੇ ਵਿੱਚ ਇੱਕ ਖਿਆਲ ਰੱਖਣਾ ਕਿ ਬੀਜ ਸਾਈਡਾਂ ਤੇ ਹੀ ਖਿਲਾਰਨਾ, ਵਿਚਕਾਰ ਬੀਜ ਪਾਉਣ ਦਾ ਕੋਈ ਫਾਇਦਾ ਨਹੀਂ, ਉਹਦੇ ਵਿੱਚ ਜਰਮੀਨੇਸ਼ਨ ਨਹੀਂ ਹੁੰਦੀ, ਸਾਈਡਾਂ ਤੋਂ ਹੀ ਨਿਕਲਦਾ ਵਾ, ਸਾਈਡਾਂ ਤੋਂ ਜ਼ਿਆਦਾ ਨਿਕਲਦਾ। ਇਸ ਕਰਕੇ ਪਾਸਿਆਂ ਤੇ ਸਾਨੂੰ ਬੀਜ ਖਿਲਾਰਨਾ ਚਾਹੀਦਾ, ਨਾ ਕਿ ਵਿਚਕਾਰ। ਸੋ ਜਦੋਂ ਇਸ ਤਰ੍ਹਾਂ ਆਪਾਂ 3-4 ਲੇਅਰ ਦੇ ਵਿੱਚ ਬੀਜ ਪਾ ਦੇ ਨਾਲ ਤੂੜੀ ਨੂੰ ਨੱਪੀ ਜਾਣਾ ਤੇ ਅਖੀਰਲੀ ਤਹਿ ਦੇ ਉੱਤੇ ਪਾ ਕੇ ਥੋੜੀ ਜਿਹੀ ਉੱਤੇ ਤੂੜੀ ਪਾ ਕੇ ਸਾਨੂੰ ਜਿਹੜਾ ਵਾ ਫਿਰ ਲਿਫਾਫੇ ਦਾ ਮੂੰਹ ਬੰਨ੍ਹ ਦੇ ਰੱਖ ਦੇਣਾ ਚਾਹੀਦਾ। ਇਹ ਵੀ ਬੀਜ ਨੂੰ ਜਿਹੜਾ 10% ਪਾਉਣਾ ਸੁੱਕੀ ਤੂੜੀ ਦੇ ਹਿਸਾਬ ਨਾਲ। ਜੇ 2 ਕਿਲੋ ਆਪਾਂ ਤੂੜੀ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਆਪਾਂ ਨੂੰ ਕਿਉਂਕਿ ਭਾਰੀ ਹੈ 2 ਕਿਲੋ ਤੂੜੀ, ਉਹਦੇ 'ਚ ਪਾਣੀ ਵੀ ਆ, ਇਸ ਕਰਕੇ 100-125 ਗ੍ਰਾਮ ਜਿਹੜਾ ਬੀਜ ਆ ਉਹਦੇ ਵਿੱਚ ਇੱਕ ਲਿਫਾਫੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ। ਉਤੋਂ ਸੇਬੇ ਨਾਲ ਬੰਨ੍ਹ ਕੇ ਤੇ ਥੱਲੇ ਦੇ ਦੋਵੇਂ ਕਿਨਾਰੇ ਉਹਦੇ ਕੱਟ ਕੇ ਇਹਨੂੰ ਸਾਈਡ ਤੇ ਰੱਖ ਦੇਣਾ ਚਾਹੀਦਾ, ਤਾਂ ਕਿ ਜੇ ਵਾਧੂ ਪਾਣੀ ਹੈਗਾ ਉਹ ਨਿਕਲ ਜੇ। ਫਿਰ ਲਿਫਾਫਿਆਂ ਨੂੰ ਸ਼ੈਲਫਾਂ ਤੇ ਰੱਖ ਦੇਣਾ ਚਾਹੀਦਾ ਤੇ 15 ਤੋਂ 20 ਦਿਨ ਦੇ ਵਿੱਚ ਜਿਹੜੇ ਆ ਰੇਸ਼ੇ ਆ ਉਹਦੇ 'ਚ ਤੂੜੀ 'ਚ ਚੰਗੀ ਤਰ੍ਹਾਂ ਫੈਲ ਜਾਂਦੇ ਆ, ਕਿਉਂਕਿ ਲਿਫਾਫਾ ਸਾਡਾ ਪਾਰਦਰਸ਼ੀ ਆ। ਆਪਾਂ ਉਹ 'ਚੋਂ ਦੇਖ ਸਕਦੇ ਆ ਕਿ ਇਹਦੇ 'ਚ ਜਿਹੜਾ ਸਪਾਨ ਜਿਹੜਾ ਬੀਜ ਆ ਉਹਦੇ ਰੇਸ਼ੇ ਚੱਲ ਪਏ ਆ, ਚਿੱਟਾ ਜਿਹਾ ਉੱਲੀ ਜੀ ਸਾਨੂੰ ਸਾਰੇ ਲਿਫਾਫੇ ਦੇ ਆਲੇ ਦੁਆਲੇ ਨਜ਼ਰ ਆਵੇ ਤੇ ਉਦੋਂ ਲਿਫਾਫੇ ਦਾ ਮੂੰਹ ਖੋਲ ਦੇਣਾ ਤੇ ਉਹਦੇ ਉੱਤੇ ਸਾਨੂੰ ਕੇਸਿੰਗ ਮਿੱਟੀ ਪਾਉਣੀ। ਕੇਸਿੰਗ ਮਿੱਟੀ ਕੀ ਆ? ਉਹ ਸਾਨੂੰ ਜਦੋਂ ਆਪਾਂ ਬਿਜਾਈ ਕਰਨੀ ਆ ਉਦੋਂ ਹੀ ਨਾਲ ਕੇਸਿੰਗ ਮਿੱਟੀ ਦੀ ਤਿਆਰੀ ਕਰ ਲੈਣੀ। ਉਹਦੇ 'ਚ 2-3 ਚੀਜ਼ਾਂ ਹੀ ਨੇ। ਉਹ 'ਚ ਗੋਹੇ ਦੀ ਰੂੜੀ ਆ 1 ਸਾਲ ਪੁਰਾਣੀ, ਰੇਤਲੀ ਮਿੱਟੀ ਆ, 4 ਹਿੱਸੇ ਉਹ ਗਲੀ ਸੜੀ ਰੂੜੀ ਪਾਉਣੀ ਆ, 1 ਹਿੱਸਾ ਰੇਤ ਦੀ ਮਿੱਟੀ ਪਾਉਣੀ ਆ। ਇਹਦਾ ਜਿਹੜਾ ਵਾ ਇੱਕ ਮਿਸ਼ਰਣ ਬਣਾ ਕੇ ਸਾਨੂੰ ਫਾਰਮਾਲਿਨ ਦਵਾਈ ਦੇ ਨਾਲ ਸੋਧ ਕੇ ਇੱਕ ਸਾਈਡ ਤੇ ਪਹਿਲੋਂ ਰੱਖ ਲੈਣਾ ਚਾਹੀਦਾ। ਇਹ ਸਾਡੀ ਤਿਆਰੀ ਹੋਈ ਹੋਵੇ, ਜਦੋਂ ਆਪਾਂ 15-20 ਦਿਨ ਦੇ ਬਾਅਦ ਜਦੋਂ ਸਾਡਾ ਉਹ ਚੱਲ ਪੈਂਦਾ, ਉਹਦੇ ਵਿੱਚ 1-1.5 ਇੰਚ ਜਦੋਂ ਲਿਫਾਫਾ ਖੋਲ੍ਹਣਾ, ਪਹਿਲੋਂ ਆਪਾਂ ਲਿਫਾਫਾ ਨਹੀਂ ਖੋਲ੍ਹਣਾ 15-20 ਦਿਨ, ਜਦੋਂ ਆਪਾਂ ਨੂੰ ਦਿਸਦਾ ਕਿ 60-70% ਸਾਡਾ ਲਿਫਾਫਾ ਚਿੱਟਾ ਹੋ ਗਿਆ, ਫਿਰ ਸਾਨੂੰ ਖੋਲ ਕੇ ਲਿਫਾਫੇ ਦਾ ਮੂੰਹ ਸਿਰਫ ਖੋਲ੍ਹਣਾ, ਉਹਦੇ 'ਚ ਲਿਫਾਫਾ ਇਹਦੇ 'ਚ ਕੱਟਣਾ ਨਹੀਂ ਆ। ਲਿਫਾਫੇ ਦਾ ਮੂੰਹ ਖੋਲ ਕੇ ਆਪਾਂ ਦੇਖਣਾ ਤੇ ਉਹ ਜਿਹੜੀ ਆ ਉੱਤੇ ਕੇਸਿੰਗ ਮਿੱਟੀ ਦੀ 1-1.5 ਇੰਚ ਜਿਹੜੀ ਆ ਤਹਿ ਜਿਹੜੀ ਪਾ ਦੇਣੀ। ਇਹ ਤੋਂ ਜ਼ਿਆਦਾ ਮੋਟੀ ਤਹਿ ਨਹੀਂ ਪਾਉਣੀ ਤੇ ਇਹਨਾਂ ਨੂੰ ਲਿਫਾਫਿਆਂ ਨੂੰ ਫਿਰ ਸ਼ੈਲਫਾਂ ਦੇ ਉੱਤੇ ਰੱਖ ਜਾਂਦਾ। ਫਿਰ ਬਾਅਦ ਦੇ ਵਿੱਚ ਇਹ 'ਚ ਪਾਣੀ ਲਾਉਣਾ, ਜਦੋਂ ਕੇਸਿੰਗ ਮਿੱਟੀ ਪਾਉਣੀ ਆ ਫਿਰ ਆਪਾਂ ਨੂੰ ਇਹ ਵੇਖਣਾ ਪੈਂਦਾ ਕਿ 1 ਜਾਂ 2 ਦਿਨ ਬਾਅਦ ਜਿਹੜਾ ਪਾਣੀ ਆ ਉਹ ਇਹ 'ਚ ਲਾਉਂਦੇ ਰਹਿਣਾ, ਤਾਂ ਕਿ ਜਿਹੜਾ ਮਾਈਸੀਲੀਅਮ ਚੱਲਿਆ, ਉੱਲੀ ਜਿਹੜੀ ਚੱਲੀ ਆ ਉਹ ਸੁੱਕ ਨਾ ਜਾਵੇ। ਤੇ ਇਹਨੂੰ ਕਮਰੇ ਦੇ ਤਾਪਮਾਨ ਤੇ 25 ਤੋਂ 38 ਡਿਗਰੀ ਤੱਕ ਜਿਹੜਾ ਰੱਖ ਕੇ, ਜਿਹਦੇ 'ਚ ਨਮੀ ਜਿਹੜੀ ਆ 70-80% ਨਮੀ ਕਮਰੇ ਦੇ ਵਿੱਚ ਹੋਣੀ ਚਾਹੀਦੀ। ਨਮੀ ਰੱਖਣ ਦਾ ਕੀ ਤਰੀਕਾ? ਕੰਧਾਂ ਦੇ ਉੱਤੇ ਸਾਨੂੰ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ, ਜਿਹਦੇ ਨਾਲ ਜਿਹੜਾ ਕਮਰੇ ਦੇ ਵਿੱਚ ਨਮੀ ਬਣੀ ਰਹਿੰਦੀ ਆ। ਤੇ ਫਿਰ 10-15 ਦਿਨ ਦੇ ਵਿੱਚੋਂ ਖੁੰਬਾਂ ਜਿਹੜੀਆਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹ ਜਿਹੜੀ ਖੁੰਬਾਂ ਦੀ ਕਿਸਮ ਆ,
ਇਹ ਤਿਆਰ ਹੋ ਜਾਂਦੀ ਹੈ ਜਦੋਂ ਇਹਦੀ 5-7 ਸੈਂਟੀਮੀਟਰ ਟੋਪੀ ਇਹਦੀ ਇਸ ਅੱਗੇ ਆਪਣੀ ਸਾਈਜ਼ ਦੀ ਹੋ ਜਾਂਦੀ ਆ ਤੇ ਭਾਰ ਤਕਰੀਬਨ 30-40 ਗ੍ਰਾਮ ਹੋ ਜਾਂਦਾ। ਉਦੋਂ ਸਾਨੂੰ ਉਹਨੂੰ ਫੜ ਕੇ ਥੱਲਿਓਂ ਸਿਰੇ ਤੋਂ ਫੜ ਕੇ ਮੁੱਢ ਤੋਂ ਫੜ ਕੇ ਘੁਮਾ ਕੇ ਟਵਿਸਟ ਕਰਕੇ ਉਹ ਜਿਹੜੀ ਤੋੜ ਲੈਣੀ ਚਾਹੀਦੀ ਆ। ਸੋ ਇਹ ਜੇ ਇਹਦਾ ਆਕਾਰ ਵੱਧ ਜੇ ਫਿਰ ਇਹਦਾ ਮੰਡੀਕਰਨ 'ਚ ਮੁਸ਼ਕਲ ਆਉਂਦੀ ਆ। ਸੋ 30-40 ਗ੍ਰਾਮ ਦੀ ਜਿਹੜੀ ਖੁੰਬ ਆ, ਇੱਕ ਖੁੰਬ ਜਿਹੜੀ ਆ 30-40 ਗ੍ਰਾਮ ਦੀ, ਉਹ ਜਿਹੜੀ ਆ ਸਾਡੇ ਖਾਣਯੋਗ ਸਾਨੂੰ ਮਿਲ ਜਾਂਦੀ ਆ। ਸੋ ਇਹ ਜਿਹੜਾ 30-35 ਦਿਨ ਸਾਨੂੰ ਇਹ 40 ਦਿਨ ਤੱਕ ਲਗਾਤਾਰ ਜਿਹੜੀ ਆ 3-4 ਪੂਰ ਦੇ ਵਿੱਚ ਸਾਨੂੰ ਇਹ ਦਿੰਦੀ ਰਹਿੰਦੀ ਆ। ਜੇ 100 ਕਿਲੋ ਆਪਾਂ ਤੂੜੀ ਲਾਈ ਆ, ਉਹ 'ਚੋਂ ਸਾਨੂੰ 50-60 ਕਿਲੋ ਜਿਹੜੀਆਂ ਖੁੰਬਾਂ ਸਹਿਜੇ ਪ੍ਰਾਪਤ ਹੋ ਜਾਂਦੀਆਂ। ਸੋ ਇਹਦੇ ਜਿਹੜੇ ਖਾਸ ਗੁਣ ਆ ਇਸ ਖੁੰਬ ਦੇ, ਇਹ ਜਿਹੜੀ ਗਰਮ ਰੁੱਤ ਦੀ ਖੁੰਬ ਆ, ਅਪ੍ਰੈਲ ਤੋਂ ਅਕਤੂਬਰ ਤੱਕ ਲਾਈ ਜਾਂਦੀ ਆ। ਇਹ ਸਾਰੇ ਪੰਜਾਬ 'ਚ ਕਾਸ਼ਤ ਕੀਤੀ ਜਾ ਸਕਦੀ ਆ ਤੇ ਪਰਾਲੀ ਵਾਲੀ ਖੁੰਬ ਦੇ ਮੁਕਾਬਲੇ ਇਹਦੇ 'ਚ ਜ਼ਿਆਦਾ ਮਾਤਰਾ ਦੇ ਵਿੱਚ ਸਾਨੂੰ ਖਾਣਯੋਗ ਪਦਾਰਥ ਮਿਲ ਜਾਂਦਾ ਵਾ। ਦੁੱਧ ਚਿੱਟੇ ਦੁੱਧ ਦੇ ਦੁਧੀਆ ਰੰਗ ਦੀ ਹੋਣ ਕਰਕੇ ਇਹਦੀ ਸ਼ੈਲਫ ਲਾਈਫ ਵੀ ਕਾਫੀ ਆ। ਜਿਸ ਤਰ੍ਹਾਂ ਉਹ ਖੁੰਬ ਮੈਂ ਦੱਸਿਆ ਸੀ ਪਰਾਲੀ ਵਾਲੀ ਖੁੰਬ 1-2 ਦਿਨ ਦੇ ਵਿੱਚ ਹੀ ਸਾਡੀ ਖਰਾਬ ਹੋਣੀ ਚਾਹੀਦੀ, ਇਹਦੇ ਵਿੱਚ ਇਹ ਸਾਡੀ 5-6 ਦਿਨ ਤੱਕ ਆਮ ਤਾਪਮਾਨ ਦੇ ਉੱਤੇ ਰਹਿ ਜਾਂਦੀ ਆ। ਸੋ ਇਹਦੇ 'ਚ ਜਿਹੜੀ ਇਹ 'ਚ ਪੌਸ਼ਟਿਕਤਾ ਵਾ ਉਹ 17% ਦੇ ਲਗਭਗ ਪ੍ਰੋਟੀਨ ਹੁੰਦੀ ਆ ਇਹਦੇ ਵਿੱਚ। ਸੋ ਇਹ ਇਹਦੇ ਮੁੱਢਲੇ ਕਾਰਜ ਨੇ। ਜੇ ਹੁਣ ਆਪਾਂ ਗੱਲ ਕਰੀਏ ਤੇ ਆਪਾਂ ਜਿਹੜਾ ਹੁਣ ਇਹਦੀ ਦੂਜੀ ਫਸਲ ਦੀ ਤਿਆਰੀ ਆਪਾਂ ਕਰ ਸਕਦੇ ਹਾਂ। ਉਹਦੇ 'ਚ ਤੂੜੀ ਨੂੰ ਉਬਾਲ ਕੇ ਗਿੱਲਾ ਕਰਕੇ ਫਿਰ ਫਿਲਿੰਗ ਕਰਕੇ ਸਪਾਨਿੰਗ ਕਰਨੀ ਆ, ਫਿਰ ਕੇਸਿੰਗ ਮਿੱਟੀ ਪਾਉਣੀ ਆ, ਫਿਰ ਫਸਲ ਸਾਡੀ ਆਉਣੀ ਆ ਤੇ ਫਿਰ ਵਰਤੇ ਹੋਏ ਜਿਹੜੇ ਲਿਫਾਫੇ ਉਹਨਾਂ ਨੂੰ ਬਾਹਰ ਕੱਢਣਾ। ਇਸ ਤਰ੍ਹਾਂ ਦੇ ਜੇ ਆਪਾਂ ਸਟੈਪ ਅਪਣਾਉਂਦੇ ਆ, ਇਹਦੀ ਜਿਹੜੀ ਆ ਮਿਲਕੀ ਖੁੰਬ ਦੀ ਆਪਾਂ ਕਾਸ਼ਤ ਕਰ ਸਕਦੇ ਹਾਂ। ਸੋ ਆਪਾਂ ਤੀਜੀ ਖੁੰਬ ਦੇ ਉੱਤੇ ਆਈਏ, ਜਿਹਦੀ ਕਾਸ਼ਤ ਕਰਨ ਦੇ ਵਿੱਚ ਹੁਣ ਅਜੇ ਸਮਾਂ ਹੈਗਾ। ਉਹਨੂੰ ਆਪਾਂ ਬਟਨ ਖੁੰਬ, ਜਿਹੜੀ ਆਮ ਆਪਾਂ ਬਾਜ਼ਾਰ ਦੇ ਵਿੱਚ ਦੇਖਦੇ ਹਾਂ, ਜ਼ਿਆਦਾ ਸਾਡੀ ਵਰਤੋਂ ਦੇ ਵਿੱਚ ਆਉਂਦੀ ਆ। ਮੇਜਰ ਸਾਡਾ ਜਿਹੜਾ ਵਾ ਏਰੀਆ ਵਾ ਉਹ ਬਟਨ ਖੁੰਬ ਦੇ ਅੰਦਰ ਆਉਂਦਾ। ਸੋ ਇਹਦੇ 'ਚ ਐਗਰੀਕਸ ਬਾਈਸਪੋਰਸ ਤੇ ਐਗਰੀਕਸ ਬਾਈਟਾਰਸਿਕ ਇਹਦੀਆਂ 2 ਕਿਸਮਾਂ ਨੇ। ਇਹਦਾ ਜਿਹੜਾ ਤਾਪਮਾਨ ਆ, ਇਹਦੇ 2-3 ਤਰ੍ਹਾਂ, ਕਿਉਂਕਿ ਸਰਦੀਆਂ ਦੀ ਖੁੰਬ ਆ। ਹੁਣ ਆਪਾਂ ਗੱਲ ਕਰਨ ਲੱਗੇ ਆ, ਪਹਿਲਾਂ ਆਪਾਂ 2 ਤਰ੍ਹਾਂ ਦੀਆਂ ਗਰਮੀਆਂ ਦੀਆਂ ਖੁੰਬਾਂ ਦੀ ਗੱਲ ਕੀਤੀ, ਹੁਣ ਤੀਸਰੀ ਖੁੰਬ ਜਿਹੜੀ ਸਰਦੀਆਂ ਦੀ ਬਟਨ ਟਾਈਪ ਖੁੰਬ ਆ, ਉਹਦੀ ਆਪਾਂ ਗੱਲ ਕਰਨ ਲੱਗੇ ਆ। ਇਹਦੇ ਵਿੱਚ ਲਾਉਣ ਸਮੇਂ ਜਿਹੜਾ ਤਾਪਮਾਨ 14 ਤੋਂ 25 ਡਿਗਰੀ ਚਾਹੀਦਾ, ਜਿਹੜਾ ਸਤੰਬਰ ਦੇ ਵਿੱਚ ਹੁੰਦਾ ਵਾ। ਜਦੋਂ ਫੁੱਟਣ ਸਮੇਂ ਉਹਦਾ 23 ਤੋਂ 25 ਡਿਗਰੀ ਚਾਹੀਦਾ ਤੇ ਵਧਣ ਸਮੇਂ 14 ਤੋਂ 18 ਡਿਗਰੀ ਸੈਂਟੀਗ੍ਰੇਡ ਚਾਹੀਦਾ। ਤੁਸੀਂ ਆਪ ਹੀ ਦੇਖੋ ਕੁਦਰਤ ਨੇ ਕਿਸ ਤਰ੍ਹਾਂ ਦਾ ਤਾਪਮਾਨ ਬਣਾਇਆ ਕਿ ਜਿਉਂ ਸਾਡਾ ਜਦੋਂ ਦੀ ਵਧਣ ਫੁੱਲਣ ਦੀ ਵਾਰੀ ਆਉਂਦੀ ਹੈ, ਉਦੋਂ ਤੱਕ ਸਾਡਾ ਤਾਪਮਾਨ ਨਵੰਬਰ ਦਾ ਮਹੀਨਾ ਆ ਜਾਂਦਾ, ਉਦੋਂ ਤੱਕ ਠੰਡ ਹੋ ਜਾਂਦੀ ਆ। ਸੋ ਉਹ ਜਿਹਾ ਸਾਨੂੰ ਕੁਦਰਤੀ ਤਾਪਮਾਨ ਸਾਨੂੰ ਮਿਲਦਾ ਰਹਿੰਦਾ। ਇਹਦੇ 'ਚ ਸਾਡੇ ਕੋਲ 2 ਤਰੀਕੇ ਨੇ, 2 ਵਿਧੀਆਂ ਨੇ ਇਹਦੇ ਵਿੱਚ। ਇੱਕ ਤੇ ਹੈ ਸਾਡੇ ਕੋਲ ਲੰਬੀ ਵਿਧੀ, ਜਿਹੜਾ ਕੰਪੋਸਟ ਤਿਆਰ ਕਰਨਾ। ਮੁੱਖ ਕੰਮ ਇਹਦੇ ਵਿੱਚ ਹੁੰਦਾ ਕਿ ਸਾਨੂੰ ਉਹ ਪਦਾਰਥ ਤਿਆਰ ਕਰਨਾ ਜਿਹਦੇ ਵਿੱਚ, ਕਿਉਂਕਿ ਮੈਂ ਗੱਲ ਕੀਤੀ ਸੀ ਕਿ ਮਿੱਟੀ ਦੀ ਲੋੜ ਨਹੀਂ ਪੈਂਦੀ, ਇਸ ਵਾਸਤੇ ਸਾਡਾ ਜਿਹੜਾ ਵਾ ਮੁੱਖ ਜਿਹੜਾ ਸਰੋਤ ਹੈ ਇਹਦਾ, ਜਿਸ ਤਰ੍ਹਾਂ ਪਰਾਲੀ ਸੀ ਜਾਂ ਤੂੜੀ ਸੀ, ਇਹਦੇ ਵਿੱਚ ਵੀ ਸਾਡੇ ਤੂੜੀ ਵਰਤੀ ਜਾਂਦੀ। ਕਣਕ ਦੀ ਜਿਹੜੀ ਤੂੜੀ ਆ ਉਹ ਵਰਤੀ ਜਾਂਦੀ ਆ। ਇਹਦੇ ਵਿੱਚ ਅਸੀਂ ਉਹ ਤੂੜੀ ਦੀ ਜਿਹੜੇ ਆਪਾਂ ਨਾੜ ਨੂੰ ਅੱਗ ਲਾਉਣ ਦੀ ਗੱਲ ਕਰਦੇ ਹਾਂ, ਪਰਾਲੀ ਸਾੜਨ ਦੀ ਜਿਹੜੀ ਗੱਲ ਕਰਦੇ ਹਾਂ, ਇਹ ਸਾਰਿਆਂ ਤੋਂ ਬਚਾਅ ਕਰ ਸਕਦੇ ਜੇ ਆਪਾਂ ਆਪਣਾ ਰਕਬਾ ਜਿਹੜਾ ਆਪਣਾ ਕੁਛ ਆਪਾਂ ਇਹਦੇ ਵਿੱਚ ਕਾਸ਼ ਦੇ ਵਿੱਚ ਆਈਏ ਤੇ ਇਹਦੀ ਖਪਤ ਇੱਧਰ ਵੀ ਹੋ ਸਕਦੀ ਆ, ਜਿਹਦੇ ਨਾਲ ਸਾਨੂੰ ਵਧੀਆ ਫਾਇਦਾ ਵੀ ਮਿਲ ਸਕਦਾ। ਤੇ ਕਾਫੀ ਜਿਹੜੇ ਜ਼ਿਮੀਂਦਾਰ ਨੇ ਜਿਹੜੇ ਜਿਹੜੀ ਹੁਣ ਬਟਨ ਖੁੰਬ ਆ, ਇਹਦੀ ਮੈਂ ਜਿਹਦੀ ਗੱਲ ਕਰਨ ਲੱਗਾ, ਇਹ ਸਰਦੀਆਂ ਵਾਲੀ ਖੁੰਬ, ਇਹਦੀ ਜਿਹੜੀ ਆ ਇਹ ਕਾਸ਼ਤ ਦੀ ਆਪਾਂ ਕਾਫੀ ਗੱਲ ਕਰਦੇ ਆ। ਉਹ ਇਹ ਜਿਹੜੀ ਬਟਨ ਖੁੰਬ ਆ, ਮੈਂ ਇਹਦੇ ਤੇ ਜਿਹੜੀ ਜੋ ਫੋਟੋ ਦਿਸ ਰਹੀ ਆ, ਇਹਦੀ ਆਪਾਂ ਹੁਣ ਕਾਸ਼ਤ ਦੀ ਗੱਲ ਕਰਨ ਲੱਗੇ ਆ। ਸੋ ਇਹ ਜਿਹੜੀ ਆ ਇਹਦੀ ਕਾਸ਼ਤ ਕਰਨ ਵਾਸਤੇ ਸਾਨੂੰ 2 ਤਰੀਕੇ ਮੈਂ ਦੱਸਿਆ। ਇੱਕ ਤੇ ਲੰਬਾ ਤਰੀਕਾ, ਜਿਹਦੇ 'ਚ 25 ਤੋਂ 27 ਦਿਨ ਲੱਗਦੇ ਆ ਕੰਪੋਸਟ ਤਿਆਰ ਕਰਦੇ ਆ, ਤੇ ਦੂਸਰਾ ਤਰੀਕਾ ਜਿਹਦੇ 'ਚ ਕੰਪੋਸਟ ਤਿਆਰ ਕਰਨ ਲੱਗਿਆ 12-13 ਦਿਨ ਲੱਗਦੇ ਆ। ਸ਼ਾਰਟ ਮੈਥਡ, ਇੱਕ ਲੌਂਗ ਮੈਥਡ ਹੈ ਪਹਿਲਾ 27 ਦਿਨ ਵਾਲਾ, ਤੇ ਅੱਧਾ ਜਿਹੜਾ 13 ਕੁ ਦਿਨ ਦਾ ਉਹ ਸ਼ਾਰਟ ਮੈਥਡ ਹੈ। ਸੋ ਹੁਣ ਬਹੁਤੇ ਕਿਸਾਨ, ਕਿਉਂਕਿ ਲੇਬਰ ਦੀ ਸਮੱਸਿਆ ਆ ਰਹੀ ਆ, ਸ਼ਾਰਟ ਮੈਥਡ ਤੇ ਹੋ ਰਹੇ। ਮੈਂ ਦੋਵਾਂ ਦੀ ਸੰਖੇਪ ਰੂਪ ਦੇ ਵਿੱਚ ਤੁਹਾਡੇ ਨਾਲ ਗੱਲ ਕਰਦਾ। ਸੋ ਜਦੋਂ ਕਿਤੇ ਸਮਾਂ ਆਇਆ ਆਪਾਂ ਫਿਰ ਜ਼ਿਆਦਾ ਇਹਦੇ 'ਚ ਗੱਲ ਕਰ ਸਕਦੇ ਹਾਂ ਕਿ ਇਹਦੇ ਵਿੱਚ ਸਾਡੇ ਕੋਲ ਜਿਹੜਾ ਵਾ ਲੋੜੀਂਦੇ ਪਦਾਰਥ ਕੀ ਆ। ਜਦੋਂ ਵੀ ਕੰਮ ਸ਼ੁਰੂ ਕਰਨਾ, ਸਾਨੂੰ ਘੱਟੋ ਘੱਟ 3 ਕੁਇੰਟਲ ਤੂੜੀ, 3 ਕੁਇੰਟਲ ਤੂੜੀ, 9 ਕਿਲੋ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਖਾਦ ਚਾਹੀਦੀ ਆ, 3 ਕਿਲੋ ਇਹਦੇ ਵਿੱਚ ਯੂਰੀਆ ਖਾਦ ਚਾਹੀਦੀ ਆ, 3 ਕਿਲੋ ਸੁਪਰ ਫਾਸਫੇਟ ਖਾਦ ਚਾਹੀਦੀ ਆ, 3 ਕਿਲੋ ਪੋਟਾਸ਼ ਖਾਦ ਚਾਹੀਦੀ ਆ।
1.5 ਕਿਲੋ ਚੋਕਰ ਚਾਹੀਦਾ ਤੇ 5 ਕਿਲੋ ਸੀਰਾ, 30 ਕਿਲੋ ਜਿਪਸਮ ਤੇ 60 ml ਜਿਹੜੀ ਆ ਗਾਮਾ BSC ਤੇ 150 ਗ੍ਰਾਮ ਫਿਊਰਾਡਾਨ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਦੇਖੋ ਭਾਵੇਂ ਕਿ ਰਸਾਇਣਿਕ ਚੀਜ਼ਾਂ ਨੇ, ਇਹਨਾਂ 'ਚ ਪਹਿਲੀਆਂ ਦੋ ਦੇ ਵਿੱਚ ਕਿਸੇ ਵੀ ਇਹੋ ਜਿਹੀ ਚੀਜ਼ ਦੀ ਲੋੜ ਨਹੀਂ ਪੈਂਦੀ, ਪਰ ਇਹਦੇ ਵਿੱਚ ਪੈਂਦੀ ਆ। ਪਰ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਜਦੋਂ ਵੀ ਇਹਨਾਂ ਦੀ, ਜਦੋਂ ਇਹ ਤਿਆਰ ਹੋ ਜਾਂਦਾ, ਜਦੋਂ ਇਹਦਾ ਮਟੀਰੀਅਲ ਤਿਆਰ ਹੋ ਜਾਂਦਾ, ਕੰਪੋਸਟ ਤਿਆਰ ਹੋ ਜਾਂਦੀ ਆ, ਇਹਦੇ ਵਿੱਚ ਇਹਨਾਂ ਚੀਜ਼ਾਂ ਦਾ ਬਿਲਕੁਲ ਅਸਰ ਨਹੀਂ ਰਹਿੰਦਾ। ਸੋ ਇਹ ਸਿਰਫ ਤੂੜੀ ਨੂੰ ਗਾਲਣ ਵਾਸਤੇ, ਉਹਨੂੰ ਤਿਆਰ ਕਰਨ ਵਾਸਤੇ ਇਹਨਾਂ ਚੀਜ਼ਾਂ ਦੀ ਵੱਖ-ਵੱਖ ਸਮੇਂ ਤੇ ਲੋੜ ਪੈਂਦੀ ਆ, ਉਹ ਆਪਾਂ ਸਾਂਝੀਆਂ ਕਰਾਂਗੇ। ਸੋ ਇਹ ਲੰਬੇ ਸਮੇਂ ਦੇ ਜਿਹੜਾ ਲੰਮਾ ਤਰੀਕਾ ਲੌਂਗ ਮੈਥਡ ਹੈ, ਪਹਿਲਾਂ ਆਪਾਂ ਉਹਦੀ ਗੱਲ ਕਰ ਲਈਏ, ਜਿਹੜਾ ਪਹਿਲਾਂ ਬਹੁਤ ਪ੍ਰਚਲਿਤ ਰਿਹਾ, ਹੁਣ ਵੀ ਹੈ ਕਿ ਜਿਹੜੇ ਛੋਟੇ ਕਿਸਾਨ ਨੇ ਉਹ ਜਿਹੜਾ ਵਾ ਸ਼ਾਰਟ ਮੈਥਡ ਨਹੀਂ ਅਪਣਾ ਸਕਦੇ। ਉਹਦੇ ਵਿੱਚ ਸਾਨੂੰ ਪਾਸਚਰਾਈਜ਼ਡ ਕਮਰਾ ਤੇ ਉਹ ਵਾਤਾਨੁਕੂਲਿਤ ਤਾਪਮਾਨ ਚਾਹੀਦਾ, ਉਹ ਸਾਨੂੰ ਟਨਲ ਚਾਹੀਦੀਆਂ ਬਣਾਉਣੀਆਂ, ਉਹ ਛੋਟੇ ਕਿਸਾਨ ਨਹੀਂ ਬਣਾਉਂਦੇ। ਇਸ ਕਰਕੇ ਜਿਹੜਾ ਲੌਂਗ ਮੈਥਡ ਆ, ਉਹ ਉਹਦੇ ਨਾਲ ਕੰਪੋਸਟ ਤਿਆਰ ਕਰਕੇ, ਇਹ ਜਿਹੜਾ 27 ਦਿਨ ਦਾ ਕੰਮ ਆ, ਇਹ ਬਾਹਰ ਹੋਣਾ, ਓਪਨ ਦੇ ਵਿੱਚ ਹੋਣਾ। 27 ਦਿਨ ਤੋਂ ਬਾਅਦ ਜਾਂ 13 ਦਿਨ ਤੋਂ ਬਾਅਦ ਉਸ ਕੰਪੋਸਟ ਨੂੰ ਆਪਾਂ ਆਪਣੇ ਕਮਰੇ ਦੇ ਵਿੱਚ ਜਿੱਥੇ ਬਿਜਾਈ ਕਰਨੀ ਆ ਫਿਰ ਲੈ ਕੇ ਜਾਣਾ। ਸੋ ਇਸ ਕਰਕੇ ਕਿਹਾ ਕਿ ਜਿੱਥੇ ਆਪਾਂ ਇਹਦਾ ਕੰਪੋਸਟ ਤਿਆਰ ਕਰਨਾ, ਉਹ ਜਗ੍ਹਾ ਸਾਡੀ ਜਿਹੜੀ ਆ ਮਿੱਟੀ ਉਹਦੇ ਸੰਪਰਕ ਦੇ ਵਿੱਚ ਨਹੀਂ ਆਉਣੀ ਚਾਹੀਦੀ। ਸੋ ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਕਿ ਇਹ ਜਿਹੜਾ ਆਪਾਂ ਪਹਿਲੇ ਦਿਨ ਦੀ ਗੱਲ ਕਰੀਏ, ਉਹਦੇ ਵਿੱਚ ਸਾਨੂੰ ਤੂੜੀ ਨੂੰ, ਜਿੱਦਾਂ 3 ਕੁਇੰਟਲ ਤੂੜੀ ਦੀ ਗੱਲ ਕੀਤੀ ਆ, ਉਹਨੂੰ 48 ਘੰਟੇ ਗਿੱਲੀ ਕਰਨ ਤੋਂ ਬਾਅਦ ਜਦੋਂ ਉਹ 'ਚ 70% 70 ਤੋਂ 75% ਨਮੀ ਆ ਜਾਏ। ਨਮੀ ਕਿਸ ਤਰ੍ਹਾਂ ਚੈੱਕ ਕਰਨੀ ਹੈ? ਨਮੀ ਚੈੱਕ ਕਰਨ ਦਾ ਕੋਈ ਮੀਟਰ ਨਹੀਂ ਹੈਗਾ। ਨਮੀ ਚੈੱਕ ਕਰਨ ਦਾ ਬੜਾ ਸੌਖਾ ਤਰੀਕਾ, ਜਿੱਥੇ ਮੈਂ ਪਹਿਲਾਂ ਵੀ ਗੱਲ ਕੀਤੀ ਤੁਹਾਨੂੰ ਨਮੀ ਦੀ, ਮੈਂ ਇੱਥੇ ਵੀ ਗੱਲ ਕਰਦਾ ਕਿ ਨਮੀ ਚੈੱਕ ਕਰਨੀ ਕਿਸ ਤਰ੍ਹਾਂ। ਆਪਾਂ ਤੂੜੀ ਦੀ ਮੁੱਠ ਭਰੀਏ ਤੇ ਆਪਣੇ ਹੱਥ ਦੇ ਵਿੱਚ, ਮੁੱਠੀ ਦੇ ਵਿੱਚ ਲੈ ਕੇ ਚੰਗੀ ਤਰ੍ਹਾਂ ਉਹਨੂੰ ਨਿਚੋੜੀਏ ਪੂਰੀ ਆਪਣੀ ਤਾਕਤ ਦੇ ਨਾਲ। ਜੇ ਇੱਥੇ ਸਾਡੀਆਂ ਉਂਗਲਾਂ ਦੇ ਵਿੱਚੋਂ ਤਰੇਲ ਦੇ ਤੁਪਕੇ ਜੇ ਨਿਕਲਦੇ ਆ ਤੇ ਸਮਝੋ ਕਿ ਉਹਨੇ ਨਮੀ ਆਪਣੀ ਜਜ਼ਬ ਕਰ ਲਈ, ਇੰਨੀ ਕੁ ਨਮੀ ਹੋ ਗਈ ਆ ਤੇ ਉਹ ਚੋਂ ਤਰੇਲ ਤੇ। ਜੇ ਨਹੀਂ ਨਿਕਲਦੇ ਤੇ ਪਾਣੀ ਹੋਰ ਪਾ ਦਿਓ ਉਹਦੇ ਵਿੱਚ। ਤੇ ਜੇ ਜ਼ਿਆਦਾ ਨਿਕਲ ਰਿਹਾ ਪਾਣੀ, ਹੱਥਾਂ ਚੋਂ ਜ਼ਿਆਦਾ ਪਾਣੀ ਨਿਕਲ ਰਿਹਾ, ਫਿਰ ਟੇਢੇ ਫੱਟੇ ਤੇ ਰੱਖ ਕੇ ਉਹਨੂੰ ਆਪਾਂ ਨਿਚੋੜ ਲਈਏ, ਸੁਕਾ ਲਈਏ, ਤਾਂ ਕਿ ਨਮੀ ਉਹ ਚੋਂ ਜਿਹੜੀ ਸਾਡੀ 70% 75% ਆਪਾਂ ਗੱਲ ਕਰਦੇ ਆ, ਉਹ ਨਮੀ ਜਦੋਂ ਆ ਜਾਂਦੀ ਆ ਤੇ ਫਿਰ ਆਪਾਂ ਜਿਹੜੀ ਆ, ਇਹ ਸਾਡੀ ਜਿਹੜੀ ਆ ਤੂੜੀ ਦੇ ਵਿੱਚ ਤਿਆਰੀ ਕਰਨ ਦੇ ਯੋਗ ਹੋ ਜਾਂਦੀ ਹੈ। 0 ਦਿਨ ਤੋਂ ਗੱਲ ਕਰੀਏ, ਇਹਦੇ ਵਿੱਚ ਆਪਾਂ ਸਾਰੀਆਂ ਖਾਦਾਂ, ਜਿਹੜੀਆਂ 4 ਖਾਦਾਂ ਦੀ ਗੱਲ ਕਰਤੀ ਸੀ ਮੈਂ, ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ, ਯੂਰੀਆ, ਸੁਪਰ ਤੇ ਪੋਟਾਸ਼, ਇਹ ਸਾਰਿਆਂ ਨੂੰ ਰਲਾ ਕੇ 3 ਕੁਇੰਟਲ ਤੂੜੀ ਦੇ ਵਿੱਚ ਮਿਕਸ ਕਰ ਦੇਣਾ। ਪਲੱਸ ਜਿਹੜਾ ਚੋਕਰ ਆ, ਚੋਕਰ ਜਿਹੜਾ ਵਾ ਆਪਾਂ ਜਿਹੜੀ ਚੋਕਰ ਸੀ 15 ਕਿਲੋ ਚੋਕਰ ਤੇ ਜਿਹੜੀਆਂ ਖਾਦਾਂ ਨੇ, ਚਾਰੇ ਖਾਦਾਂ ਤੇ 15 ਕਿਲੋ ਚੋਕਰ ਨੂੰ ਆਪਸੀ ਇਹਦਾ ਰਲਾ ਬਣਾ ਕੇ ਥੋੜਾ ਜਿਹਾ ਪਾਣੀ ਦਾ ਤਰੌਂਕਾ ਦੇ ਕੇ ਇਹਨੂੰ 3 ਕੁਇੰਟਲ ਤੂੜੀ ਦੇ ਵਿੱਚ ਰਲਾ ਦੇਣਾ। ਰਲਾ ਕੇ ਪਾਣੀ ਦਾ ਛਿੜਕਾਅ ਕਰਨਾ ਤੇ ਇਹਨੂੰ ਅਗਲੇ ਦਿਨ ਜਿਹੜਾ ਇਹਦਾ ਇੱਕ ਦਿਨ ਪਿਆ ਰਹਿਣ ਦੇਣਾ, ਢੱਕਿਆ ਰਹਿਣ ਦੇਣਾ। ਅਗਲੇ ਦਿਨ ਇਹਦਾ ਸਟੈਕ ਲਾਉਣਾ ਵਾ, ਢੇਰ ਲਾਉਣਾ, ਜਿਹੜਾ ਕਿ 5 ਫੁੱਟ ਚੌੜਾ ਹੋਵੇ, 5 ਫੁੱਟ ਲੰਬਾ ਹੋਵੇ ਤੇ 5 ਫੁੱਟ ਉੱਚਾ ਹੋਵੇ। ਚੌੜਾਈ ਤੇ ਉਚਾਈ 5 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਲੰਬਾਈ ਤੁਸੀਂ ਜੇ 3 ਕੁਇੰਟਲ ਤੂੜੀ ਜਾਂ ਤੁਸੀਂ ਇਹਦੇ 3 6 9 12 100 ਕੁਇੰਟਲ ਤੱਕ ਜਾ ਰਹੇ ਹੋ ਤੇ ਕੁਦਰਤੀ ਗੱਲ ਹੈ ਕਿ ਉਹ ਜਿਹੜਾ ਢੇਰ ਆ ਉਹ ਲੰਬਾ ਹੋਵੇ, ਪਰ ਉਹਦੇ ਵਿੱਚ ਐਰੋਬਿਕ ਕੰਡੀਸ਼ਨ, ਉਹਦੇ 'ਚ ਉਹ ਤਾਂ ਹੀ ਉਹਦਾ ਤਾਪਮਾਨ ਉਹਦੇ ਵਿੱਚ ਤਾਂ ਬਣਨਾ ਜੇ ਉਹਦੀ ਉਚਾਈ 5 ਫੁੱਟ ਤੋਂ ਉੱਚੀ ਨਹੀਂ ਰੱਖੀ ਤੇ ਚੌੜਾਈ ਵੀ 5 ਫੁੱਟ ਤੋਂ ਆਪਾਂ ਜ਼ਿਆਦਾ ਨਹੀਂ ਰੱਖੀ। ਇਹਦੇ ਵਾਸਤੇ ਸਾਨੂੰ ਲੱਕੜ ਦੇ ਫੱਟੇ ਸਾਈਡਾਂ ਤੇ ਲਾ ਕੇ, 3 ਸਾਈਡਾਂ ਦੇ ਉੱਤੇ ਲੱਕੜ ਦੇ ਫੱਟੇ ਲਾ ਕੇ ਸਾਨੂੰ ਜਿਹੜਾ ਸਟੈਕ ਆ, ਢੇਰ ਆ, ਬਣਾ ਲੈਣਾ ਚਾਹੀਦਾ। ਸੋ ਉਸ ਢੇਰ ਨੂੰ 4 ਦਿਨ ਤੱਕ ਨਹੀਂ ਹਿਲਾਉਣਾ। 4 ਦਿਨ ਬਾਅਦ ਪਹਿਲੀ ਪਲਟਾਈ ਕਰਨੀ। ਪਲਟਾਈ ਜਦੋਂ ਵੀ ਕਰਨੀ ਆ, ਪਲਟਾਈ ਤੋਂ ਭਾਵ ਹੁੰਦਾ ਕਿ ਉਹਦੇ ਵਿੱਚ ਕੋਈ ਚੀਜ਼ ਰਲਾਉਣੀ ਆ, ਜਾਂ ਜਿਹੜੀਆਂ ਆਪਾਂ ਚੀਜ਼ਾਂ ਪਹਿਲਾਂ ਗੱਲ ਕੀਤੀ ਆ ਉਹਦੇ ਵਿੱਚ ਕੋਈ ਚੀਜ਼ ਰਲਾਉਣੀ ਆ। ਤੇ ਬਾਹਰਲੀ ਤੂੜੀ ਕਿਉਂਕਿ ਸੁੱਕ ਜਾਂਦੀ ਆ ਨੈਚੁਰਲੀ, 4 ਦਿਨ ਦੇ ਵਿੱਚੋਂ ਬਾਹਰਲੀ ਤੂੜੀ ਸੁੱਕ ਜੂਗੀ, ਅੰਦਰ ਸਾਡਾ ਤਾਪਮਾਨ ਪੂਰਾ ਬਣਿਆ ਹੋਊਗਾ। ਉਹਦੀ ਇਕਸਾਰਤਾ ਬਣਾਉਣ ਲਈ ਬਾਹਰਲੀ ਤੂੜੀ ਅੰਦਰ ਲੈ ਆਉਣੀ ਆ, ਅੰਦਰਲੀ ਤੂੜੀ ਬਾਹਰ ਲੈ ਆਉਣੀ। ਇਸ ਤਰ੍ਹਾਂ ਉਹਦੀ ਪਲਟਾਈ ਕਰਨੀ ਪੂਰੀ ਢੇਰ ਦੀ, ਤਾਂ ਕਿ ਇਹ ਜਿਹੜਾ ਸਿਸਟਮ ਹੋ ਜੇ। ਉਹਦੇ ਵਿੱਚ ਜਦੋਂ 4 ਦਿਨ ਬਾਅਦ ਆਪਾਂ ਪਲਟਾਈ ਕਰਨੀ ਆ, ਉਹਦੇ ਵਿੱਚ ਸਾਡੇ ਕੋਲ ਜਿਹੜਾ ਆਪਾਂ 5 ਕਿਲੋ ਸੀਰਾ ਸੀ, ਉਹਨੂੰ 10-20 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੇ ਪੂਰੀ ਤੂੜੀ 3 ਕੁਇੰਟਲ ਦੀ, ਆਪਾਂ 3 ਕੁਇੰਟਲ ਦੀ ਗੱਲ ਕਰ ਰਹੇ ਹਾਂ। 3 ਕੁਇੰਟਲ ਤੋਂ ਅੱਗੇ ਜਿਸ ਤਰ੍ਹਾਂ ਮਰਜ਼ੀ ਕਰ ਲਓ, 3 ਕੁਇੰਟਲ ਤੋਂ ਘੱਟ ਕੰਮ ਨਹੀਂ ਕੀਤਾ ਜਾ ਸਕਦਾ। ਜੇ ਕਹੀਏ ਆਪਾਂ 10 ਕਿਲੋ ਤੂੜੀ ਲਾ ਕੇ ਬਟਨ ਖੁੰਬ ਦੀ ਪੈਦਾਵਾਰ ਕਰ ਲਈਏ, ਨਹੀਂ, ਉਹਦੇ ਵਿੱਚ ਉਹ ਤਾਪਮਾਨ ਨਹੀਂ ਬਣਨਾ ਜਿਹਦੇ ਨਾਲ ਉਹਦੀ ਕੰਪੋਸਟ ਦੀ ਤਿਆਰੀ ਹੋ ਸਕੇ।
ਇਸ ਕਰਕੇ ਸਾਨੂੰ ਜਿਹੜਾ ਵਾ 3 ਕੁਇੰਟਲ ਘੱਟੋ ਘੱਟ ਤੂੜੀ ਦਾ ਬਣਾਉਣਾ ਪਏਗਾ। ਸੋ ਉਹ ਚੌਥਾ ਦਿਨ ਹੈ ਜਿਹੜਾ ਪਹਿਲੀ ਪਲਟਾਈ ਜਦੋਂ ਕਰਨੀ ਹੈ। ਜ਼ੀਰੋ ਪਲਟਾਈ ਦੇ ਉੱਤੇ ਆਪਾਂ ਧਿਆਨ ਰੱਖੀਏ ਕਿ ਉਹ ਖਾਦਾਂ ਤੇ ਚੋਕਰ ਪਾਇਆ ਸੀ, ਸੋ ਉਹਦਾ ਢੇਰ ਲਾ ਕੇ ਆਪਾਂ ਰੱਖ ਦਿੱਤਾ ਸੀ। 4 ਦਿਨ ਬਾਅਦ ਉਹਦੀ ਪਲਟਾਈ ਕਰਨੀ ਹੈ ਤੰਗਲੀਆਂ ਦੇ ਨਾਲ। ਬਾਹਰਲੀ ਤੂੜੀ ਪਹਿਲੋਂ ਅੰਦਰ ਕਰ ਲਓ, ਅੰਦਰਲੀ ਬਾਹਰ। ਉਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸਿਆ ਇਹ ਸੀਰਾ ਰਲਾਉਣਾ। ਸਰੀਰਾ ਆਪਾਂ ਜੇ 5 ਕਿਲੋ 3 ਕੁਇੰਟਲ ਤੂੜੀ ਦੇ ਵਿੱਚ ਰਲਾਵਾਂਗੇ ਨਹੀਂ ਰਲੇਗਾ, ਉਹਨੂੰ ਪਾਣੀ ਦੇ ਵਿੱਚ ਘੋਲ ਕੇ ਉਹਦਾ ਛਿੜਕਾਅ ਕਰਕੇ ਫਿਰ ਆਪਾਂ ਨੂੰ ਇਕਸਾਰਤਾ ਦੇ ਨਾਲ ਇਸ ਤਰ੍ਹਾਂ ਢੇਰ ਫਿਰ ਲਾ ਕੇ ਰੱਖ ਦੇਣਾ 5 ਫੁੱਟ ਬਾਈ 5 ਫੁੱਟ ਦਾ। ਠੀਕ ਹੈ, ਇਹ ਖਿਆਲ ਰੱਖਣਾ ਕਿ ਉਹ ਜਿਹੜਾ ਢੇਰ ਆ 5 ਫੁੱਟ ਦਾ ਹੀ, ਉਹਦੀ ਜਿਹੜੀ ਆ ਉਚਾਈ ਚੜਾਈ 5 ਫੁੱਟ ਤੋਂ ਵੱਧ ਨਾ ਹੋਵੇ। ਸੋ ਚੌਰ ਦੂਸਰੀ ਪਲਟਾਈ ਜਿਹੜੀ ਫਿਰ 4 ਦਿਨ ਬਾਅਦ ਕਰਨੀ ਆ, ਭਾਵ ਸਾਡਾ 8ਵਾਂ ਦਿਨ ਆ ਗਿਆ। ਪਹਿਲੋਂ ਆਪਾਂ 0 ਦਿਨ ਤੇ ਉੱਤੇ ਉਹ ਖਾਦਾਂ ਪਾਈਆਂ, ਪਹਿਲੀ ਪਲਟਾਈ ਦੀ ਚੌਥੇ ਦਿਨ ਕੀਤੀ, ਉਹਦੇ ਵਿੱਚ ਆਪਾਂ ਸੀਰਾ ਪਾਤਾ। ਜਿਹੜੀ ਦੂਸਰੀ ਪਲਟਾਈ ਆ ਉਹ 8ਵੇਂ ਦਿਨ ਕਰਨੀ, ਉਹਦੇ ਵਿੱਚ ਆਪਾਂ ਕੋਈ ਚੀਜ਼ ਨਹੀਂ ਰਲਾਉਣੀ, ਸਿਰਫ ਪਾਣੀ ਦੀ ਮਾਤਰਾ ਦੇਖਣੀ ਆ ਕਿ ਪਾਣੀ ਦੀ ਮਾਤਰਾ ਠੀਕ ਹੈ। ਜਦੋਂ ਤੂੜੀ ਅੰਦਰਲੀ ਬਾਹਰਲੀ ਅੰਦਰ ਕਰਦੇ ਆ, ਤੁਸੀਂ ਦੇਖੋਗੇ ਇੱਕ ਤਾਂ ਸਰਦੀਆਂ ਦਾ ਮੌਸਮ ਹੁੰਦਾ, ਆਪਾਂ ਆਰਾਮ ਨਾਲ ਉਹਦੇ ਵਿੱਚ ਜਾ ਸਕਦੇ ਹਾਂ। ਗਰਮੈਸ਼ ਬਹੁਤ ਜ਼ਿਆਦਾ, ਉਹ 'ਚ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦਾ ਕਿਉਂਕਿ ਢੇਰ ਪਿਆ ਰਹਿੰਦਾ, 4 ਦਿਨ ਪਿਆ ਰਹਿਣਾ। ਇਸ ਕਰਕੇ ਉਹਦੇ ਵਿੱਚ ਜਿਹੜੀਆਂ ਆਪਣੀਆਂ ਕਿਰਿਆਵਾਂ ਚੱਲਦੀਆਂ ਨੇ ਤੇ ਉਹਦੇ ਵਿੱਚ ਸਾਨੂੰ ਗਰਮੀ ਕਾਫੀ ਆ ਜਾਂਦੀ ਆ। ਇਸ ਕਰਕੇ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਜ਼ਿਆਦਾ ਵੀ ਥੋੜ੍ਹਾ ਜਿਹਾ ਹੱਥ ਲਾ ਕੇ ਫਿਰ ਸਾਨੂੰ ਉਹ 'ਚ ਸਿੱਧਾ ਐਂਟਰ ਕਰਨਾ ਚਾਹੀਦਾ। ਉਹਦੇ ਵਿੱਚ ਆਪਾਂ ਜਿਹੜੀ ਦੂਜੀ ਪਲਟਾਈ 8ਵੇਂ ਦਿਨ ਕਰ ਰਹੇ ਹਾਂ, ਉਹਦੇ ਵਿੱਚ ਆਪਾਂ ਕੋਈ ਪਦਾਰਥ ਨਹੀਂ ਰਲਾਉਣਾ, ਸਿਰਫ ਪਾਣੀ ਦੀ ਮਾਤਰਾ ਵੇਖਣੀ, ਪਾਣੀ ਹੈਗਾ ਠੀਕ ਹੈ, ਨਹੀਂ ਤਾਂ ਪਾਣੀ ਰਲਾ ਕੇ ਉਹਦੇ ਵਿੱਚ ਫਿਰ ਆਪਾਂ ਨੂੰ ਅੰਦਰਲੀ ਤੂੜੀ ਤੋਂ ਬਾਹਰਲੀ ਅੰਦਰ ਕਰਕੇ ਢੇਰ ਲਾ ਦੇਣਾ 5 ਬਾਈ 5 ਫੁੱਟ ਦਾ। ਸੋ ਤੀਜੀ ਪਲਟਾਈ ਜਿਹੜੀ ਆ ਉਹ ਸਾਨੂੰ 4 ਦਿਨ ਬਾਅਦ ਫਿਰ 12ਵੇਂ ਦਿਨ ਕਰਨੀ ਆ। ਉਹਦੇ ਵਿੱਚ ਜਿਹੜੀ ਆਪਾਂ 30 ਕਿਲੋ ਜਿਪਸਮ ਮਿੱਟੀ ਆ, ਉਹਨੂੰ ਆਪਾਂ ਉਹਦੇ ਢੇਰ ਦੇ ਵਿੱਚ ਰਲਾ ਦੇਣਾ। ਇਸੇ ਤਰ੍ਹਾਂ ਬਾਹਰਲੀ ਤੂੜੀ ਅੰਦਰਲੀ ਬਾਹਰ ਕਰਕੇ ਉਹ ਫਿਰ ਢੇਰ 5 ਫੁੱਟ ਦਾ ਲਾ ਦੇਣਾ। ਚੌਥੀ ਪਲਟਾਈ 3 ਦਿਨ ਬਾਅਦ ਕਰਨੀ, 15ਵੇਂ ਦਿਨ ਭਾਵ। ਉਹਦੇ ਵਿੱਚ ਆਪਾਂ ਨੂੰ ਪਾਣੀ ਦੀ ਮਾਤਰਾ ਹੀ ਚੈੱਕ ਕਰਨੀ ਆ, ਉਹਦੇ 'ਚ ਕੁਛ ਹੋਰ ਨਹੀਂ ਕਰਨਾ ਤੇ ਢੇਰ ਨੂੰ ਪਲਟਾਈ ਦੇ ਦੇਣੀ। ਫਿਰ ਪੰਜਵੀਂ ਜਿਹੜੀ ਆ 3 ਦਿਨ ਬਾਅਦ 18ਵੇਂ ਦਿਨ ਕਰਨੀ ਆ। ਉਹਦੇ ਵਿੱਚ ਸਾਡੇ ਕੋਲ ਜਿਹੜੀ ਇੱਕ ਫਿਊਰਾਡਾਨ ਦਵਾਈ ਆ, ਉਹ ਉਹਦੇ ਵਿੱਚ 150 ਗ੍ਰਾਮ ਉਹਦੇ ਵਿੱਚ ਰਲਾ ਦੇਣੀ ਆ, ਤਾਂ ਕਿ ਜਿਹੜੇ ਕੋਈ ਜੀਵ ਜੰਤੂ ਆ ਉਹ ਖਤਮ ਹੋ ਜਾਣ। ਸੋ ਮੈਂ ਗੱਲ ਕਰ ਰਿਹਾ ਸੀ, ਸ਼ੁਰੂ 'ਚ ਗੱਲ ਕੀਤੀ ਸੀ ਮੈਂ ਕਿ ਜਦੋਂ ਤੱਕ ਆਪਣਾ ਇਹ ਢੇਰ ਤਿਆਰ ਹੋਣਾ, ਇਹ ਖਾਦਾਂ ਦਵਾਈਆਂ ਸਾਰੀਆਂ ਦਾ ਅਸਰ ਬਿਲਕੁਲ ਖਤਮ ਹੋ ਜਾਣਾ, ਭਾਵੇਂ ਤੁਸੀਂ ਚੈੱਕ ਕਰਾ ਲਿਓ। ਉਹਦੇ 'ਚ ਕੋਈ ਇਹੋ ਜਿਹਾ ਮਾਤਰਾ ਅੰਸ਼ ਨਹੀਂ ਰਹਿੰਦੇ ਜਿਹਦੇ ਨਾਲ ਸਾਡੀ ਕੋਈ ਸਿਹਤ ਤੇ ਨੁਕਸਾਨ ਹੁੰਦਾ ਹੋਵੇ। ਸੋ ਜਿਹੜੀ 6ਵੀਂ ਪਲਟਾਈ ਆ 3 ਦਿਨ ਬਾਅਦ 21ਵੇਂ ਦਿਨ ਕਰਨੀ ਆ, ਉਹਦੇ ਵਿੱਚ ਪਾਣੀ ਦੀ ਮਾਤਰਾ ਹੀ ਆਪਾਂ ਦੇਖਣੀ ਆ, ਹੋਰ ਕੁਛ ਨਹੀਂ ਦੇਖਣਾ। ਉਹ ਦੇਖ ਕੇ ਫਿਰ ਢੇਰ ਉਸ ਤਰ੍ਹਾਂ ਹੀ ਲਾ ਦੇਣਾ। ਇਹ ਸਾਰਾ ਕੰਮ ਬਾਹਰ ਹੋ ਰਿਹਾ, ਇਹ ਕਮਰੇ ਤੋਂ ਬਾਹਰ ਹੋ ਰਿਹਾ। ਇਸ ਤੋਂ ਬਾਅਦ ਆਪਾਂ ਦੱਸਾਂਗੇ ਜਦੋਂ ਕਮਰੇ ਦੇ ਵਿੱਚ। 7ਵੀਂ ਪਟਾਈ 3 ਦਿਨ ਬਾਅਦ 24ਵੇਂ ਦਿਨ ਕਰਨੀ ਆ, ਉਹਦੇ ਵਿੱਚ ਗਾਮਾ BSC ਰਲਾ ਦੇਣੀ ਆ, ਤਾਂ ਕਿ ਜੇ ਕੋਈ ਹੋਰ ਵੀ ਕੋਈ ਸਾਡਾ ਕੀੜਾ ਮਕੌੜਾ ਹੈਗਾ ਤੇ ਉਹ ਵੀ ਉਹਦੇ 'ਚ ਖਤਮ ਹੋ ਜੇ। ਤੇ 26ਵੇਂ ਦਿਨ ਜਿਹੜੀ ਸਾਡੀ ਕੰਪੋਸਟ ਆ ਉਹ ਬਿਲਕੁਲ ਤਿਆਰ ਆ, ਉਹ ਸਾਡੀ ਲਾਉਣ ਵਾਸਤੇ। ਸੋ ਇਹ ਵੇਖਣਾ ਜਦੋਂ 26ਵੇਂ ਦਿਨ ਕੀ ਤਿਆਰੀ ਦਾ ਕਿਸ ਤਰ੍ਹਾਂ ਪਤਾ ਲੱਗਦਾ, ਉਹਦੇ ਇੱਕ pH ਜਿਹੜੀ ਉਹਦੀ 7 ਤੋਂ 8 ਦੇ ਵਿੱਚ ਹੋਣੀ ਚਾਹੀਦੀ ਹੈ। pH ਚੈੱਕ ਕਰਨ ਦਾ ਇੱਕ pH ਪੇਪਰ ਮਿਲ ਜਾਂਦਾ ਵਾ, ਉਹਦੇ 'ਚ ਆਪਾਂ 100 ਗ੍ਰਾਮ ਜਿਹੜੀ ਆ ਕੰਪੋਸਟ ਲੈ ਕੇ 100 ml ਪਾਣੀ ਦੇ ਵਿੱਚ ਘੋਲ ਕੇ ਜਿਹੜਾ ਉੱਪਰ ਨਤਾਰੇ ਉਹਦੇ ਵਿੱਚ ਜਦੋਂ ਆਪਾਂ ਉਹ ਪੇਪਰ ਪਾਉਂਦੇ ਹਾਂ, ਫਿਰ ਉਹਦਾ ਰੰਗ ਮੈਚ ਕਰਦੇ ਹਾਂ। ਉਹ ਜਿਹੜੇ ਰੰਗ ਦੇ ਨਾਲ ਮੈਚ ਕਰਦਾ ਤੇ ਉਹਦੇ 'ਚ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ pH ਸਾਡੀ ਠੀਕ ਹੈ। ਜੇ ਕੋਈ ਘਾਟ ਵੱਧ ਹੋਵੇ ਫਿਰ ਆਪਾਂ ਜਿਪਸਮ ਪਾ ਕੇ ਉਹਨੂੰ ਆਪਾਂ pH ਠੀਕ ਕਰ ਸਕਦੇ ਹਾਂ। ਸੋ ਇਹ ਜਿਹੜੀ ਸਾਡੀ ਕੰਪੋਸਟ ਹੈ, ਉਹਦੇ 'ਚੋਂ ਅਮੋਨੀਆ ਗੈਸ ਦੀ ਸਮੈਲ ਨਹੀਂ ਆਉਣੀ ਚਾਹੀਦੀ, ਬੜੀ ਵਧੀਆ ਸਮੈਲ ਇੱਕ ਆਉਣੀ ਚਾਹੀਦੀ ਆ। ਤੇ ਉਹਦਾ ਰੰਗ ਵੀ ਭੁਰਭੁਰਾ ਜਿਹਾ ਰੰਗ ਉਹਦਾ ਜਿਹੜਾ ਵਾ ਬਰਾਊਨ ਜਿਹਾ ਭੂਰੇ ਜਿਹੇ ਰੰਗ ਦਾ ਹੋ ਜਾਣਾ ਚਾਹੀਦਾ, ਤੇ ਉਹਦਾ ਟੈਕਸਚਰ ਵੀ ਜਿਹੜਾ ਭੁਰਭੁਰਾ ਜਿਹਾ ਹੋਣਾ ਚਾਹੀਦਾ। ਇਹ ਸਮਝੋ ਕਿ ਜੇ ਇਹ ਸਾਰੀਆਂ ਵਿੱਚ ਖੂਬੀਆਂ ਆ ਗਈਆਂ ਨੇ, ਇਹਦਾ ਮਤਲਬ ਕਿ ਸਾਡੀ ਜਿਹੜੀ ਆ ਇਹ ਕੰਪੋਸਟ ਤਿਆਰ ਹੈ। ਹੁਣ ਜਿਹੜੀ ਉਸ ਕੰਪੋਸਟ ਆ, ਜਿੱਦਾਂ ਚਿਰ ਆਪਾਂ ਇਹ ਕੰਮ ਕਰ ਰਹੇ ਹਾਂ, ਦੇਖੋ 26 ਦਿਨ ਲੱਗ ਗਏ ਸਾਨੂੰ ਉਹ ਕੰਪੋਸਟ ਤਿਆਰ ਕਰਦੇ ਹਾਂ। ਸੋ ਉਹਦੇ ਨਾਲ ਸਾਨੂੰ ਅੰਦਰ ਜਿਹੜਾ ਸਾਡਾ ਕਮਰਾ, ਉਹਦੀ ਵੀ ਨਾਲ ਤਿਆਰੀ ਰੱਖਣੀ ਚਾਹੀਦੀ ਹੈ ਕਿ ਜਿੱਥੇ ਆਪਾਂ ਬਿਜਾਈ ਕਰਨੀ, ਇਹਦੀ ਬਿਜਾਈ ਜਿਹੜੀ ਆ ਆਪਾਂ ਨੂੰ 3 ਫੁੱਟ ਚੌੜੇ ਤੇ ਲੰਬੇ ਆਪਣੇ ਕਮਰੇ ਦੀ ਲੰਬਾਈ ਦੇ ਹਿਸਾਬ ਦੇ ਨਾਲ ਬੈੱਡ ਬਣਾ ਲੈਣੇ ਚਾਹੀਦੇ ਆ। ਜਿਸ ਤਰ੍ਹਾਂ ਮਿਸਤਰੀ ਜਦੋਂ ਕੰਧ ਕਰਦਾ ਤੇ ਗੋ ਬਣਾਉਂਦਾ, ਇੱਕ ਫੱਟੇ ਲਾ ਕੇ ਬਣਾਉਂਦਾ, ਇਸ ਤਰ੍ਹਾਂ ਦਾ ਢਾਂਚਾ ਆਪਾਂ ਬਾਂਸਾਂ ਦਾ ਤੇ ਰੱਸੀਆਂ ਦਾ ਬੁਣ ਕੇ ਉਹਦੇ ਉੱਤੇ ਜਾਲੀ ਪਾ ਕੇ ਤਿਆਰ ਕਰ ਸਕਦੇ ਹਾਂ, ਤਾਂ ਕਿ ਜਿਹੜੀ ਕੰਪੋਸਟ ਅਸੀਂ ਬਾਹਰ ਤਿਆਰ ਕਰ ਰਹੇ ਹਾਂ, ਇਹਨੂੰ ਆਪਾਂ ਉਹਦੇ ਤੇ ਵਿਛਾ ਕੇ ਫਿਰ ਉਹਦੇ ਵਿੱਚ ਬੀਜ ਰਲਾ ਸਕੀਏ।
ਸੋ ਇਹ ਜਿਹੜਾ ਕੰਮ ਹੈ ਸਾਨੂੰ 26ਵੇਂ ਦਿਨ ਜਿਹੜਾ ਵਾ ਇਹ ਜਿਹੜਾ ਕੰਪੋਸਟ ਆ ਉਹਨੂੰ ਉਹਦੇ ਵਿੱਚ ਲੈ ਜਾਣਾ, ਬੈੱਡ ਦੇ ਕਮਰੇ ਦੇ ਵਿੱਚ ਲੈ ਜਾਣਾ। ਉਹਦੇ ਵਿੱਚ ਸਾਨੂੰ ਜਿਹੜੇ ਬੈੱਡ ਬਣਾਏ ਆ, ਇੱਕ ਤੇ ਜ਼ਮੀਨ ਤੇ ਬਣ ਸਕਦਾ, ਇੱਕ ਸਾਡਾ 3 ਫੁੱਟ ਉੱਚਾ, ਫਿਰ 3 ਫੁੱਟ ਉੱਚਾ। ਇਸ ਤਰ੍ਹਾਂ ਆਪਾਂ ਕਮਰੇ ਦੇ ਵਿੱਚ ਇਹ ਬੈੱਡ ਬਣਾ ਕੇ ਉਹਦੇ ਵਿੱਚ 6-7 ਇੰਚ ਜਿਹੜੀ ਆ ਕੰਪੋਸਟ ਵਿਛਾ ਕੇ, ਪਹਿਲੋਂ ਤੈਅ ਉਹਦੀ ਸਾਰੀ ਵਿਛਾ ਲੈਣੀ ਆ। ਫਿਰ ਆਪਾਂ ਬੀਜ ਲਿਆਉਣਾ, ਜਿਹੜਾ 3 ਕੁਇੰਟਲ ਵਾਸਤੇ ਤਕਰੀਬਨ 3 ਕੁਇੰਟਲ ਹੀ 3 ਕਿਲੋ ਬੀਜ ਚਾਹੀਦਾ, ਜਿਹੜਾ ਸਾਨੂੰ 15-20 ਦਿਨ ਪਹਿਲਾਂ ਬੁੱਕ ਕਰਾ ਲੈਣਾ ਚਾਹੀਦਾ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇਹਦਾ ਤੁਹਾਨੂੰ ਮੌਕੇ ਤੇ ਬੀਜ ਨਹੀਂ ਮਿਲਦਾ। ਕਈ ਵਾਰੀ ਕਿਸਾਨ ਕੀ ਕਰਦੇ, ਸਾਰਾ ਕੁਝ ਇਸ ਤਰ੍ਹਾਂ ਸੁਣ ਕੇ, ਜਿਸ ਤਰ੍ਹਾਂ ਮੈਂ ਦੱਸ ਰਿਹਾ ਜਾਂ ਕੋਈ ਹੋਰ ਆਪਣੇ ਰਿਸ਼ਤੇਦਾਰ ਦੇ ਵੇਖ ਕੇ ਕੰਮ ਸ਼ੁਰੂ ਕਰ ਲੈਂਦੇ, ਪਰ ਬੀਜ ਨਹੀਂ ਬੁੱਕ ਕਰਾਇਆ ਹੁੰਦਾ। ਉਹ ਬੜੀ ਸਮੱਸਿਆ ਆਉਂਦੀ ਆ, ਕਿਉਂਕਿ ਬੀਜ ਇਹਦਾ ਰੈਡੀਲੀ ਤੁਹਾਨੂੰ ਇੱਕਦਮ ਨਹੀਂ ਮਿਲ ਸਕਦਾ। ਉਹ ਜੇ ਸਿਸਟਮ ਚੱਲ ਰਿਹਾ 3-4 ਕਿਲੋ ਤੇ ਚਲੋ ਸਪੇਅਰ ਕਰ ਸਕਦੀ ਹੈ ਲੈਬੋਰਟਰੀ, ਪਰ ਜਦੋਂ ਜ਼ਿਆਦਾ ਮਾਤਰਾ ਦੇ ਵਿੱਚ ਵੱਡੀ ਕਿਸਮ, ਜੇ ਆਪਾਂ 100 ਕੁਇੰਟਲ ਕਰ ਲਿਆ, 30 ਕਿਲੋ ਬੀਜ ਚਾਹੀਦਾ, ਉਹਦੇ ਵਿੱਚ ਫਿਰ ਸਾਨੂੰ ਮੁਸ਼ਕਲ ਆ ਜਾਂਦੀ ਹੈ ਕਿਸਾਨਾਂ ਨੂੰ ਕਿ ਉਹ ਇੱਕਦਮ ਬੀਜ ਨਹੀਂ ਮਿਲਦਾ। ਫਿਰ ਉਹ ਸਾਡਾ ਜਿਹੜਾ ਕੰਪੋਸਟ ਆ ਉਹ ਵੀ ਖਰਾਬੀ ਵੱਲ ਆਉਂਦਾ। ਇਸ ਕਰਕੇ ਸਾਨੂੰ ਬੀਜ ਦੀ ਬੁਕਿੰਗ, ਜਦੋਂ ਵੀ ਖੁੰਬਾਂ ਦਾ ਕੰਮ ਸ਼ੁਰੂ ਕਰਨਾ, ਸਭ ਤੋਂ ਪਹਿਲਾਂ ਟ੍ਰੇਨਿੰਗ, ਤੇ ਫਿਰ ਜਦੋਂ ਆਪਾਂ ਟ੍ਰੇਨਿੰਗ ਲੈ ਲਈ ਤੇ ਨਾਲ ਹੀ ਫਿਰ ਸਾਨੂੰ ਬੀਜ ਦੀ ਬੁਕਿੰਗ ਕਰਾ ਲੈਣੀ ਚਾਹੀਦੀ ਆ, ਕਿ ਸਾਨੂੰ ਪਤਾ ਹੋਵੇ ਕਿ 25-26 ਦਿਨ ਸਾਡੀ ਉਹ ਕੰਪੋਸਟ ਤਿਆਰ ਹੋਣੀ ਆ। ਤੇ ਉਹ ਜਿਹੜਾ ਵਾ ਫਿਰ ਆਪਾਂ ਨੂੰ ਉਹ ਜਿਹੜੀ ਆ ਉਹਦੀ ਤਿਆਰੀ ਸਾਨੂੰ ਕਰਕੇ ਜਿਹੜਾ, ਤਾਂ ਕਿ ਸਾਨੂੰ ਜਦੋਂ ਆਪਾਂ ਲਾਉਣੀ ਆ ਉਦੋਂ ਸਾਨੂੰ ਕੋਈ ਮੁਸ਼ਕਲ ਨਾ ਆਵੇ ਤੇ ਸਾਡੀ ਜਿਹੜੀ ਆ ਕੰਪੋਸਟ ਆਰਾਮ ਨਾਲ ਆਪਾਂ ਲਾ ਸਕੀਏ। ਸੋ ਕੰਪੋਸਟ ਨੂੰ ਇਸ ਤਰ੍ਹਾਂ ਬੀਜ ਨੂੰ ਜਦੋਂ 6 ਇੰਚ ਦੀ ਆਪਾਂ ਤਹਿ ਵਿਛਾ ਕੇ ਉਹਦੇ ਵਿੱਚ ਫਿਰ ਉੱਤੇ ਸਪਾਨ ਬੀਜ ਜਿਹੜਾ ਖਿਲਾਰ ਦੇਣਾ ਸਾਰੀ ਦੇ ਉੱਤੇ, ਤੇ ਥੋੜੀ ਜਿਹੀ ਉੱਤੇ ਕੰਪੋਸਟ ਪਾ ਕੇ ਉਹਨੂੰ ਆਪਾਂ ਉੱਤੇ, ਕੰਪੋਸਟ ਨਹੀਂ ਪਾਉਣੀ ਉਹਦੇ ਵਿੱਚ, ਉਹਦੇ 'ਚ ਅਖਬਾਰਾਂ ਦੇ ਨਾਲ ਢੱਕ ਦੇਣਾ। ਜਿਹੜੇ ਬੈੱਡ ਆ ਉਹਨਾਂ ਨੂੰ ਪੁਰਾਣੀਆਂ ਅਖਬਾਰਾਂ ਲੈ ਕੇ, ਕਾਗਜ਼ ਦੀਆਂ ਅਖਬਾਰਾਂ ਜਿਹੜੀਆਂ ਲੈ ਕੇ ਉਹਨਾਂ ਦੇ ਨਾਲ ਬੈੱਡ ਢੱਕ ਦੇਣੇ। ਸੋ ਇਸ ਤਰ੍ਹਾਂ ਇਹ ਜਿਹੜਾ ਸਾਡਾ ਇੱਕ ਲੰਬਾ ਤਰੀਕਾ ਵਾ, ਜਿਸ 'ਚ 26 ਦਿਨ ਲੱਗੇ ਆ, ਉਹ ਤਰੀਕਾ ਆਪਾਂ ਹੁਣ ਇਹਦੇ ਨਾਲ ਆਪਾਂ ਸ਼ਾਰਟ ਮੈਥਡ ਜਿਹੜਾ ਉਹਦੀ ਵੀ ਨਾਲ ਸਾਂਝਾ ਕਰ ਲਈਏ, ਤਾਂ ਕਿ ਅੱਗੇ ਜਿਹੜੀ ਪੈਦਾਵਾਰ ਦਾ ਪ੍ਰੋਸੈਸ ਹੈ ਉਹ ਸਾਰਿਆਂ ਦਾ, ਦੋਵਾਂ ਦਾ ਇੱਕੋ ਜਿਹਾ, ਇਹ ਦੋਵਾਂ ਤਰੀਕਿਆਂ ਦਾ ਇੱਕੋ ਜਿਹਾ, ਆਪਾਂ ਉਹਦੇ ਨਾਲ ਰਲ ਲਈ ਇਹ ਜਿਹੜਾ ਵਾ ਇਹ ਤਰੀਕਾ ਅਪਣਾ ਕੇ ਆਪਣੇ ਬੈੱਡ ਦੀ ਬਿਜਾਈ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਸਾਨੂੰ ਜਿਹੜਾ ਵਾ, ਆਪਾਂ ਇੱਕ ਇਹ ਲੰਬੇ ਤਰੀਕੇ ਦੀ ਗੱਲ ਕੀਤੀ ਹੈ, ਜੇ 26 ਦਿਨ ਲੱਗਦੇ ਆ ਕੰਪੋਸਟ ਤਿਆਰ ਹੁੰਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਵਪਾਰਕ ਪੱਧਰ ਤੇ ਜੇ ਆਪਾਂ ਗੱਲ ਕਰੀਏ, ਅੱਜ ਲੇਬਰ ਦੀ ਘਾਟ ਆਉਂਦੀ ਆ, ਉਹਦੇ ਵਾਸਤੇ ਸਾਨੂੰ ਜਿਹੜਾ ਵਾ ਸ਼ਾਰਟ ਜਿਹੜਾ ਮੈਥਡ ਹੈ, ਥੋੜੇ ਸਮੇਂ ਦਾ ਤਰੀਕਾ ਵਾ, ਉਹ ਅਪਣਾਉਣਾ ਕਿਸਾਨਾਂ ਨੇ, ਕਾਫੀ ਕਿਸਾਨਾਂ ਨੇ ਇਸ ਪਾਸੇ ਆਏ ਨੇ। ਸਾਡੇ ਪੰਜਾਬ ਦੇ ਕਿਸਾਨ ਹੀ ਕਾਫੀ ਇਸ ਪਾਸੇ ਆਏ ਨੇ, ਤੇ ਹਰ ਬੰਦੇ ਨੇ ਇਸ ਤਰ੍ਹਾਂ ਦੇ ਯੂਨਿਟ ਵੀ ਲਾਏ ਨੇ, ਜਿਹਦੇ ਨਾਲ ਉਹ ਛੇਤੀ ਜਿਹੜੀ ਕੰਪੋਸਟ ਤਿਆਰ ਹੋ ਕੇ ਸਾਡੀ ਵਿੱਚ ਚਲੇ ਜਾਂਦੀ ਆ, ਤੇ ਆਪਾਂ ਉਹਦੀ ਜਿਹੜੀ ਆ ਕਾਸ਼ਤ ਆ ਉਹ ਕਰ ਸਕਦੇ। ਸੋ ਉਹਦੇ ਵਾਸਤੇ ਸਾਨੂੰ ਭਾਫ ਵਾਲਾ, ਹਵਾ ਦੇ ਸੰਚਾਰ ਵਾਲਾ ਪਾਸਚਰਾਈਜ਼ਡ ਕਮਰਾ ਜਿਹੜਾ ਉਹ ਤਿਆਰ ਕਰਨਾ ਪੈਂਦਾ। ਸੋ ਇਹ ਥੋੜੀ ਜਿਹੀ ਭਾਵੇਂ ਜਿਹੜੀ ਵਿਧੀ ਆ, ਭਾਵੇਂ ਖਰਚੇ ਵਾਲੀ ਤੇ ਗੁੰਝਲਦਾਰ ਆ, ਪਰ ਇਹਦੇ ਨਾਲ ਪੈਦਾਵਾਰ ਵੀ ਵੱਧ ਹੁੰਦੀ ਆ, ਤੇ ਸਾਨੂੰ ਜਿਹੜਾ ਵਾ ਇੱਕ ਸਾਡੀ ਕੰਪੋਸਟ ਦੇ ਵਿੱਚ ਸਾਨੂੰ ਜਿਹੜੀਆਂ ਹੋਰ ਦਵਾਈਆਂ ਵਾ ਉਹ ਘੱਟ ਪਾਉਣੀਆਂ ਪੈਂਦੀਆਂ। ਇਹ ਜਿਹੜਾ ਪਾਸਚਰਾਈਜ਼ਡ ਜਿਹੜਾ ਪਹਿਲਾ ਕੰਮ ਹੈ, ਜਿਹੜਾ ਆਪਾਂ ਤਕਰੀਬਨ ਜਿਹੜਾ 12 ਦਿਨ ਜਿਹੜੇ 'ਚ ਲੱਗ ਜਾਂਦੇ ਆ, 9 ਤੋਂ 12 ਦਿਨ ਲੱਗ ਜਾਂਦੇ ਖਾਦਾਂ ਤੇ ਜਿਹੜੇ ਹੋਰ ਵਿੱਚ ਪਦਾਰਥ ਮਿਲਾਉਣ ਦਾ, ਉਹ ਕੰਮ ਕਰਕੇ ਉਹ ਬਾਹਰ ਕਰਕੇ, ਬਾਅਦ ਦੇ ਵਿੱਚ 12 ਦਿਨ ਬਾਅਦ ਜਿਹੜੀ 3-4 ਦਿਨ ਜਿਹੜਾ ਸਾਡਾ ਜਿਹੜਾ ਢੇਰ ਆ ਉਹ ਲਾ ਕੇ ਬਾਹਰ ਆਪਾਂ ਫੋਲਦੇ ਆ, ਉਹਦੇ 'ਚ ਖਾਦਾਂ ਦਵਾਈਆਂ ਇੱਟੀਆਂ ਪਾ ਦਿੰਦੇ ਆ। ਇਹਦੇ ਤੋਂ ਬਾਅਦ ਸਾਡਾ ਜਿਹੜਾ ਵਾ ਇਹਨੂੰ ਆਪਣੇ ਨੂੰ ਦੂਜਾ ਪੜਾਅ ਦੇ ਵਿੱਚ ਆਪਾਂ ਇਹਨੂੰ ਅੰਦਰ ਪਾਸਚਰਾਈਜ਼ ਕਮਰੇ ਦੇ ਵਿੱਚ ਲੈ ਜਾਂਦੇ ਆ। 4 ਤੋਂ 6 ਘੰਟੇ ਲਈ ਅਸੀਂ ਉਹਨੂੰ 62 ਤੋਂ 65 ਡਿਗਰੀ ਸੈਂਟੀਗ੍ਰੇਡ, ਕਿਉਂਕਿ ਉਹ ਕਮਰਾ ਉਹਦੇ ਵਿੱਚ ਬਕਾਇਦਾ ਸਾਰੀ ਤਿਆਰੀ ਇਸ ਤਰ੍ਹਾਂ ਦੀ ਕੀਤੀ ਹੁੰਦੀ ਆ ਕਿ ਉਹਦੇ ਵਿੱਚ ਆਪਾਂ ਉਹ ਭਾਫ ਦੇ ਸਕਦੇ ਆ, ਉਹਨੂੰ ਗਰਮੈਸ਼ ਦੇ ਸਕਦੇ ਆ। ਉਹਦੇ 'ਚ 4 ਤੋਂ 6 ਘੰਟੇ ਰੱਖਦੇ ਆ। ਫਿਰ ਜਿਹੜਾ ਤਾਪਮਾਨ ਆ 54 ਤੋਂ 52 ਤੋਂ 54 ਡਿਗਰੀ ਕਰ ਦਿੱਤਾ ਜਾਂਦਾ ਉਹਦੇ 'ਚ, ਤੇ ਫਿਰ ਹਵਾ ਦਾ ਲਗਾਤਾਰ ਸੰਚਾਰ 4 ਦਿਨ ਰੱਖਿਆ ਜਾਂਦਾ। ਸੋ 12-16 ਦਿਨ ਦੇ ਵਿੱਚ ਸਾਡੀ ਜਿਹੜੀ ਕੰਪੋਸਟ ਆ ਲਾਉਣ ਯੋਗ ਤਿਆਰ ਹੋ ਜਾਂਦੀ, ਭਾਵ 10 ਦਿਨ ਸਾਡੇ ਕੋਲ ਅਗੇਤੀ ਸਾਡੀ ਕੰਪੋਸਟ ਤਿਆਰ ਹੋ ਜਾਂਦੀ ਆ। ਸੋ ਇਸ ਕੰਪੋਸਟ ਨੂੰ ਇਸੇ ਤਰ੍ਹਾਂ ਆਪਾਂ ਕਮਰੇ ਦੇ ਵਿੱਚ ਲਿਜਾ ਕੇ ਜਿਹੜਾ ਵਾ ਉਹਦੇ 'ਚ ਇਹਦੇ 2-3 ਤਰੀਕੇ ਨੇ ਅੱਗੇ ਲਾਉਣ ਦੇ। ਜਿਸ ਤਰ੍ਹਾਂ ਮੈਂ ਉਹ ਬੈੱਡ ਦੱਸੇ ਆ, ਇਹਦੇ ਤੇ ਇਲਾਵਾ ਆਪਾਂ ਲੱਕੜ ਦੀਆਂ ਪੇਟੀਆਂ ਵੀ ਲੈ ਸਕਦੇ ਹਾਂ,
ਪਲਾਸਟਿਕ ਦੇ ਲਿਫਾਫਿਆਂ 'ਚ ਵੀ ਬਿਜਾਈ ਕਰ ਸਕਦੇ ਹਾਂ। ਸੋ ਇਹ 2-3 ਤਰੀਕੇ ਨੇ ਜਿਹਦੇ ਵਿੱਚ ਆਪਾਂ ਇਹਨਾਂ ਦੀ ਬਿਜਾਈ ਕਰਕੇ ਆਪਾਂ ਜਿਹੜਾ ਵਾ ਬੀਜ ਤਿਆਰ ਕਰਕੇ ਉਹਦੇ 'ਚ ਲਾ ਦੇਣਾ ਤੇ ਫਿਰ ਆਪਾਂ ਉਹਦੇ ਉੱਤੇ ਅਖਬਾਰਾਂ ਦੀ ਜਿਹੜੀ ਆ ਵਿਛਾ ਕੇ ਉਹਦੇ ਤੇ ਪਾਣੀ ਦਾ ਤਰੌਂਕਾ ਦੇਣਾ, ਸਿੱਧਾ ਪਾਣੀ ਨਹੀਂ ਦੇਣਾ। ਇਹਦੇ 'ਚ ਆਪਾਂ ਅਖਬਾਰਾਂ ਦਾ ਵਿਛਾ ਕੇ ਉੱਤੇ ਤਰੌਂਕਾ ਪਾਣੀ ਦਾ ਦੇਣਾ। ਸੋ ਦੂਜੀ ਗੱਲ ਨਾਲ ਦੀ ਨਾਲ ਜਦੋਂ ਆਪਾਂ ਇਹ ਕੰਪੋਸਟ ਤਿਆਰ ਕਰ ਰਹੇ ਹਾਂ, ਇਹਦੇ ਵਾਸਤੇ ਸਾਨੂੰ ਜਿਸ ਤਰ੍ਹਾਂ ਕੇਸਿੰਗ ਮਿੱਟੀ ਦੀ ਆਪਾਂ ਮਿਲਕੀ ਖੁੰਭ 'ਚ ਗੱਲ ਕੀਤੀ ਸੀ, ਉਹ ਕੇਸਿੰਗ ਮਿੱਟੀ ਵੀ ਜਿਹਦੇ ਵਿੱਚ ਗਲੀ ਸੜੀ ਰੂੜੀ, ਰੇਤਲੀ ਮਿੱਟੀ, ਇਹ ਜਿਹੜੀ ਆ ਸਾਨੂੰ ਪਹਿਲਾਂ ਜਿਹੜੀ ਆ ਉਹ ਤਿਆਰ ਕਰ ਲੈਣੀ ਚਾਹੀਦੀ ਆ 4:1 ਦੇ ਅਨੁਪਾਤ ਦੇ ਵਿੱਚ। ਸੋ ਇਹਨੂੰ ਰਲਾ ਕੇ ਉਹਦੇ 'ਚ ਫਾਰਮਲੀ ਦਵਾਈ ਦੇ ਨਾਲ ਸੋਧ ਕੇ ਉਹ ਪਹਿਲਾਂ ਹੀ ਸਾਡੇ ਕੋਲ ਤਿਆਰ ਹੋਈ ਹੋਵੇ। ਸੋ ਇਹਦੇ ਵਾਸਤੇ ਸਾਨੂੰ ਜਿਹੜਾ ਵਾ ਇਹਦੀ ਬਿਜਾਈ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਆ। ਸਪਾਨ ਜਦੋਂ ਪਾਉਣਾ ਵਾ ਉਹਦੇ 2 ਤਰੀਕੇ, ਇੱਕ ਤੇ ਤਹਿਆਂ ਦੇ ਵਿੱਚ ਛੋਟਾ ਛੋਟਾ ਪਾ ਸਕਦੇ ਹਾਂ, ਇੱਕ ਸਿੱਧਾ ਲੰਬੇ ਸਮੇਂ ਤਹਿ ਪਾ ਕੇ ਉੱਤੇ ਅਖਬਾਰਾਂ ਵਿਛਾ ਸਕਦੇ ਹਾਂ। ਸੋ ਇਹਦੇ ਨਾਲ ਜਿਹੜਾ ਸਾਡਾ ਇਹ ਜਿਹੜਾ ਸਾਡੀ ਇੱਕ ਤਿਆਰੀ ਹੋ ਜਾਂਦੀ ਆ। ਸੋ ਕੇਸਿੰਗ ਮਿੱਟੀ ਦੀ ਆਪਾਂ ਤਿਆਰੀ ਕਰ ਲਈ ਆ। ਸੋ ਇਹ ਜਿਹੜਾ ਵਾ ਇਹ ਕਮਰੇ ਨੂੰ ਬੰਦ ਰੱਖਣਾ, ਫਿਰ ਜਦੋਂ ਆਪਾਂ ਕੇਸਿੰਗ ਮਿੱਟੀ ਪਾਉਣੀ ਆ ਫਿਰ ਥੋੜੀ ਜਿਹੀ ਇਹਨੂੰ ਹਵਾ ਦੇਣੀ ਆ। ਇਹ ਇੱਕ ਖੁੰਭ ਜਿਹੜੀ ਇਹੋ ਜਿਹੀ ਚੀਜ਼ ਆ, ਇਹਨੂੰ ਧੁੱਪ ਦੀ ਜ਼ਰੂਰਤ ਨਹੀਂ ਹੁੰਦੀ। ਸੋ ਇਹ 'ਚ ਕਿਉਂਕਿ ਕਲੋਰੋਫਿਲ ਦੀ ਬਿਲਕੁਲ ਇਹ 'ਚ ਨਹੀਂ ਹੁੰਦੀ ਮਾਤਰਾ, ਇਸ ਕਰਕੇ ਸਾਨੂੰ ਇਹ ਜਿਹੜਾ ਵਾ ਧੁੱਪ ਤੋਂ ਬਿਲਕੁਲ ਆਪਾਂ ਹਨੇਰੇ ਕਮਰਿਆਂ ਦੇ ਵਿੱਚ ਇਹਨਾਂ ਕੰਮ ਕਰਦੇ ਹਾਂ। ਪਰ ਸਾਨੂੰ ਜਦੋਂ ਸਾਡਾ ਜਿਹੜਾ ਵਾ ਸਪਾਨ ਫੈਲਦਾ ਵਾ ਉਦੋਂ ਸਾਨੂੰ ਤਾਜ਼ੀ ਹਵਾ ਦੀ ਲੋੜ ਪੈਂਦੀ। ਇਸੇ ਕਰਕੇ ਕਹੀਦਾ ਜਿਹੜਾ ਕਮਰਾ ਵੀ ਸਾਡਾ ਤਿਆਰ ਕੀਤਾ ਵਾ ਉਹਦੇ ਵਿੱਚ ਸਾਡੇ ਕੋਲ ਰੋਸ਼ਨਦਾਨ ਹੋਣ, ਉਹਦੇ 'ਚ ਦਰਵਾਜ਼ਾ ਹੋਵੇ, ਬਾਰੀਆਂ ਹੋਣ, ਤਾਂ ਕਿ ਜੇ ਸਾਨੂੰ ਤਾਜ਼ੀ ਹਵਾ ਦੀ ਲੋੜ ਪੈਂਦੀ ਆ ਤੇ ਅਸੀਂ ਖੋਲੀਏ ਤੇ ਸਾਡਾ ਆਦਾਨ ਪ੍ਰਦਾਨ ਹੋ ਸਕੇ, ਜਿਹਦੇ ਨਾਲ ਇੱਕ ਵਧੀਆ ਖੁੰਭ ਦੀ ਪੈਦਾਵਾਰ ਹੋ ਸਕੇ। ਸੋ ਇਹ ਜਿਹੜਾ ਸਪਾਨ ਜਦੋਂ ਫੁੱਟਣਾ ਸ਼ੁਰੂ ਹੁੰਦਾ, ਆਪਾਂ ਦੇਖਣਾ ਅਖਬਾਰਾਂ ਨੂੰ ਲਾ ਕੇ ਮਾਸੀਲੀਅਮ ਜਦੋਂ ਰੇਸ਼ੇ ਚੱਲ ਗਏ, ਚਿੱਟਾ ਚਿੱਟਾ ਸਾਡਾ ਬੈੱਡ ਹੋ ਗਿਆ, ਤੇ ਫਿਰ ਅਖਬਾਰਾਂ ਲਾ ਕੇ ਉਹ ਜਿਹੜੀ ਕੇਸਿੰਗ ਮਿੱਟੀ ਤਿਆਰ ਕੀਤੀ ਆ ਉਹਦੀ 1 ਤੋਂ 1.5 ਇੰਚ ਤਹਿ ਉਹਦੇ ਉੱਤੇ ਵਿਛਾ ਦੇਣੀ ਆ। ਸੋ ਅਖਬਾਰਾਂ ਦੇ ਉੱਤੇ ਆਪਾਂ ਪਾਣੀ ਲਾਉਂਦੇ ਰਹਿਣਾ, ਅਖਬਾਰਾਂ ਸਿੱਧਾ ਪਾਣੀ ਨਹੀਂ ਲਾਉਣਾ, ਅਖਬਾਰਾਂ ਦੇ ਉੱਤੇ ਪਾਣੀ ਦੀ ਸਪਰੇਅ ਕਰਨੀ ਆ, ਸਪਰੇਅ ਪੰਪ ਨਾਲ, ਕੋਈ ਸਿੱਧਾ ਟੂਟੀ ਦਾ ਪਾਣੀ ਨਹੀਂ ਲਾਉਣਾ, ਨਾਲੀ ਦਾ ਪਾਣੀ ਨਹੀਂ ਲਾਉਣਾ। ਉਹਦੇ ਵਿੱਚ ਬੜੀ ਮਹੀਨ ਜੀ ਸਪਰੇਅ ਕਰਨੀ ਤਾਂ ਕਿ ਜਿਹੜਾ ਮਾਈਸੀਲੀਅਮ ਜਿਹੜਾ ਚੱਲ ਰਿਹਾ ਉਹ ਸੁੱਕੇ ਨਾ। ਸਾਡਾ ਮੇਨ ਮੰਤਵ ਇਹ ਆ ਕਿ ਉਹ ਗਿੱਲਾ ਰਵੇ ਤੇ ਜਿਹਦੇ ਨਾਲ ਸਾਡੀ ਪੈਦਾਵਾਰ ਵਧੀਆ ਹੋਵੇ। ਸੋ ਜਦੋਂ ਇਹ ਆਪਾਂ ਤਿਆਰੀ ਕਰ ਲੈਂਦੇ ਆ, ਫਿਰ ਸਾਡਾ ਜਿਹੜਾ ਵਾ ਇਹਦੇ 'ਚ ਕੇਸਿੰਗ ਮਿੱਟੀ ਪਾ ਦਿੰਦੇ ਆ, ਮਾਈਸੀਲੀਅਮ ਜਦੋਂ ਫੁੱਟ ਆਉਂਦਾ ਫਿਰ ਇਹਦੇ 'ਚ ਆਪਾਂ 1.5 ਇੰਚੀ ਜਿਹੜੀ ਆ ਤਹਿ ਵਿਛਾ ਦਿੰਦੇ ਆ, ਤੇ ਲਗਭਗ ਜਿਹੜੀ ਆ 1 ਵਰਗ ਮੀਟਰ ਦੇ ਵਿੱਚ 15 ਕਿਲੋ ਕੇਸਿੰਗ ਮਿੱਟੀ ਦੀ ਲੋੜ ਪੈਂਦੀ ਆ। ਇਸ ਕਰਕੇ ਸਾਨੂੰ ਜਿਹੜਾ ਵਾ ਇਹ ਆਪਾਂ ਨੂੰ ਜਿਹੜਾ ਫਿਰ ਵੇਖਾਂਗੇ ਆਪਾਂ ਇਹ 'ਚੋਂ 10 ਕੁ ਦਿਨ ਦੇ ਬਾਅਦ ਜਿਹੜੀਆਂ ਛੋਟੇ ਛੋਟੇ ਬਟਨ ਨਿਕਲਣੇ ਸ਼ੁਰੂ ਹੁੰਦੇ ਆ, ਬਾਅਦ ਦੇ ਵਿੱਚ ਉਹ ਖੁੰਭ ਦਾ ਰੂਪ ਧਾਰਨ ਕਰ ਲੈਂਦੇ ਆ। ਸੋ ਇਹਦੇ ਉੱਤੇ ਆਪਾਂ ਜਦੋਂ ਕੇਸਿੰਗ ਮਿੱਟੀ ਪਾਤੀ ਫਿਰ ਪਾਣੀ ਆਪਾਂ ਸਿੱਧਾ ਲਾ ਸਕਦੇ ਹਾਂ। ਸੋ ਉਹ ਕੇਸਿੰਗ ਮਿੱਟੀ ਦੇ ਵਿੱਚੋਂ ਸਾਡੇ ਜਿਹੜੇ ਬਟਨ ਆ ਥੱਲਿਓਂ ਮਾਈਸੀਲੀਅਮ ਦੇ ਵਿੱਚੋਂ ਨਿਕਲਣਗੇ। ਉਹਨਾਂ ਨੂੰ ਤੋੜਨ ਦਾ ਬੜਾ ਸੌਖਾ ਤਰੀਕਾ ਕਿ ਉਹਨੂੰ ਮੁੱਢ ਤੋਂ ਫੜੋ, ਥੋੜਾ ਜਿਹਾ ਘੁਮਾ ਕੇ ਇਸ ਤਰ੍ਹਾਂ ਬਾਹਰ ਕੱਢ ਲਓ। ਜਿਹੜੀ ਨਾਲ ਕੋਈ ਰੂੜੀ ਮਿੱਟੀ ਲੱਗੀ ਆ, ਰੂੜੀ ਕਿਉਂਕਿ ਆਪਾਂ ਉਹਨੂੰ ਕੇਸਿੰਗ ਮਿੱਟੀ ਲਾਈ ਆ ਉਹ ਲੱਗੀ ਹੁੰਦੀ ਆ, ਉਹਨੂੰ ਆਪਾਂ ਲਾ ਕੇ ਤੇ ਫਿਰ ਆਪਾਂ ਮੰਡੀਕਰਨ ਲਈ 200 ਗ੍ਰਾਮ ਦੇ ਲਿਫਾਫਿਆਂ ਦੇ ਵਿੱਚ ਪਾ ਕੇ ਇਹਦਾ ਮੰਡੀਕਰਨ ਕਰ ਸਕਦੇ ਹਾਂ। ਸੋ ਇਹ ਜਿਹੜੀ ਖੁੰਭ ਆ ਇੱਕ ਬੜੇ ਸੌਖੇ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ। ਠੀਕ ਹੈ, ਲੇਬਰ ਇਹਦੇ 'ਚ ਜ਼ਰੂਰਤ ਪੈਂਦੀ ਆ, ਪਰ ਮੈਂ ਫਿਰ ਤਾਕੀਦ ਕਰਾਂਗਾ ਕਿ ਸਭ ਤੋਂ ਪਹਿਲਾਂ ਇਹਦੀ ਟ੍ਰੇਨਿੰਗ ਲਈਏ। ਟ੍ਰੇਨਿੰਗ ਲੈ ਕੇ ਫਿਰ ਤੁਸੀਂ ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਕਰਿਓ। ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆ, ਇਹਦੇ ਵਿੱਚ ਵੱਖ-ਵੱਖ ਸਮੇਂ ਤੇ ਟ੍ਰੇਨਿੰਗ ਕੋਰਸ ਲੱਗਦੇ ਰਹਿੰਦੇ ਆ। ਉਹ ਤੁਸੀਂ ਨਾਲ ਰਾਬਤਾ ਰੱਖੋ ਤਾਂ ਕਿ ਜਦੋਂ ਵੀ ਕੰਮ ਕਰਨਾ ਟ੍ਰੇਨਿੰਗ ਤੋਂ ਬਿਨਾਂ ਨਹੀਂ ਕਰਨਾ, ਕਿਉਂਕਿ ਬੜਾ ਤਕਨੀਕੀ ਕੰਮ ਹੈ। ਇਹਦੇ ਵਿੱਚ ਬੜੇ ਪੜਾਅ ਲੰਘਣੇ ਪੈਂਦੇ, ਜਿਸ ਤਰ੍ਹਾਂ ਤਾਪਮਾਨ ਦਾ ਬੜਾ ਧਿਆਨ ਰੱਖਣਾ ਪੈਂਦਾ। ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਾਂਗੇ ਫਿਰ ਹੀ ਸਾਡੇ ਕੋਲ ਵਧੀਆ ਪੈਦਾਵਾਰ ਹੋ ਸਕਦੀ ਆ। ਸੋ ਜਦੋਂ ਇਹਦੇ 'ਚੋਂ ਆਪਾਂ 10-12 ਦਿਨ ਦੇ ਵਿੱਚ ਛੋਟੇ ਛੋਟੇ ਬਟਨ ਨਿਕਲਣੇ ਸ਼ੁਰੂ ਹੋ ਜਾਂਦੇ ਆ, ਇਹ ਫਿਰ ਬਟਨ 4-5 ਦਿਨ 'ਚ ਤੋੜਨਯੋਗ ਹੋ ਜਾਂਦੇ। ਇਹਨਾਂ ਦੀ ਤੋੜ ਕੇ ਆਪਾਂ ਇਹਦੀ ਆਪਣੀ 200 ਗ੍ਰਾਮ ਦੀ ਲਿਫਾਫੇ ਭਰ ਕੇ ਜਿਹੜੀ ਇਹਦੀ ਮਾਰਕੀਟਿੰਗ ਮੰਡੀਕਰਨ ਕਰ ਸਕਦੇ। ਮੰਡੀਕਰਨ ਕਰਨ ਲੱਗਿਆ ਖਿਆਲ ਰੱਖਣਾ ਇਹਦੀ ਤੁੜਾਈ ਜਿਹੜੀ ਆ ਉਹ ਸਵੇਰੇ ਸਵਖਤੇ ਕੀਤੀ ਜਾਵੇ। ਸ਼ਾਮ ਨੂੰ ਤੁੜਾਈ ਜਦੋਂ ਆਪਾਂ ਕਰਦੇ ਹਾਂ ਫਿਰ ਇਹਦੇ ਨਾਲ ਕੁਆਲਿਟੀ ਇਹਦੀ ਥੋੜ੍ਹੀ ਜਿਹੀ ਡਾਊਨ ਜਾਂਦੀ ਆ ਤੇ ਮੰਡੀ ਦੇ ਵਿੱਚ ਚੰਗਾ ਭਾਅ ਨਹੀਂ ਮਿਲਦਾ। ਇਸ ਕਰਕੇ ਸਾਨੂੰ ਜਿਹੜਾ ਸਵੇਰੇ 3-4 ਵਜੇ ਉੱਠਣ ਦਾ ਜਾਬਤਾ ਰੱਖਣਾ ਪੈਂਦਾ। ਜਿਨ੍ਹਾਂ ਨੇ ਇਹਦੀ ਕਾਸ਼ਤ ਕਰਨੀ ਆ ਤੇ ਉਹ ਸਵੇਰੇ ਉੱਠ ਕੇ ਨਾਲ ਹੀ ਪੈਕਿੰਗ ਕਰਦੇ ਆ ਤੇ ਨਾਲ ਹੀ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ।
ਸੋ ਇਹਦੇ ਚ ਤਕਰੀਬਨ ਅੱਧੋ ਅੱਧ ਦਾ ਫਾਇਦਾ ਹੈਗਾ, ਜਿੰਨੀ ਕਿ ਲਾਗਤ ਆਉਂਦੀ ਹੈ ਉਸ ਤੋਂ ਦੂਣੇ ਭਾਅ ਤੇ ਇਹ ਖੁੰਬਾਂ ਵਿਕ ਜਾਂਦੀਆਂ। ਸੋ ਅੱਜ ਕੱਲ੍ਹ ਤੇ ਵਾਤਾਨੁਕੂਲਤ ਜਿਹੜੇ ਆ, ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ, ਉਹ ਕਮਰੇ ਬਣੇ ਆ ਕੰਪੋਸਟ ਤਿਆਰ ਕਰਨ ਲਈ। ਅੱਗੇ ਕਈ ਕਿਸਾਨਾਂ ਨੇ ਵਾਤਾਨੁਕੂਲਤ ਆਪਣੇ ਜਿਹੜੇ ਆ ਸ਼ੈੱਡ ਵੀ ਬਣਾ ਲਏ, ਤਾਂ ਕਿ ਸਾਰਾ ਸਾਲ ਹੀ ਉਹ, ਕਿਉਂਕਿ ਗਰਮੀਆਂ ਆ ਜਿਹੜਾ ਸਮਾਂ ਵਾ, ਹੁਣ ਵੀ ਉਹ ਖੁੰਬ ਦੀ ਕਾਸ਼ਤ ਹੋ ਰਹੀ ਹੈ ਸਰਦੀਆਂ ਵਾਲੀ ਦੀ, ਪਰ ਉਹਦੇ ਵਾਸਤੇ ਸਾਨੂੰ ਜਿਹੜੇ ਆ ਸਾਡੇ ਕਮਰੇ ਵਾਤਾਨੁਕੂਲਤ ਕਰਨੇ ਪੈਣਗੇ। ਉਹਦੇ ਵਿੱਚ ਏਸੀ ਪਲਾਂਟ ਦਾ ਜਿਹੜੀ ਪ੍ਰੋਵੀਜ਼ਨ ਲਾ ਕੇ ਫਿਰ ਸਾਨੂੰ ਉਹਦੀ ਕਾਸ਼ਤ ਕਰਨੀ ਪਏਗੀ। ਭਾਵੇਂ ਖਰਚਾ ਵੱਧ ਜਾਂਦਾ, ਪਰ ਉਹਦਾ ਤੁਸੀਂ ਦੇਖੋ ਕਿ ਉਹਦੇ ਨਾਲ ਸਾਨੂੰ ਜਿਹੜੀ ਆ ਆਮਦਨ ਵੀ ਸਾਰਾ ਸਾਲ ਇੱਕ ਵਧੀਆ ਆਮਦਨ ਮਿਲਦੀ ਰਹਿੰਦੀ ਆ, ਕਿਉਂਕਿ ਇਹਨਾਂ ਦੀ ਲੋੜ ਤੇ ਸਾਰਾ ਸਾਲ ਹੀ ਬਣੀ ਰਹਿੰਦੀ ਆ। ਇਸ ਕਰਕੇ ਇਹ ਜਿਹੜੀਆਂ ਦੋ ਫਸਲਾਂ ਸਰਦੀਆਂ ਦੀ ਖੁੰਬ ਦੀਆਂ ਆਪਾਂ ਕਾਸ਼ਤ ਕਰ ਸਕਦੇ। ਸੋ ਹੁਣ ਚੌਥੀ ਖੁੰਬ ਤੇ ਗੱਲ ਕਰੀਏ ਆਪਾਂ, ਪਰਾਲੀ ਵਾਲੀ ਖੁੰਬ, ਸੌਰੀ ਢੀਂਗਰੀ ਖੁੰਬ। ਇਹ ਜਿਹੜੀ ਆ ਸਾਡੇ ਇਹ ਵੀ ਜਿਹੜੀ ਆ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਦੀ ਕਾਸ਼ਤ ਕੀਤੀ ਜਾਂਦੀ। ਘਰੇਲੂ ਪੱਧਰ ਤੇ ਬਾਗਬਾਨੀ ਵਿਭਾਗ ਇਹਨੂੰ ਪ੍ਰਚਲਿਤ ਕਰ ਰਿਹਾ ਤੇ ਬੜੀ ਸਕਸੈਸਫੁਲ ਹੈ। ਲੋਕਾਂ ਨੇ ਜਿਨ੍ਹਾਂ ਨੇ ਖਾਧੀ ਆ, ਲਾਉਣ ਦਾ ਆ ਜਿੰਨੀਆਂ ਮੈਂ ਗੱਲਾਂ ਦੱਸੀਆਂ, ਮੇਰੇ ਖਿਆਲ ਅੱਧੇ ਤੇ ਇਹਦੇ ਚੋਂ ਬੰਦੇ ਛੱਡ ਜਾਂਦੇ ਆ ਤੇ ਇੰਨੀ ਮਿਹਨਤ ਕਿਹੜਾ ਜੀ 7 ਪਲਟਾਈਆਂ ਕਰੂਗਾ, 26 ਦਿਨ ਲੱਗਣਗੇ ਪਹਿਲੋਂ ਕੰਪੋਸਟ ਤਿਆਰ ਕਰਦੇ ਆ। ਪਰ ਮੈਂ ਇੱਕ ਜਿਹੜੀ ਹੈ ਹੁਣ ਜਿਹੜੀ ਖੁੰਬ ਦੀ ਗੱਲ ਕਰਨ ਲੱਗਾ, ਇਹਨੂੰ ਤੁਸੀਂ ਹਰ ਬੰਦਾ ਘਰੇਲੂ ਬਗੀਚੀ 'ਚ, ਆਪਣੇ ਘਰ ਦੇ ਵਿੱਚ, ਆਪਣੇ ਜਿਹੜੇ ਵੀ ਘਰ 'ਚ ਰਹਿ ਰਿਹਾ ਉੱਥੇ ਹੀ ਲਾ ਸਕਦਾ। ਉਹਦੇ ਵਿੱਚ ਕੋਈ ਜ਼ਿਆਦਾ ਮਿਹਨਤ ਮੁਸ਼ੱਕਤ ਦੀ ਲੋੜ ਨਹੀਂ ਪੈਂਦੀ। ਇਹਦੇ ਵਿੱਚ ਸਾਨੂੰ ਜਿਹੜਾ ਵਾ ਜਿਹੜਾ ਖਾਸ ਇਹਦੀ ਇਹੀ ਆ ਕਿ ਇਹਦੇ ਵਿੱਚ ਕੋਈ ਵੀ ਖਾਦ ਤੇ ਦਵਾਈ ਨਹੀਂ ਪੈਂਦੀ। ਭਾਵੇਂ ਕਿ ਉਹਦੇ 'ਚ ਵੀ ਖਾਦਾਂ ਦਵਾਈਆਂ ਦਾ ਜਿਹੜਾ ਵਾ ਅਸਰ ਖਤਮ ਹੋ ਜਾਂਦਾ, ਕੋਈ ਇਹੋ ਜਿਹਾ ਅੰਸ਼ ਨਹੀਂ ਰਹਿੰਦਾ, ਪਰ ਇਹਦੇ ਵਿੱਚ ਕੋਈ ਵੀ ਖਾਦ ਤੇ ਦਵਾਈ ਦੀ, ਜਿਸ ਤਰ੍ਹਾਂ ਪਰਾਲੀ ਵਾਲੀ ਖੁੰਬ ਆ, ਮਿਲਕੀ ਖੁੰਬ ਆ ਤੇ ਢੀਂਗਰੀ ਖੁੰਬ ਆ। ਸੋ ਇਹਨਾਂ ਦੀ ਜਿਹੜੀ ਮੈਂ ਗੱਲ ਕੀਤੀ ਸੀ ਢੀਂਗਰੀ ਖੁੰਬ ਦੀ, ਇਹ ਢੀਂਗਰੀ ਖੁੰਬ, ਇਹਦੀ ਭਾਵੇਂ ਸ਼ਕਲ ਤੇ ਨਹੀਂ ਇਹਦੀ ਬਟਨ ਖੁੰਬ ਵਰਗੀ, ਪਰ ਇਹਦੀ ਅਕਲ ਪੂਰੀ, ਇਹਦੇ 'ਚ ਜਿਹੜੇ ਖੁਰਾਕੀ ਗੁਣ ਆ ਉਹ ਪੂਰੇ ਹੀ ਖੁੰਬ ਵਰਗੇ ਆ, ਪਰ ਲਾਉਣੀ ਸਭ ਤੋਂ ਸੌਖੀ ਆ। ਇਹਦੇ ਵਿੱਚ ਸਾਨੂੰ ਕੀ ਚਾਹੀਦਾ, ਇੱਕ ਲਿਫਾਫੇ ਦੀ ਆਪਾਂ ਗੱਲ ਕਰ ਲਈਏ, 2.5-3 ਕਿਲੋ ਤੂੜੀ ਚਾਹੀਦੀ ਆ, 250 ਗ੍ਰਾਮ ਬੀਜ ਚਾਹੀਦਾ, ਇੱਕ ਪਲਾਸਟਿਕ ਦਾ ਲਿਫਾਫਾ 1.5 ਬਾਈ 2 ਦਾ ਚਾਹੀਦਾ, ਪਾਣੀ ਚਾਹੀਦਾ ਤੇ ਇੱਕ ਕਮਰਾ ਚਾਹੀਦਾ। ਸੋ ਇਹ 4 ਚੀਜ਼ਾਂ ਚਾਹੀਦੀਆਂ, ਇਸ ਤੋਂ ਇਲਾਵਾ ਪੰਜਵੀਂ ਚੀਜ਼ ਦੀ ਲੋੜ ਨਹੀਂ ਪੈਂਦੀ। ਸੋ ਇਹਦੇ 'ਚ ਆਪਾਂ ਨੂੰ ਤੂੜੀ ਨੂੰ ਆਪਾਂ ਇਸ ਤਰ੍ਹਾਂ ਹੀ 16 ਤੋਂ 18 ਘੰਟੇ ਭਿਓ ਦੇਣਾ। ਉਸੇ ਤਰ੍ਹਾਂ ਨਮੀ ਉਨੀ 70-75% ਹੀ ਵੇਖਣੀ ਆ। ਤੂੜੀ ਭਿਉਣੀ ਆ, ਸਾਫ਼ ਸੁਥਰੀ ਤੂੜੀ ਭਿਉਣੀ ਆ, ਮੂਸਲ ਠੱਠਾ ਨਾ ਹੋਵੇ, ਇਹਦੇ ਵੀ ਪਾਣੀ ਉੱਤੇ ਬਾਰਿਸ਼ਾਂ ਦਾ ਪਿਆ ਹੋਵੇ ਤੇ ਫਿਰ ਉਹ ਤੂੜੀ ਉਹ ਸਾਡੇ ਵਾਸਤੇ ਨੁਕਸਾਨਦੇਹ ਹੁੰਦੀ ਆ, ਉਹਦੇ ਸਾਨੂੰ ਪੈਦਾਵਾਰ ਨਹੀਂ ਦਿੰਦੀ। ਸੋ ਇਹ ਜਿਹੜੀ ਆ, ਜੇ ਆਪਾਂ ਇੱਕ ਲਿਫਾਫੇ ਦੀ ਗੱਲ ਕਰਦੇ ਹਾਂ, ਉਹ ਲਿਫਾਫੇ ਤੂੜੀ ਨੂੰ ਭਿਉਂ ਕੇ ਉਹਦੇ ਵਿੱਚ ਅਗਲੇ ਦਿਨ ਫਰਸ਼ ਤੇ ਖਿਲਾਰ ਕੇ ਆਪਣਾ ਲਿਫਾਫਾ ਪਲਾਸਟਿਕ ਦਾ ਲੈ ਕੇ ਉਹ 'ਚ 3 ਇੰਚ ਤੂੜੀ ਦੀ 2 ਤਰੀਕੇ ਨੇ। ਜਿਹੜਾ ਬੀ ਆ, ਜੇ ਪਾਈਆ ਬੀ ਆ, ਉਹਨੂੰ ਅਖਬਾਰ ਦੇ ਉੱਤੇ ਖਿਲਾਰ ਲਓ, ਅੱਧਾ ਬੀ ਵਿੱਚ ਮਿਕਸ ਕਰ ਦਿਓ ਸਾਰੀ ਤੂੜੀ ਦੇ ਵਿੱਚ, ਤੇ ਫਿਰ ਬਾਅਦ ਦੇ ਵਿੱਚ 3 ਇੰਚ ਦੀ ਤਹਿ ਭਰੋ ਤੂੜੀ ਤੇ ਉੱਤੇ ਬੀ ਖਿਲਾਰ ਦਿਓ, ਫਿਰ 3 ਇੰਚ ਦੀ ਤਹਿ ਭਰੋ, ਤੂੜੀ ਖਿਲਾਰ ਦਿਓ। ਇਸ ਤਰ੍ਹਾਂ ਕਰਦੇ ਕਰਦੇ 3-4 ਤਹਿਆਂ ਦੇ ਵਿੱਚ ਖਿਲਾਰ ਕੇ ਉੱਪਰਲੀ ਤਹਿ ਦੇ ਉੱਤੇ ਸਾਨੂੰ ਬੀ ਖਿਲਾਰ ਕੇ ਤੇ ਸਾਡਾ ਜਿਹੜਾ ਵਾ ਲਿਫਾਫਾ ਸੇਬੇ ਦੇ ਨਾਲ ਬੰਨ੍ਹ ਦੇਣਾ, ਸਾਈਡਾਂ ਤੋਂ ਕੱਟ ਦੇਣਾ। ਠੀਕ ਹੈ ਜੀ। ਸੋ ਦੂਜਾ ਤਰੀਕਾ ਵਾ ਕਿ ਅੱਧਾ ਬੀ ਆਪਾਂ ਇਸ ਤਰ੍ਹਾਂ ਹੀ ਸਾਰਾ ਤਹਿਆਂ ਦੇ ਵਿੱਚ ਖਿਲਾਰਦੇ ਰਹੀਏ। ਇਹ 2 ਤਰੀਕੇ ਨੇ। ਇਸ ਤਰ੍ਹਾਂ 3-4 ਤਹਿਆਂ ਦੇ ਵਿੱਚ ਬੀ ਖਿਲਾਰ ਕੇ, ਬੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ, ਬੀ ਵਿਚਕਾਰ ਨਹੀਂ ਪਾਉਣਾ, ਬੀ ਸਾਈਡਾਂ ਤੇ ਪਾਉਣਾ। ਸੋ ਇਹ ਜਿਹੜਾ ਲਿਫਾਫਾ ਵਾ, ਉੱਤੋਂ ਜਦੋਂ ਬੰਨ੍ਹ ਕੇ ਇਹਨੂੰ ਕਮਰੇ ਦੇ ਵਿੱਚ ਇੱਟ ਦੇ ਉੱਤੇ ਰੱਖ ਦੇਣਾ। ਇੱਟ ਲਓ, ਇੱਟ ਦੇ ਉੱਤੇ ਰੱਖ ਦਿਓ ਤੇ 1-1 ਫੁੱਟ ਦੀ ਦੂਰੀ ਦੇ ਉੱਤੇ ਇੱਟਾਂ ਰੱਖ ਕੇ ਉਹ ਜਿਹੜੇ ਜਿੰਨੇ ਵੀ ਲਿਫਾਫੇ ਆਪਾਂ ਤਿਆਰ ਕੀਤੇ ਆ ਰੱਖ ਕੇ ਉਹਨੂੰ ਕੁਛ ਨਹੀਂ ਕਰਨਾ, ਬੰਦ ਰਹਿਣ ਦੇਣਾ। 15-20 ਦਿਨ, 25 ਦਿਨ, 30 ਦਿਨ ਵੀ ਲੱਗ ਸਕਦੇ ਤਾਪਮਾਨ ਦੇ ਲਿਹਾਜ਼ ਦੇ ਨਾਲ। ਸੋ ਭਾਵੇਂ ਕਿ ਸਰਦੀਆਂ ਦੇ ਵਿੱਚ ਤਾਪਮਾਨ ਹੁੰਦਾ, ਪਰ ਕਈ ਵਾਰੀ ਜ਼ਿਆਦਾ ਡਾਊਨ ਚੱਲ ਜਾਂਦਾ, ਇਸ ਕਰਕੇ ਉਹਦੇ 'ਚ ਚੱਲਣ 'ਚ ਥੋੜ੍ਹੀ ਜਿਹੀ ਆ ਜਾਂਦੀ ਆ। ਉਹਦੇ ਆਪਾਂ ਜਿਹੜੀਆਂ ਸੇਬੇ ਵਾਲੀਆਂ ਬੋਰੀਆਂ ਪਾ ਕੇ ਉਹਨਾਂ ਨੂੰ ਢੱਕ ਸਕਦੇ ਹਾਂ ਤਾਂ ਕਿ ਗਰਮੈਸ਼ ਆ ਜਾਏ, ਤੇ ਉਹਦੇ ਨਾਲ ਸਾਡਾ ਜਿਹੜਾ ਬੀਜ ਛੇਤੀ ਚੱਲ ਪੈਂਦਾ। ਉਹ ਜਿਹੜਾ ਵਾ ਉਹਨੂੰ ਫਿਰ ਆਪਾਂ 20-25 ਦਿਨ ਕੋਈ ਨਹੀਂ ਕਰਨਾ, ਜਿੰਨਾ ਚਿਰ ਆਪਾਂ ਲਿਫਾਫਾ ਦਿਸ ਰਿਹਾ ਬਾਹਰੋਂ, ਕਿਉਂਕਿ ਪਾਰਦਰਸ਼ੀ ਲਿਫਾਫਾ ਪਲਾਸਟਿਕ ਦਾ ਲਿਫਾਫਾ ਵਾ, ਉਹ ਦਿਸਦਾ ਰਹਿੰਦਾ। ਉਹਦੇ ਵਿੱਚ ਆਪਾਂ ਦੇਖਾਂਗੇ ਜਦੋਂ 20-25 ਦਿਨ ਬਾਅਦ ਚਿੱਟਾ ਜਿਹਾ ਹੋ ਜਾਂਦਾ, 80% ਚਿੱਟਾ ਹੋ ਜਾਂਦਾ, 60 ਵੀ ਹੋ ਜੇ ਤਾਂ ਵੀ ਲਿਫਾਫੇ ਨੂੰ ਬਲੇਡ ਲੈਣਾ ਜਾਂ ਚਾਕੂ ਲੈਣਾ, ਉਹਦੇ ਨਾਲ ਕੱਟ ਕੇ ਲਿਫਾਫਾ ਲਾ ਦੇਣਾ, ਤੇ ਉਹ ਤੁਹਾਡਾ ਤੂੜੀ ਦਾ ਢੇਲਾ ਜਿਹਾ ਬਣਿਆ ਰਹਿ ਜੂ। ਉਹ ਢੇਲਾ ਤਾਂ ਹੀ ਬਣਿਆ ਰਹੂ ਜੇ ਜਦੋਂ ਆਪਾਂ ਬੀ ਪਾਇਆ ਤੇ ਤੂੜੀ ਨੱਪ ਕੇ ਪਾਈ ਆ। ਜੇ ਆਪਾਂ ਢਿੱਲੀ ਸੁੱਟ ਦਿਆਂਗੇ ਉਹ ਸਾਡਾ ਸਾਰਾ ਲਿਫਾਫਾ ਖਿਲਰ ਜੂਗਾ,
ਉਹਦੇ ਚੋਂ ਵੀ ਤੂੜੀ ਸਾਰੀ ਖਿਲਰ ਜੂਗੀ, ਪੈਦਾਵਾਰ ਨਹੀਂ ਹੋਏਗੀ। ਇਸ ਕਰਕੇ ਜਦੋਂ ਬੀਜ ਪਾਉਣਾ ਉਦੋਂ ਵੀ ਸਾਨੂੰ ਖਿਆਲ ਰੱਖਣਾ ਕਿ ਥੋੜਾ ਨੱਪਦੇ ਰਹਿਣਾ, ਫਿਰ ਸੇਬੇ ਦੇ ਨਾਲ ਬੰਨ੍ਹ ਕੇ ਰੱਖ ਦੇਣਾ। 20-25 ਦਿਨ ਉਹਨੂੰ ਆਪਾਂ ਕੁਛ ਨਹੀਂ ਕਹਿਣਾ, ਕਈ ਵਾਰੀ 30 ਤੋਂ ਉੱਤੇ ਵੀ ਦਿਨ ਲੱਗ ਜਾਂਦੇ ਆ। ਤੇ ਮੈਂ ਉਹਦੇ ਨਾਲ ਵੀ ਤੁਹਾਡੇ ਨਾਲ ਤਜਰਬੇ ਸਾਂਝੇ ਕਰਦਾ। ਅਸੀਂ ਕਿਸਾਨਾਂ ਨੂੰ ਦੱਸਦੇ ਹਾਂ, ਪਹਿਲੀ ਗੱਲ ਤੇ ਅਸੀਂ ਦੱਸਦੇ ਹਾਂ ਕਿ ਇਹ ਖੁੰਬ ਮਤਲਬ ਕਿ ਆਪ ਖੁੰਬ ਨਹੀਂ ਹੈ। ਲੋਕਾਂ ਦੇ ਮਨ 'ਚ ਪਤਾ ਨਹੀਂ, ਇਹਦਾ ਹੀ ਇੱਕ ਦਿਮਾਗ 'ਚ ਬੈਠਾ ਕਿ ਸਾਡਾ ਵੀ ਬੰਦੇ ਵੀ ਕਈ ਵਾਰੀ ਗਲਤੀ ਕਰ ਜਾਂਦੇ ਆ, ਉਹ ਖੁੰਬ ਹੀ ਖੁੰਬ ਕਹੀ ਜਾਂਦੇ ਜੀ, ਖੁੰਬਾਂ ਲਵਾਉਣੀਆਂ ਤੁਹਾਡੇ, ਪਰ ਜਦ ਕਿ ਉਹਨਾਂ ਨੂੰ ਢੀਂਗਰੀ ਕਹਿਣਾ ਚਾਹੀਦਾ। ਸੋ ਬੰਦ ਦੇ ਵਿੱਚ ਇੱਕ ਫੋਟੋ ਲੈ ਲੈਣੀ ਚਾਹੀਦੀ ਆ, ਫੋਟੋ ਜ਼ਰੂਰ ਕੋਲ ਰੱਖਣੀ ਚਾਹੀਦੀ ਵੀ ਇਸ ਤਰ੍ਹਾਂ ਦੀ ਸ਼ਕਲ ਦੀ ਆਉਣੀ। ਸੋ ਉਹ ਹੁੰਦਾ ਕੀ ਆ, ਅਸੀਂ ਉਹ ਲਿਫਾਫੇ ਲਵਾ ਦਿੰਦੇ ਆ। ਉਹ ਜਦੋਂ 25-30 ਦਿਨ ਦੇ ਬਾਅਦ ਲਿਫਾਫਾ ਫਿਰ ਕੱਟ ਦਈਦਾ। ਫਿਰ ਪਾਣੀ ਦਾ ਤਰੌਂਕਾ ਦੇਣਾ। ਪਾਣੀ ਦਾ ਤਰੌਂਕਾ ਆਪਾਂ ਹੱਥ ਨਾਲ ਵੀ ਦੇ ਸਕਦੇ ਹਾਂ। ਪਾਣੀ ਦਾ ਤਰੌਂਕਾ ਛੋਟੇ ਸਪਰੇ ਪੰਪ ਮਿਲਦੇ ਆ, ਉਹਦੇ ਨਾਲ ਜੇ ਦਿੱਤਾ ਜਾਵੇ ਤਾਂ ਵਧੀਆ। ਉਹ ਭਾਵ ਉਹੀ ਆ ਕਿ ਉੱਲੀ ਨੂੰ ਆਪਾਂ ਗਿੱਲਾ ਰੱਖਣਾ, ਉਹਦੇ ਵਿੱਚੋਂ ਛੋਟੇ ਛੋਟੇ ਬਟਨ ਨਿਕਲਣਗੇ। ਬਟਨ ਫਿਰ ਸਾਨੂੰ ਜਿਸ ਤਰ੍ਹਾਂ ਦਾ ਆਪਣਾ ਹੱਥ ਆ ਜਾਂ ਪੱਤੇ ਆ, ਇਸ ਤਰ੍ਹਾਂ ਮੋਟੇ ਪੱਤੇ ਆ ਜਿਸ ਤਰ੍ਹਾਂ, ਉਹਦੀ ਸ਼ਕਲ ਦਾ ਢੀਂਗਰੀ ਨਿਕਲੂਗੀ। ਇਹਨੂੰ ਫਿਰ ਸਿਰੇ ਤੋਂ ਫੜ ਕੇ ਘੁਮਾ ਕੇ ਤੋੜਨਾ, ਕਦੀ ਵੀ ਬਲੇਡ ਨਾਲ ਜਾਂ ਚਾਕੂ ਨਾਲ ਦੀ ਖੁੰਬ ਨੂੰ ਤੋੜਨਾ। ਜਦੋਂ ਵੀ ਤੋੜਨਾ ਸਿੱਧੇ ਹੱਥ ਨਾਲ ਟਵਿਸਟ ਕਰਕੇ ਉਹਨੂੰ ਥੋੜਾ ਜਿਹਾ ਮਰੋੜੀ ਦੇਣੀ ਆ, ਉਹਦੇ ਨਾਲ ਟੁੱਟੂਗੀ। ਉਹਦੇ ਨਾਲ ਕੀ ਹੁੰਦਾ ਕਿ ਛੋਟੇ ਬਟਨ ਜਦੋਂ ਆਪਾਂ ਚਾਕੂ ਨਾਲ ਤੋੜਦੇ ਹਾਂ, ਛੋਟੇ ਬਟਨ ਵੀ ਸਾਡੇ ਖਰਾਬ ਹੋ ਜਾਂਦੇ ਆ, ਫਿਰ ਸਾਡੀ ਉਹ ਜ਼ਿਆਦਾ ਪੈਦਾਵਾਰ ਨਹੀਂ ਆਉਂਦੀ। ਇਸ ਕਰਕੇ ਸਾਨੂੰ ਜਿਹੜਾ ਵਾ, ਇਸ ਤਰ੍ਹਾਂ ਆਪਾਂ ਜਦੋਂ ਇਹਦੀ ਜਿਹੜੀ ਆ ਤੋੜ ਕੇ ਆਪਾਂ ਇਹਦੀ 100 ਗ੍ਰਾਮ ਦੀ ਪੈਕਿੰਗ ਕਰਕੇ, ਇਹ ਚੋਂ ਇੱਕ ਲਿਫਾਫੇ ਦੇ ਵਿੱਚੋਂ 1.5-2 ਕਿਲੋ ਸਾਨੂੰ ਜਿਹੜੀ ਆ ਢੀਂਗਰੀ ਖੁੰਬ ਜਿਹੜੀ ਆ ਉਹ ਪ੍ਰਾਪਤ ਹੋ ਜਾਂਦੀ ਆ। ਸੋ ਢੀਂਗਰੀ ਆਪਾਂ ਕਹੀਏ, ਖੁੰਬ ਵੀ ਨਾ ਕਹੀਏ, ਢੀਂਗਰੀ ਉਹਦੇ ਚੋਂ ਪ੍ਰਾਪਤ ਹੋ ਜਾਂਦੀ ਆ। ਜਿਹਦੀ ਕਿ ਖੁਰਾਕੀ ਮਹੱਤਤਾ ਦੀ ਗੱਲ ਕੀਤੀ ਸੀ, ਉਹ ਬਿਲਕੁਲ ਖੁੰਬ ਵਰਗੀ ਆ, ਬਟਨ ਖੁੰਬ ਵਰਗੀ ਆ, ਸ਼ਕਲ ਨਹੀਂ ਉਹਦੇ ਵਰਗੀ ਦਿੱਤੀ ਇਹਨੂੰ। ਸੋ ਇਹ ਜਿਹੜੀਆਂ ਨੇ ਇਹਦੀ ਜਿਹੜੀ ਆਪਾਂ ਖਾ ਸਕਦੇ ਹਾਂ। ਇਹਦੇ 'ਚ ਇੱਕ ਖਾਸੀਅਤ ਹੈਗੀ ਆ ਕਿ ਇਸ ਖੁੰਬ ਨੂੰ ਆਪਾਂ ਜੇ ਨਹੀਂ ਖਾਧੀ ਜਾ ਰਹੀ, ਆਪਾਂ ਸੁਕਾ ਸਕਦੇ ਹਾਂ। ਖੁੰਬਾਂ ਦੇ ਵਿੱਚ ਤੁਹਾਨੂੰ ਮੈਂ ਦੱਸਦਿਆਂ 70 ਤੋਂ ਲੈ ਕੇ 90% ਤੱਕ ਪਾਣੀ ਹੁੰਦਾ। ਇਹ ਜਦੋਂ ਆਮ ਧੁੱਪ ਦੇ ਵਿੱਚ ਆਪਾਂ ਮਲਮਲ ਦਾ ਕੱਪੜਾ ਵਿਛਾ ਕੇ ਉੱਤੇ ਕੱਲਾ ਲੀਫ ਰੱਖ ਕੇ ਉੱਤੇ ਫਿਰ ਮਲਮਲ ਦਾ ਕੱਪੜਾ ਪਾ ਦਈਏ, ਆਮ ਧੁੱਪ ਦੇ ਵਿੱਚ 4-5 ਦਿਨ ਦੇ ਵਿੱਚ ਸੁੱਕ ਜਾਂਦੀ ਹੈ। ਸੋ ਇਹਨੂੰ ਸੁਕਾ ਕੇ ਆਪਾਂ ਜਿਹੜੀ ਢੀਂਗਰੀ ਆ, ਇਹਨੂੰ ਆਪਾਂ ਛੋਟੇ ਲਿਫਾਫਿਆਂ ਦੇ, ਪਲਾਸਟਿਕ ਦੇ ਛੋਟੇ ਲਿਫਾਫਿਆਂ ਦੇ ਵਿੱਚ ਪੈਕ ਕਰਕੇ ਮੋਮਬੱਤੀ ਨਾਲ ਸੀਲ ਬੰਦ ਕਰਕੇ ਰੱਖ ਲਈ। ਪਰ ਇਹਦੀ ਇੱਕੋ ਹੀ ਆ ਕਿ ਕਿਲੋ ਢੀਂਗਰੀ ਜਿਹੜੀ ਆ ਉਹ ਸੁੱਕ ਕੇ 100 ਗ੍ਰਾਮ ਰਹਿ ਜਾਂਦੀ ਹੈ। ਸੋ ਘਬਰਾਉਣਾ ਨਹੀਂ ਇਹਦੇ ਤੋਂ। ਜਦੋਂ ਆਪਾਂ ਇਹਨੂੰ ਖਾਣਾ ਵਾ, ਉਹਨੂੰ ਪਾਣੀ 'ਚ ਭਿਉਂ ਦਿਓ, ਫਿਰ ਓਨਾ ਹੀ ਆਪਣਾ ਭਾਰ ਲੈ ਲੈਂਦੀ ਹੈ। ਸੋ ਇਹ ਇਹਦਾ ਤਰੀਕਾ। ਇਹਦੀ ਸੁਕਾ ਕੇ ਬੜੀ ਵੈਲਿਊ ਆ। ਸੁਕਾ ਕੇ ਤਕਰੀਬਨ 350 ਤੋਂ ਲੈ ਕੇ 700 ਰੁਪਏ ਤੱਕ ਇੱਕ ਕਿਲੋ ਵਿਕ ਜਾਂਦੀ ਆ। ਸੋ ਇਹਦਾ ਜਿਹੜਾ ਵਾ, ਇਹ ਵੀ ਇੱਕ ਸੋ ਆਪਾਂ ਹੁਣ ਇਹਨਾਂ ਦੀ ਗੱਲ ਕਰੀਏ ਕਿ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਆ। ਇਹਨਾਂ ਸਾਰੀਆਂ ਖੁੰਬਾਂ ਨੂੰ ਆਪਾਂ ਮੰਡੀ ਦੇ ਵਿੱਚ ਲਿਜਾ ਸਕਦੇ ਹਾਂ। ਹਾਂ, ਪ੍ਰਚਲਿਤ ਕਰਨ ਦੀ ਲੋੜ ਆ। ਜਿਸ ਤਰ੍ਹਾਂ ਸਾਡੀ ਬਟਨ ਖੁੰਬ ਪ੍ਰਚਲਿਤ ਹੋਈ ਆ, ਇਸੇ ਤਰ੍ਹਾਂ ਸਾਨੂੰ ਢੀਂਗਰੀ ਵੀ ਮੈਂ ਹੁਣ ਮੰਡੀਆਂ ਦੇ ਵਿੱਚ ਦੇਖੀ ਤਕਰੀਬਨ 100 ਗ੍ਰਾਮ ਦਾ ਲਿਫਾਫਾ 20 ਰੁਪਏ ਦਾ ਵਿਕ ਜਾਂਦਾ। ਤੇ ਤੁਸੀਂ ਦੇਖੋ ਇਹ ਕਿੱਥੇ ਭਾਅ ਬਣ ਜਾਂਦੀ ਆ। ਜੇ 10 ਰੁਪਏ ਦਾ ਵੀ ਵਿਕ ਜੇ, 100 ਰੁਪਏ ਕਿਲੋ ਹੋ ਗਈ, ਤੇ ਖਰਚਾ ਕੀ ਸਾਡਾ ਆਇਆ? ਇੱਕ ਸਾਡੇ ਕੋਲ 15-20 ਰੁਪਏ ਦਾ 20 ਰੁਪਏ ਦਾ ਬੀਜ ਆਇਆ ਸਾਰਾ, ਤੇ ਤੂੜੀ ਆ 2.5 ਕਿਲੋ, ਇੱਕ ਪਲਾਸਟਿਕ ਦਾ ਲਿਫਾਫਾ 2-2.5 ਰੁਪਏ ਦਾ। ਤਕਰੀਬਨ ਆਪਾਂ 25 ਰੁਪਏ ਲਾ ਕੇ ਤੇ ਉਹ ਚੋਂ ਸਾਨੂੰ ਜਿਹੜੀ ਆ, ਤੁਸੀਂ ਦੇਖੋ 25-30 ਦਿਨ ਦੇ ਵਿੱਚ ਸਾਨੂੰ 1.5 ਕਿਲੋ ਜੇ ਖੁੰਬ ਮਿਲ ਜਾਂਦੀ ਹੈ, ਢੀਂਗਰੀ ਮਿਲ ਜਾਂਦੀ ਆ, ਤੇ ਉਹ ਸਾਡਾ ਇੱਕ ਵਧੀਆ ਆਮਦਨ ਦਾ ਸਾਧਨ ਹੋ ਸਕਦਾ। ਸੋ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਆ। ਜਿਸ ਤਰ੍ਹਾਂ ਦੱਸਿਆ, ਜਿੱਦਾਂ ਆਪਾਂ ਲਾਗਤ ਲਾਉਂਦੇ ਹਾਂ ਉਹ ਤੋਂ ਡਬਲ ਸਾਨੂੰ ਉਹਦੀ ਰਿਟਰਨ ਮਿਲ ਜਾਂਦੀ ਆ। ਆਰਥਿਕਤਾ ਤੇ ਰੁਜ਼ਗਾਰ ਦਾ ਇੱਕ ਬੜਾ ਵਧੀਆ ਸਾਧਨ ਬਣ ਜਾਂਦਾ ਵਾ। ਸੋ ਖੁੰਬਾਂ ਤੋਂ ਕਈ ਤਰ੍ਹਾਂ ਦੇ ਪਦਾਰਥ, ਜਿਸ ਤਰ੍ਹਾਂ ਰਲੀ ਮਿਲੀ ਸਬਜ਼ੀ 'ਚ ਵਰਤੋਂ ਹੋ ਜਾਂਦੀ ਆ। ਆਪਾਂ ਇਹਦਾ ਖੁੰਬਾਂ ਦਾ ਅਚਾਰ ਬਣਾ ਸਕਦੇ ਹਾਂ, ਖੁੰਬਾਂ ਦੇ ਆਪਾਂ ਸੂਪ ਬਣਾ ਸਕਦੇ ਹਾਂ। ਇਹ ਸੁਕਾ ਕੇ ਜਿਹੜੀ ਗੱਲ ਕੀ, ਖੁੰਬਾਂ ਦੇ ਅੱਜ ਕੱਲ੍ਹ ਫਲੇਕਸ ਆ ਰਹੇ ਨੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਅੱਜ ਕੱਲ੍ਹ ਵੈਲਿਊ ਐਡੀਸ਼ਨ ਦੀ ਗੱਲ ਹੈ, ਇਹ ਆਪਾਂ ਕਰਕੇ ਇਹਦੇ ਤੋਂ ਆਪਾਂ ਇੱਕ ਵਧੀਆ ਪੈਦਾਵਾਰ ਇਹ ਸਾਰੀਆਂ ਖੁੰਬਾਂ ਤੋਂ। ਇੱਕ ਸ਼ਟਾਕੀ ਖੁੰਬ ਜਿਹੜੀ ਸਾਡੀ ਰਹਿ ਗਈ ਆ, ਉਹਦੀ ਅਜੇ ਇੰਨੀ ਪ੍ਰਚਲਿਤਤਾ ਨਹੀਂ ਹੋਈ। ਉਹਦੀ ਤੇ ਵੀ ਫਿਰ ਚਲੋ ਕਿਤੇ ਸਮਾਂ ਆਪਾਂ ਅੱਜ ਕਾਫੀ ਆਪਾਂ ਗੱਲ ਕਰਦੀ ਆ। ਇਹਦੇ ਤੇ ਆਪਾਂ 4 ਤਰ੍ਹਾਂ ਦੀਆਂ ਖੁੰਬਾਂ ਹੀ ਸਾਰਾ ਸਾਲ ਜੇ ਆਪਾਂ ਬਿਜ਼ੀ ਰਹਿਣਾ, ਜੇ ਆਪਾਂ ਇੱਕ ਆਰਥਿਕਤਾ ਦਾ ਕੰਮ ਬਣਾਉਣਾ, ਕਿ ਇਹ ਸਾਡੀਆਂ ਜਿਹੜੀਆਂ ਜਦੋਂ ਆਪਾਂ ਇਹਦੇ 'ਚ ਨਿਪੁੰਨਤਾ ਹਾਸਲ ਕਰ ਲਾਂਗੇ, ਫਿਰ ਆਪਾਂ ਹੋਰ ਖੁੰਬਾਂ, ਮੈਡੀਸਨਲ ਵੈਲਿਊ ਦੀਆਂ ਹੋਰ ਖੁੰਬਾਂ ਵੀ ਹੈਗੀਆਂ ਨੇ, ਜਿਨ੍ਹਾਂ ਦੀ ਇੱਕ ਵੱਖਰੀ ਸੀਰੀਜ਼ ਆ, ਉਹਨਾਂ ਦਾ ਜਿਹੜਾ ਆਪਾਂ ਕਾਸ਼ਤ ਕਰ ਸਕਦੇ ਹਾਂ। ਸੋ ਬਾਗਬਾਨੀ ਵਿਭਾਗ ਇਹਦੇ ਵਿੱਚ ਜਾਂ ਹੋਰ ਅਦਾਰੇ ਕੀ ਕਰ ਰਹੇ ਆ, ਉਹਦੇ ਸਭ ਤੋਂ ਪਹਿਲਾਂ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਿਹੜੇ ਟ੍ਰੇਨਿੰਗ ਦੇਣ ਦਾ ਕੰਮ ਕਰਦੇ ਆ। ਸੋ ਸਾਨੂੰ ਜਿਹੜਾ ਸਮਾਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨੇੜੇ ਦਾ, ਉਹਦੇ ਨਾਲ ਸੰਪਰਕ ਰੱਖਣਾ ਚਾਹੀਦਾ। ਬਾਗਬਾਨੀ ਵਿਭਾਗ ਦੇ ਨਾਲ ਸਾਨੂੰ ਸੰਪਰਕ ਰੱਖਣਾ ਚਾਹੀਦਾ।
ਤਾਂ ਕਿ ਸਾਡੇ ਕੋਲ ਕਈ ਜਿਹੜੀਆਂ ਇਹਦੀਆਂ ਸਕੀਮਾਂ ਨੇ ਇਹਦੇ ਵਿੱਚ ਸਾਡੇ ਕੋਲ ਖੁੰਬਾਂ ਦੀਆਂ ਇਹਦੇ 'ਚ ਸਾਨੂੰ ਸਹਾਇਤਾ ਮਿਲ ਸਕਦੀ ਆ। ਖਾਸ ਕਰਕੇ ਸਾਡੇ ਕੋਲ 2-3 ਸਾਡੇ ਕੋਲ ਇਹਦੇ 'ਚ ਖੁੰਬਾਂ ਦੀ ਪੈਦਾਵਾਰ ਦੇ ਵਿੱਚ ਸਕੀਮਾਂ ਹੈਗੀਆਂ ਬਾਗਬਾਨੀ। ਹਾਂ, ਇੱਕ ਜਿਹੜਾ ਸਾਡੇ ਕੋਲ ਬੀਜ ਜਿਹੜਾ ਵਾ, ਬੀਜ ਕਿੱਥੋਂ ਮਿਲਦਾ ਇਹਦਾ, ਜਿਸ ਤਰ੍ਹਾਂ ਮੈਂ ਕਹਿਤਾ ਦੁਕਾਨਾਂ ਤੋਂ ਨਹੀਂ ਮਿਲਣਾ, ਇਸ ਕਰਕੇ ਜਿਹੜਾ ਬੀਜ ਇਹਨਾਂ ਖੁੰਬਾਂ ਦਾ ਵਾ ਇਹ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਜਾਂ ਪੰਜਾਬ ਬਾਗਬਾਨੀ ਵਿਭਾਗ ਜਿਹੜਾ ਜਿੱਥੇ ਮੈਂ ਸੇਵਾ ਕਰਦਾ ਉਹਦੀਆਂ ਸਾਡੀਆਂ 4 ਲੈਬੋਰਟਰੀਆਂ ਨੇ, ਜਲੰਧਰ, ਹੁਸ਼ਿਆਰਪੁਰ, ਇੱਕ ਸਾਡੀ ਪਟਿਆਲਾ ਤੇ ਇੱਕ ਸਾਡੀ ਸੰਗਰੂਰ। ਇਹ 4 ਲੈਬੋਰਟਰੀਆਂ ਦੇ ਵਿੱਚ ਅਸੀਂ ਬੀਜ ਪੈਦਾ ਕਰਦੇ ਹਾਂ ਇਹਨਾਂ ਦਾ। ਖਾਸ ਕਰਕੇ ਅਸੀਂ ਬਟਨ ਦਾ ਤੇ ਢੀਂਗਰੀ ਦਾ ਉਹਦੇ 'ਚ ਜ਼ਿਆਦਾ ਕਰਦੇ ਹਾਂ। ਇਹ ਗਰਮੀ ਵਾਲੀ ਖੁੰਬ ਤੇ ਮਿਲਕੀ ਦਾ ਅਸੀਂ ਤਿਆਰ ਨਹੀਂ ਕਰਦੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮਿਲਕੀ ਦਾ ਵੀ ਕਰਦੀ ਆ, ਪਰਾਲੀ ਵਾਲੀ ਖੁੰਬ ਦਾ ਵੀ ਕਰਦੀ ਹੈ, ਛਟਾਕੀ ਦਾ ਵੀ ਕਰਦੀ ਆ, ਕਿਉਂਕਿ ਉਹਨਾਂ ਕੋਲ ਫੁੱਲ ਫਲੈਜ ਸਾਰਾ ਕੰਮਕਾਰ ਹੈਗਾ। ਸੋ ਇਹਦੇ ਵਿੱਚ ਜੇ ਕਿਸੇ ਨੇ ਇਸ ਨੂੰ ਧੰਦੇ ਦੇ ਤੌਰ ਤੇ ਅਪਣਾਉਣਾ, ਉਹਦੇ ਵਿੱਚ ਬਾਗਬਾਨੀ ਵਿਭਾਗ ਕੌਮੀ ਬਾਗਬਾਨੀ ਮਿਸ਼ਨ ਦੇ ਤਹਿਤ ਸਾਡੇ ਕੋਲ ਸਕੀਮ ਹੈ, ਜਿਹਦੇ 'ਚ ਆਪਾਂ ਗੱਲ ਕਰਦੇ ਹਾਂ ਖੁੰਬਾਂ ਦਾ ਪੈਦਾਵਾਰ ਯੂਨਿਟ, ਕਿ ਪੈਦਾਵਾਰ ਹੀ ਇਕੱਲੀ ਕਰਨੀ ਆ। 20 ਲੱਖ ਦਾ ਯੂਨਿਟ ਆ, 40% ਸਬਸਿਡੀ ਆ, ਉਹਦੇ ਤੇ ਲਾ ਲਈਏ ਵੀ 8 ਲੱਖ ਰੁਪਈਆ ਸਾਨੂੰ ਸਰਕਾਰ ਵੱਲੋਂ ਮਿਲ ਜਾਣਾ। ਜੇ ਆਪਾਂ ਸਪਾਨ ਪੈਦਾ ਕਰਨਾ, ਬੀਜ ਪੈਦਾ ਕਰਨਾ, ਮੈਂ ਜਿੱਥੋਂ ਦੱਸਿਆ ਕਿ ਇੱਕ ਵੱਖਰਾ ਵਿਸ਼ਾ ਵਾ ਬੀਜ ਪੈਦਾ ਕਰਨਾ। ਕਈ ਨੌਜਵਾਨ ਨੇ ਜਿਹੜੇ ਬੀਜ ਪੈਦਾ ਕਰਕੇ ਹੀ ਅੱਗੇ ਆਪਣਾ ਰੁਜ਼ਗਾਰ ਦਾ ਸਾਧਨ ਬਣਾਇਆ ਹੋਇਆ। ਉਹਦੇ ਉੱਤੇ ਵੀ 15 ਲੱਖ ਰੁਪਈਆ ਉਹ ਲੈਬੋਰਟਰੀ ਬਣਾਉਣ ਤੇ ਆ ਦਿੱਤਾ, ਜਿਸ ਚੋਂ ਸਾਡੇ ਕੋਲ 6 ਲੱਖ ਰੁਪਈਆ ਸਬਸਿਡੀ ਮਿਲ ਜਾਂਦੀ ਆ। ਤੇ ਜੇ ਆਪਾਂ ਕੰਪੋਸਟ ਖਾਦ ਬਣਾ ਕੇ ਵੇਚਣੀ, ਇਹ ਵੀ ਇੱਕ ਬੜਾ ਵਧੀਆ ਰੁਜ਼ਗਾਰ ਦਾ ਸਾਧਨ ਬਣਿਆ। ਸਾਡੇ ਵਿਭਾਗ ਨੇ ਹੁਣ ਜੇ RKVY 'ਚ ਕੋਈ ਸਹਾਇਤਾ ਦਿੱਤੀ ਆ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਸ਼ਾਰਟ ਮੈਥਡ ਨਾਲ ਜਿਨ੍ਹਾਂ ਨੇ ਉਹ ਲਿਫਾਫੇ, ਆਪਾਂ ਜਿਨ੍ਹਾਂ ਨੂੰ ਸ਼ੌਕ ਆ ਇਹ ਸਾਰਾ ਕੰਮ ਨਹੀਂ ਕਰ ਸਕਦੇ, ਉਹ ਕੰਪੋਸਟ ਰੈਡੀਮੇਡ ਕੰਪੋਸਟ ਲੈ ਆਉਣ। ਉਹ ਲਿਫਾਫੇ 10-12 ਕਿਲੋ ਦੇ ਲਿਫਾਫੇ ਮਿਲ ਜਾਂਦੇ ਆ ਕੰਪੋਸਟ ਦੇ ਵਿੱਚ ਹੀ ਬੀਰ ਲਾਇਆ ਹੁੰਦਾ। ਉਹ ਸਿਰਫ ਤੁਸੀਂ ਆਪਣੇ ਆਪ ਕੇ ਘਰ ਰੱਖਣਾ ਤੇ ਉਹਦੇ ਪਾਣੀ ਦਾ ਤਰੌਂਕਾ ਦੇਣਾ ਤੇ ਤੁਹਾਨੂੰ ਖੁੰਬਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ, ਤੁਹਾਨੂੰ ਕੋਈ ਕੰਮ ਨਹੀਂ ਕਰਨ ਦੀ ਲੋੜ। ਸੋ ਇਹ ਵੀ ਇੱਕ ਰੁਜ਼ਗਾਰ ਦਾ ਇੱਕ ਵਧੀਆ ਸਾਧਨ ਬਣ ਸਕਦਾ। ਸੋ ਇਹ ਕੰਪੋਸਟ ਤਿਆਰ ਕਰਕੇ ਆਪਾਂ ਵੇਚ ਸਕਦੇ ਹਾਂ। ਉਹਦੇ ਤੇ ਵੀ ਇਹ ਜੇ ਕੰਮ ਕਰਨਾ ਹੋਵੇ 20 ਲੱਖ ਰੁਪਈਆ ਖਰਚਾ ਆਉਂਦਾ, ਜਿਸ ਚੋਂ 8 ਲੱਖ ਰੁਪਈਆ 40% ਸਬਸਿਡੀ ਸਾਡੇ ਵਿਭਾਗ ਤੋਂ ਮਿਲ ਜਾਂਦੀ ਆ, ਬਾਗਬਾਨੀ ਵਿਭਾਗ ਤੋਂ। ਇਹਦੇ 'ਚ ਤੁਹਾਡਾ ਇਹੀ ਆ ਕਿ ਇਹਦੇ ਵਾਸਤੇ ਪ੍ਰੋਜੈਕਟ ਬਣਾ ਕੇ ਦੇਣਾ ਪੈਂਦਾ, ਕਿਉਂਕਿ ਕ੍ਰੈਡਿਟ ਲਿੰਕ ਬੈਕ ਐਂਡਡ ਸਬਸਿਡੀ ਆ। ਸੋ ਬੈਂਕ ਦੇ ਕੋਲੋਂ ਕੇਸ ਜਾਣਾ ਤੇ ਉਹਦੇ ਵਿੱਚ ਸਾਨੂੰ ਜਿਹੜੀ ਆ ਇਹ ਸਹਾਇਤਾ ਮਿਲ ਸਕਦੀ ਆ। ਸੋ ਮੇਰੇ ਵੱਲੋਂ ਤੇ ਇਹਦੀਆਂ ਕੁ ਗੱਲਾਂ ਨੇ ਤੇ ਇਹਦੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਖੁੰਬਾਂ ਦੀ ਕਾਸ਼ਤ ਬਾਰੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਡਾਕਟਰ ਸੁਖਦੀਪ ਸਿੰਘ ਜੀ ਬਾਗਬਾਨੀ ਵਿਭਾਗ ਤੋਂ, ਜਿਨ੍ਹਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਸਾਨੂੰ ਖੁੰਬਾਂ ਦੀ ਕਿਸਮਾਂ, ਕਾਸ਼ਤ ਤੇ ਕਿਸ ਤਰੀਕੇ ਬੀਜਣੇ ਨੇ, ਕਿਵੇਂ ਕਿੱਥੋਂ ਉਹਨਾਂ ਦੀ ਟ੍ਰੇਨਿੰਗ ਲੈ ਸਕਦੇ ਹਾਂ, ਇਹ ਬੜੇ ਵਧੀਆ ਤਰੀਕੇ ਨਾਲ ਸਮਝਾਇਆ। ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਆਪਣੇ ਰੁਝੇਵੇ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਹੈ। ਸਰੋਤਿਆਂ ਨੂੰ ਬੇਨਤੀ ਹੈ ਕਿ ਹੋਰ ਜਾਣਕਾਰੀ ਦੇ ਲਈ ਡਾਕਟਰ ਸਾਹਿਬ ਨਾਲ ਸੰਪਰਕ ਕਰੋ ਤੇ ਦਰਬਾਰੇ ਖਾਲਸਾ ਦੇ ਫੇਸਬੁੱਕ ਪੇਜ ਦੇ ਨਾਲ ਵੀ ਜੁੜੋ, ਕਿਉਂਕਿ ਇਸ ਸਾਡਾ ਉਪਰਾਲਾ ਹੁੰਦਾ ਹੈ ਕਿ ਅਸੀਂ ਹਰ ਰੋਜ਼ ਕੋਈ ਨਾ ਕੋਈ ਖੇਤੀ ਮਾਹਰ, ਸਿਹਤ ਮਾਹਰ ਆਪ ਜੀ ਦੇ ਰੂਬਰੂ ਲੈ ਕੇ ਆ ਰਹੇ ਹਾਂ। ਦਰਬਾਰੇ ਖਾਲਸਾ ਫੇਸਬੁੱਕ ਪੇਜ ਤੇ ਵੀ ਇਹ ਸਮਾਗਮ ਹੈ, ਜੋ ਇਹ ਪ੍ਰੋਗਰਾਮ ਹੈ ਉਹ ਲਾਈਵ ਚਲਾਇਆ ਜਾਂਦਾ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਰੋਤਿਆਂ ਦਾ, ਡਾਕਟਰ ਸਾਹਿਬ ਦਾ ਤੇ ਪੂਰੀ ਟੀਮ ਦਾ, ਜੋ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ। ਸੋ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।